हाँ जी दोस्तों, दृष्टि ਲੈਕਚਰ ਲੜੀ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ ਨੂੰ। ਦੋਸਤੋ, ਦ੍ਰਿਸ਼ਟੀ ਲੈਕਚਰ ਲੜੀ ਦੇ ਅਧੀਨ ਅਸੀਂ ਜਿਹੜਾ ਮੰਚ ਤਿਆਰ ਕੀਤਾ ਉਸ ਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਸਮਾਜਿਕ ਮੁੱਦੇ ਨੇ, ਸਾਹਿਤਕ ਮੁੱਦੇ ਨੇ, ਜਾਂ ਸਾਡੇ ਜਿਹੜੇ ਸਮਾਜ ਨੂੰ, ਸਾਡੇ ਆਲੇ ਦੁਆਲੇ ਨੂੰ ਜਿਹੜੇ ਮੁੱਦੇ ਪ੍ਰਭਾਵਿਤ ਕਰ ਰਹੇ ਨੇ, ਉਹਦੇ ਰਾਹੀਂ ਅਸੀਂ ਇਸ ਮੰਚ ਦੇ ਰਾਹੀਂ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਦ੍ਰਿਸ਼ਟੀ ਲੈਕਚਰ ਲੜੀ ਦਾ ਇਹ ਪਹਿਲਾ ਲੈਕਚਰ ਹੈ ਜਿਹਦੇ ਲਈ ਅਸੀਂ ਅੱਜ ਤੁਹਾਡੇ ਨਾਲ ਜੁੜੇ ਹਾਂ। ਜਿਹੜੇ ਦੋਸਤ ਇਸ ਨੂੰ ਦੇਖ ਰਹੇ ਨੇ ਉਹ ਪਲੀਜ਼ ਇਸ ਨੂੰ ਸ਼ੇਅਰ ਕਰ ਦੇਣ ਤਾਂ ਕਿ ਵੱਧ ਤੋਂ ਵੱਧ ਲੋਕ ਆ ਜਿਹੜੇ ਸਾਡੇ ਨਾਲ ਜੁੜ ਸਕਣ ਤੇ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਉਹ ਗਿਆਨ ਪ੍ਰਾਪਤ ਕਰ ਸਕਣ ਜਾਂ ਇਸ ਮਹੱਤਵਪੂਰਨ ਵਿਸ਼ੇ ਤੇ ਜਿਹੜੀ ਡਿਬੇਟ ਹੋ ਰਹੀ ਹੈ, ਜਿਹੜੀ ਗੱਲ ਚੱਲ ਰਹੀ ਆ, ਉਹਨੂੰ ਸੁਣ ਸਕਣ। ਇਸ ਕਰਕੇ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਉਹ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ। ਇਸ ਲੈਕਚਰ ਲੜੀ ਦੇ ਵਿੱਚ ਅਸੀਂ ਜਿਹੜਾ ਅੱਜ ਦਾ ਅਸੀਂ ਵਿਸ਼ਾ ਚੁਣਿਆ ਉਹ ਉਸ ਵਿਸ਼ੇ ਦੇ ਵਿੱਚ ਅਸੀਂ ਗੱਲ ਕਰਾਂਗੇ ਨਵੇਂ ਕੇਂਦਰੀ ਆਰਡੀਨੈਂਸਾਂ ਦਾ ਕੱਚ ਸੱਚ। ਇਸ ਦੇ ਲਈ ਸਾਡੇ ਨਾਲ ਨੇ ਡਾਕਟਰ ਗਿਆਨ ਸਿੰਘ ਜੀ ਜੋ ਇਸ ਵਿਸ਼ੇ ਦੇ ਬਾਰੇ ਵਿਸਥਾਰ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨਗੇ। ਇਸ ਵਿਸ਼ੇ ਦੇ ਬਾਰੇ ਮੈਂ ਗੱਲ ਕਰਾਂ ਕਿ ਜਿਹੜੀ ਪਿਛਲੇ 5 ਜੂਨ ਨੂੰ ਕੇਂਦਰ ਸਰਕਾਰ ਦੇ ਵੱਲੋਂ 3 ਆਰਡੀਨੈਂਸ ਆ ਜਿਹੜੇ ਉਹ ਲਿਆਂਦੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਆਰਡੀਨੈਂਸ 2020, ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਆਰਡੀਨੈਂਸ 2020, ਇਨੀਸ਼ੀਅਲ ਕਮੋਡਿਟੀ ਆਰਡੀਨੈਂਸ 2020। ਇਹ 3 ਜਿਹੜੇ ਆਰਡੀਨੈਂਸ ਨੇ ਉਹ ਸਰਕਾਰ ਵੱਲੋਂ 5 ਜੂਨ ਨੂੰ ਲਿਆਂਦੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਰਾਸ਼ਟਰਪਤੀ ਤੋਂ ਮਨਜ਼ੂਰੀ ਲੈ ਕੇ ਪਾਸ ਕਰਾ ਕੇ ਇਹ ਆਰਡੀਨੈਂਸ ਨੇ ਜਿਹੜੇ ਉਹ ਲਾਗੂ ਹੋ ਜਾਂਦੇ ਨੇ। ਇਹ ਬੇਸਿਕਲੀ ਜੇ ਅਸੀਂ ਇਹਦੇ ਬਾਰੇ ਗੱਲ ਕਰੀਏ ਤਾਂ ਇਹ 6 ਮਹੀਨੇ ਲਈ ਆਰਡੀਨੈਂਸ ਜਿਹੜੇ ਲਾਗੂ ਕੀਤੇ ਗਏ ਨੇ, ਪਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੇ ਇਹਦੇ ਬਾਰੇ ਅਸੀਂ ਲੰਬੀ ਗੱਲਬਾਤ ਡਾਕਟਰ ਸਾਹਿਬ ਨਾਲ ਕਰਾਂਗੇ, ਪਰ ਇਹ ਬਾਅਦ ਦੇ ਵਿੱਚ ਅਸੀਂ ਦੇਖਾਂਗੇ ਕਿ ਆਰਡੀਨੈਂਸ ਦਾ ਜਿਹੜਾ ਟਾਈਮ ਹੁੰਦਾ ਉਹ 6 ਮਹੀਨਿਆਂ ਲਈ ਹੁੰਦਾ, ਪਰ ਬਾਅਦ ਦੇ ਵਿੱਚ ਇਹ ਪਾਰਲੀਮੈਂਟ ਦੇ ਵਿੱਚ ਜਾਣਗੇ, ਬਿੱਲ ਬਣੇਗਾ, ਉੱਤੇ ਬਹਿਸ ਹੋਏਗੀ, ਸੋਧਾਂ ਹੋਣਗੀਆਂ, ਫਿਰ ਇਹਦਾ ਐਕਟ ਬਣੇਗਾ। ਪਰ ਇਸ ਦੌਰ ਦੇ ਵਿੱਚ ਇਹਨਾਂ ਆਰਡੀਨੈਂਸਾਂ ਦਾ ਜਾਰੀ ਕਰਨ ਦਾ ਜਾਂ ਰਾਸ਼ਟਰਪਤੀ ਤੋਂ ਪ੍ਰਵਾਨਗੀ ਦੇ ਕੇ ਇਹਨਾਂ ਨੂੰ ਲਿਆਉਣ ਦਾ ਉਹਦਾ ਕੀ ਮਤਲਬ ਬਣਦਾ, ਉਹਦੇ ਨਾਲ ਕੀ ਪ੍ਰਭਾਵ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ, ਇਸ ਦੇ ਬਾਰੇ ਅਸੀਂ ਖਾਸ ਤੌਰ ਤੇ ਕਿਸਾਨੀ ਦੇ ਪੱਖ ਤੋਂ ਜੇ ਗੱਲ ਕਰਾਂਗੇ ਤਾਂ ਉਹਦੇ ਸਿੱਟੇ ਕੀ ਨਿਕਲਣਗੇ, ਕਿਉਂਕਿ ਸਾਡਾ ਜਿਹੜਾ ਦੇਸ਼ ਆ ਉਹ ਜਿਹੜੀ ਕਿਸਾਨੀ ਦੇ ਉੱਤੇ ਡਿਪੈਂਡ ਦੇਸ਼ ਆ। ਸਾਡੀ ਵੱਡੀ ਪੱਧਰ ਤੇ ਜਿਹੜੀ ਸਾਡੇ ਦੇਸ਼ ਦੀ ਵਸੋਂ ਆ ਉਹ ਕਿਸਾਨੀ ਤੇ ਨਿਰਭਰ ਆ, ਤੇ ਇਹਨਾਂ ਆਰਡੀਨੈਂਸਾਂ ਦੇ ਰਾਹੀਂ ਸਾਡੀ ਕਿਸਾਨੀ ਕਿਸ ਤਰ੍ਹਾਂ ਦੀ ਪ੍ਰਭਾਵਿਤ ਹੋਏਗੀ ਜਾਂ ਇਹਨਾਂ ਆਰਡੀਨੈਂਸਾਂ ਦੇ ਬਾਰੇ ਸਰਕਾਰ ਆਪਣੇ ਵੱਲੋਂ ਦਾਅਵੇ ਕਰਦੀ ਆ, ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਵੱਲੋਂ ਦਾਅਵੇ ਕਰ ਰਹੀਆਂ ਨੇ, ਕਿਸਾਨ ਜਥੇਬੰਦੀਆਂ ਨੇ ਉਹ ਆਪਣੇ ਵੱਲੋਂ ਜਿਹੜੇ ਦਾਅਵੇ ਕਰ ਰਹੀਆਂ ਨੇ, ਤਾਂ ਉਹ ਸਰਕਾਰ ਇਹਨਾਂ ਆਰਡੀਨੈਂਸਾਂ ਦੇ ਰਾਹੀਂ ਜਿਹੜੇ ਵੱਡੇ-ਵੱਡੇ ਦਾਅਵੇ ਕਰ ਰਹੀ ਆ ਉਹਦੇ ਵਿੱਚ ਕਹਿਣਗੇ, ਜਿਹੜੀ ਸਰਕਾਰ ਆ ਉਹ ਕਹਿ ਰਹੀ ਹੈ ਕਿ ਕਿਸਾਨ ਹੁਣ ਆਪਣੀਆਂ ਫਸਲਾਂ ਕਿਸੇ ਵੀ ਰਾਜ ਦੇ ਵਿੱਚ ਲਿਜਾ ਕੇ ਵੇਚ ਸਕਦਾ, ਈ ਟ੍ਰੇਡਿੰਗ ਦੇ ਰਾਹੀਂ ਉਹ ਆਪਣੀ ਫਸਲ ਦਾ ਅਗਾਊਂ ਸੌਦਾ ਕਰ ਸਕਦਾ, ਇੰਸਪੈਕਟਰੀ ਰਾਜ ਆ ਜਾਂ ਜਿਹੜਾ ਵਿਚੋਲੀਆ ਸੀ ਉਹਦੀ ਭੂਮਿਕਾ ਖਤਮ ਕਰ ਦਿੱਤੀ ਗਈ ਆ, ਜਾਂ ਇਸ ਤਰ੍ਹਾਂ ਦੀਆਂ ਵਗੈਰਾ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਪਰ ਅਸੀਂ ਅੱਜ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਆਰਡੀਨੈਂਸਾਂ ਦੇ ਰਾਹੀਂ ਸਾਡੀ ਜਿਹੜੀ ਐਟ ਪ੍ਰੈਜ਼ੈਂਟ ਜਿਹੜੀ ਕਿਸਾਨੀ ਦੀ ਜਿਹੜੀ ਭੂਮਿਕਾ ਉਹ ਕਿਵੇਂ ਬਦਲੇਗੀ, ਸਰਕਾਰ ਦੀ ਭੂਮਿਕਾ ਕਿਵੇਂ ਬਦਲੇਗੀ, ਕਿਸਾਨੀ ਕਿਵੇਂ ਪ੍ਰਭਾਵਿਤ ਹੋਏਗੀ, ਆਮ ਲੋਕ ਉਹ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੋਣਗੇ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਕੋਲ ਅੱਜ ਡਾਕਟਰ ਗਿਆਨ ਸਿੰਘ ਜੀ ਹੈਗੇ ਨੇ ਜੋ ਸਾਬਕਾ ਪ੍ਰੋਫੈਸਰ ਨੇ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਆ, ਤੁਹਾਨੂੰ ਜੀ ਆਇਆਂ ਨੂੰ ਇਸ ਸ਼ੁਕਰੀਆ ਜੀ ਦ੍ਰਿਸ਼ਟੀ ਲੈਕਚਰ ਲੜੀ ਦੇ ਵਿੱਚ ਜੁੜਨ ਦੇ ਲਈ। ਮੈਂ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਗਿਆਨ ਸਿੰਘ ਜੀ ਬਾਰੇ ਉਹਨਾਂ ਨਾਲ ਰਸਮੀ ਤੌਰ ਤੇ ਜਾਣ ਪਛਾਣ ਜਿਹੜੀ 2 ਮਿੰਟ ਦੇ ਵਿੱਚ ਕਰਵਾਵਾਂਗਾ। ਡਾਕਟਰ ਗਿਆਨ ਸਿੰਘ ਜੀ ਸਾਬਕਾ ਪ੍ਰੋਫੈਸਰ ਨੇ, ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੋਏ ਨੇ। ਲਗਭਗ 34 ਸਾਲ ਦਾ ਉਹਨਾਂ ਦਾ ਟੀਚਿੰਗ ਤਜਰਬਾ, 37 ਸਾਲ ਦਾ ਉਹਨਾਂ ਦਾ ਰਿਸਰਚ ਐਕਸਪੀਰੀਅੰਸ ਆ। ਉਹਨਾਂ ਨੇ ਲੰਬਾ ਸਮਾਂ ਇਸ ਆਪਣੇ ਜਿਹੜਾ ਟਾਈਮ ਪੀਰੀਅਡ ਆ ਉਹ ਖਾਸ ਤੌਰ ਤੇ ਐਗਰੀਕਲਚਰ ਇਕਨੋਮਿਕਸ ਆ ਜਿਹੜੀ ਉਹਨੂੰ ਸਮਰਪਿਤ ਕੀਤਾ, ਉਹਦੇ ਐਕਸਪਰਟ ਮੰਨੇ ਜਾਂਦੇ ਨੇ ਤੇ ਇਹਨਾਂ ਵਿਸ਼ਿਆਂ ਦੇ ਉੱਤੇ ਉਹ ਲਗਾਤਾਰ ਆਪਣੇ ਲੇਖ ਲਿਖਦੇ ਰਹਿੰਦੇ ਨੇ ਤੇ ਬੜੀ ਪੈਨੀ ਨਜ਼ਰ ਦੇ ਨਾਲ ਉਹ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ। ਜੇ ਮੈਂ ਉਹਨਾਂ ਦੇ ਕੰਮ ਦੀ ਗੱਲ ਕਰਾਂ, ਬੜਾ ਲੰਬਾ ਚੌੜਾ ਉਹਨਾਂ ਦਾ ਕੰਮ ਆ। ਮੈਂ ਕੁਝ ਕੁ ਉਹਨਾਂ ਦੀਆਂ ਮਹੱਤਵਪੂਰਨ ਜਿਹੜੇ ਕੰਮ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ।
ਉਹਨਾਂ ਦੀਆਂ ਜੇ ਕਿਤਾਬਾਂ ਦੀ ਅਸੀਂ ਗੱਲ ਕਰੀਏ, ਇਕਨੋਮਿਕ ਕੰਡੀਸ਼ਨ ਆਫ ਐਗਰੀਕਲਚਰ ਲੇਬਰਰ ਐਂਡ ਮਾਰਜਨਲ ਫਾਰਮਰ, ground water development in Punjab, alternative perspective and policy issues, agriculture performance and rural development in India, in-depthness among farmers and agriculture laborer and field survey, in-depthness and poverty among agriculture laborer and rural Punjab, marginal and small farmer in rural India, levels of living and marginal farmer and agricultural laborer in rural Punjab, socio-economic condition and political participation of rural women laborer in Punjab। ਇਹ ਉਹਨਾਂ ਦੀਆਂ ਇੰਗਲਿਸ਼ ਕਿਤਾਬਾਂ ਦੇ ਨਾਮ ਨੇ ਜਿਹੜੀਆਂ ਉਹਨਾਂ ਨੇ ਆਪਣਾ ਬੜਾ ਜਿਹੜਾ ਬਰੀਕੀ ਦੇ ਨਾਲ ਇਹਦੇ ਵਿੱਚ ਕੰਮ ਕੀਤਾ। ਪੰਜਾਬੀ ਦੇ ਵਿੱਚ ਵੀ ਉਹਨਾਂ ਦੀਆਂ ਕਿਤਾਬਾਂ ਨੇ ਜਿਹੜੀਆਂ ਮਿਲਦੀਆਂ ਨੇ। ਪੰਜਾਬ ਦੀ ਆਰਥਿਕਤਾ, ਕਾਰਗੁਜ਼ਾਰੀ ਤੇ ਚੁਣੌਤੀਆਂ, ਪੰਜਾਬ ਦੀ ਪੇਂਡੂ ਆਰਥਿਕਤਾ, ਪੰਜਾਬ ਦੀ ਖੇਤੀਬਾੜੀ ਆਰਥਿਕਤਾ, ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਿਰ ਕਰਜ਼ੇ ਅਤੇ ਗਰੀਬੀ ਦਾ ਅਧਿਐਨ, ਪੰਜਾਬ ਦੇ ਖੇਤ ਮਜ਼ਦੂਰਾਂ ਦੇ ਸਿਰ ਕਰਜ਼ੇ ਅਤੇ ਗਰੀਬੀ ਦਾ ਅਧਿਐਨ, ਪੰਜਾਬ ਦੇ ਸੀਮਾਂਤ ਅਤੇ ਛੋਟੇ ਕਿਸਾਨਾਂ ਦੀਆਂ ਸਮਾਜਿਕ ਆਰਥਿਕ ਹਾਲਤਾਂ ਦਾ ਅਧਿਐਨ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਕੰਮ ਨੇ, ਮੈਂ ਉਹ ਜਿਹੜੇ ਮੇਨ ਕੰਮ ਆ ਉਹ ਗਿਣਾਏ ਨੇ ਕਿਉਂਕਿ ਸਮੇਂ ਦੀ ਸੀਮਾ ਹੋਣ ਕਰਕੇ। 87 ਦੇ ਲਗਭਗ ਉਹਨਾਂ ਦੇ ਰਿਸਰਚ ਆਰਟੀਕਲ ਇੰਗਲਿਸ਼ ਦੇ ਵਿੱਚ ਮਿਲਦੇ ਨੇ। ਇਸ ਤੋਂ ਇਲਾਵਾ 26 ਦੇ ਕਰੀਬ ਪੰਜਾਬੀ ਦੇ ਵਿੱਚ ਉਹਨਾਂ ਦੇ ਰਿਸਰਚ ਆਰਟੀਕਲ ਜਿਹੜੇ ਮਿਲਦੇ ਨੇ, ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੜੇ ਪ੍ਰਸਿੱਧ ਜਰਨਲਾਂ ਦੇ ਵਿੱਚ ਉਹਨਾਂ ਦੇ ਆਰਟੀਕਲ ਛਪੇ ਨੇ। ਇਸ ਤੋਂ ਇਲਾਵਾ 6 ਰਿਸਰਚ ਪ੍ਰੋਜੈਕਟ ਉਹ ਕੰਪਲੀਟ ਕਰ ਚੁੱਕੇ ਨੇ। ਇਸ ਤੋਂ ਬਿਨਾਂ ਵੱਖ-ਵੱਖ ਸਮੇਂ ਤੇ ਦੀ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ, ਦੇਸ਼ ਸੇਵਕ, ਨਵਾਂ ਜ਼ਮਾਨਾ, ਅਜੀਤ ਆਦਿ ਅਖਬਾਰਾਂ ਦੇ ਵਿੱਚ ਲਗਾਤਾਰ ਉਹਨਾਂ ਦੇ ਜਿਹੜੇ ਲੇਖ ਹੈ ਉਹ ਛਪਦੇ ਰਹਿੰਦੇ ਨੇ। ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਇਸ ਵਿਸ਼ੇ ਦੇ ਬਾਰੇ ਚੁਣਿਆ ਕਿ ਉਹ ਬੜੀ ਬਰੀਕੀ ਦੇ ਵਿੱਚ, ਬੜੇ ਵਿਸਥਾਰ ਦੇ ਵਿੱਚ ਸਾਨੂੰ ਇਹਨਾਂ ਆਰਡੀਨੈਂਸਾਂ ਦਾ ਜਿਹੜਾ ਕੱਚ ਸੱਚ ਆ, ਸਰਕਾਰ ਜਿਹੜੇ ਕਲੇਮ ਕਰ ਰਹੀ ਆ, ਜਾਂ ਸਾਡੇ ਕਿਸਾਨਾਂ ਦੇ ਵਿੱਚ ਜਿਹੜੇ ਡਰ ਨੇ, ਉਹਨਾਂ ਪੱਖਾਂ ਤੋਂ ਸਾਡੇ ਨਾਲ ਬੜੇ ਵਿਸਥਾਰ ਦੇ ਵਿੱਚ ਉਹ ਗੱਲਬਾਤ ਅੱਜ ਸਾਡੇ ਨਾਲ ਸਾਂਝੀ ਕਰਨਗੇ। ਡਾਕਟਰ ਗਿਆਨ ਸਿੰਘ ਜੀ, ਹੁਣ ਮੈਂ ਡਾਕਟਰ ਗਿਆਨ ਸਿੰਘ ਜੀ ਨੂੰ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਡਾਕਟਰ ਗਿਆਨ ਸਿੰਘ ਜੀ ਨੂੰ ਸੱਦਾ ਦੇਵਾਂਗਾ ਕਿ ਉਹ ਆਪਣੇ ਵਿਚਾਰ ਆ ਜਿਹੜੇ ਉਹ ਸਾਡੇ ਨਾਲ ਸਾਂਝੇ ਕਰਨ। ਸਰ, ਤੁਹਾਡੇ ਕੋਲ ਸਕਰੀਨ ਆ ਜੀ, ਹੁਣ ਤੁਸੀਂ ਆਪਣੀ ਗੱਲਬਾਤ ਕਰੋ। ਉਸ ਤੋਂ ਬਾਅਦ ਮੈਂ ਸਰੋਤਿਆਂ ਨਾਲ ਸਾਂਝਾ ਕਰਾਂ ਕਿ ਜਿਹੜੇ ਕੁਐਸਚਨ ਆਨਸਰ ਹੋਣਗੇ ਉਹ ਸਾਨੂੰ ਮੈਸੇਜ ਬਾਕਸ ਦੇ ਵਿੱਚ ਛੱਡੀ ਜਾਣ। ਡਾਕਟਰ ਸਾਹਿਬ ਤੋਂ ਅਸੀਂ ਅਖੀਰ ਦੇ ਵਿੱਚ ਸੈਸ਼ਨ ਦੇ ਵਿੱਚ ਕੁਐਸਚਨ ਆਨਸਰ ਆ ਜਿਹੜੇ ਉਹ ਸਾਂਝੇ ਕਰਾਂਗੇ। ਡਾਕਟਰ ਗਿਆਨ ਸਿੰਘ। ਸੂਝਵਾਨ ਦੋਸਤੋ, ਇਹ ਦ੍ਰਿਸ਼ਟੀ ਵਾਲਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਿ ਇਹਨਾਂ ਨੇ ਇੱਕ ਇਹੋ ਜਿਹੇ ਇਸ਼ੂ ਤੇ ਬੋਲਣ ਲਈ ਮੈਨੂੰ ਬੁਲਾਇਆ ਜਿਹੜਾ ਅੱਜ ਭਖਮਾ ਇਸ਼ੂ ਹੈ ਤੇ ਕਿਸਾਨ ਜਥੇਬੰਦੀਆਂ ਇਹ ਤੇ ਸੰਘਰਸ਼ ਵੀ ਕਰ ਰਹੀਆਂ ਨੇ। ਇਹ ਖੇਤੀਬਾੜੀ ਸੰਬੰਧੀ ਆਰਡੀਨੈਂਸ 'ਚ ਜਾਣ ਤੋਂ ਪਹਿਲਾਂ, ਉਹਦੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਇਹ ਥੋੜ੍ਹੀ ਜਿਹੀ ਗੱਲ ਕਰੋਨਾ ਵਾਇਰਸ ਮਹਾਮਾਰੀ ਬਾਰੇ ਕਰ ਲੈਣੀ ਚਾਹੀਦੀ ਹੈ। ਇਹ ਮਹਾਮਾਰੀਆਂ ਤਾਂ ਦੁਨੀਆ ਨੇ ਬਹੁਤ ਦੇਖੀਆਂ ਨੇ, ਪਰ ਇਹ ਪਹਿਲੀ ਮਹਾਮਾਰੀ ਹੈ ਜਿਹਨੇ ਵੱਧ ਤੋਂ ਵੱਧ ਦੇਸ਼ਾਂ ਤੇ ਵੱਧ ਤੋਂ ਵੱਧ ਲੋਕਾਂ ਨੂੰ ਮਾਰੂ ਪ੍ਰਭਾਵ ਛੱਡੇ ਨੇ। ਪਰ ਇਹਨੇ ਜਿੱਥੇ ਵੱਖ-ਵੱਖ ਦੇਸ਼ਾਂ ਦੇ ਅਰਥਚਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਸਮਾਜਿਕ ਤਾਣੇ ਬਾਣੇ ਨੂੰ ਵੀ ਉਲਝਾ ਕੇ ਰੱਖ ਦਿੱਤਾ ਹੈ ਤੇ ਇਹਦੇ ਵਿੱਚ ਵੱਖ-ਵੱਖ ਵਰਗਾਂ ਤੇ ਇਹਦੇ ਵੱਖ-ਵੱਖ ਪ੍ਰਭਾਵ ਪਏ ਨੇ। ਅਰਥਚਾਰਿਆਂ ਬਾਰੇ ਤਾਂ ਇਹ ਕਿਹਾ ਜਾ ਰਿਹਾ ਹੈ, ਜਿਸ ਤਰ੍ਹਾਂ ਕੌਮਾਂਤਰੀ ਏਜੰਸੀਆਂ ਨੇ ਜਾਂ ਸਾਡੇ ਦੇਸ਼ ਦੇ ਸੰਸਥਾਵਾਂ ਨੇ, ਕਿ ਆਰਥਿਕ ਵਿਕਾਸ ਦਰ ਬਹੁਤ ਤੇਜ਼ੀ ਨਾਲ ਥੱਲੇ ਵੱਲ ਆ ਰਹੀ ਹੈ ਤੇ ਸਾਡੀ ਆਰਥਿਕ ਵਿਕਾਸ ਦਰ ਦੇ ਇਹ 0 ਨੂੰ ਟੱਚ ਕਰਨ ਜਾਣ ਦੀਆਂ ਸੰਭਾਵਨਾ ਵੀ ਹੈਗੀਆਂ। ਪਰ ਜੇ ਸਾਡੇ ਦੇਸ਼ ਦੀ ਗੱਲ ਕਰੀਏ, ਉਹਦੇ ਵਿੱਚੋਂ ਸਿਰਫ ਆਸ ਦੀ ਕਿਰਨ ਖੇਤੀਬਾੜੀ ਖੇਤਰ 'ਚੋਂ ਹੈ ਜਿੱਥੇ ਆਰਥਿਕ ਵਿਕਾਸ ਦਰ ਜਿਹੜੀ ਹੈਗੀ ਉਹ ਪੋਜ਼ੀਟਿਵ ਹੈ ਅਤੇ ਉਹਦੇ ਨਾਲ ਓਵਰਆਲ ਆਰਥਿਕ ਵਿਕਾਸ ਦਰ ਨੂੰ ਮੁੜ ਕੇ ਰਿਵਾਈਵ ਕੀਤਾ ਜਾ ਸਕਦਾ ਹੈ। ਤੇ ਕਰੋਨਾ ਮਹਾਮਾਰੀ ਨੇ ਸਾਨੂੰ ਇਹ ਵੀ ਦੱਸ ਦਿੱਤਾ ਹੈ ਕਿ ਸਾਡੇ ਜਿਉਣ ਲਈ ਕਾਰਾਂ, ਕੋਠੀਆਂ, ਮਹਿਲਾਂ ਨਹੀਂ, ਸਗੋਂ ਸਾਨੂੰ ਰੋਟੀ ਜ਼ਰੂਰੀ ਹੈ। ਰੋਟੀ ਸਾਨੂੰ ਸਿਰਫ ਤੇ ਸਿਰਫ ਇਹ ਖੇਤੀਬਾੜੀ ਖੇਤਰ 'ਚੋਂ ਮਿਲ ਸਕਦੀ ਹੈ। ਜੇ ਐਡੀ ਵੱਡੀ ਗੱਲ ਹੈ ਕਿ ਮਨੁੱਖਤਾ ਦੀ ਜੀਵਨ ਰੇਖਾ ਨੂੰ ਇਹ ਰੋਟੀ ਜ਼ਰੂਰੀ ਹੈ ਤੇ ਉਹਦੇ ਲਈ ਖੇਤੀਬਾੜੀ ਜ਼ਰੂਰੀ ਹੈ, ਤਾਂ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਇਹ ਕੁਛ ਨਾ ਕੁਛ ਸਰਕਾਰਾਂ ਦਾ ਕਰਨਾ ਬਣਦਾ। ਤੇ ਸਾਡੀ ਕੇਂਦਰ ਸਰਕਾਰ ਨੇ ਇਹ 3 ਆਰਡੀਨੈਂਸ ਲੈ ਕੇ ਆਉਂਦੇ ਨੇ, ਇਹ ਜਿਨ੍ਹਾਂ ਨੂੰ ਕਿਸਾਨ ਸੁਧਾਰਾਂ ਤੇ ਨਾਂ ਥੱਲੇ ਲਿਆਂਦਾ ਗਿਆ। ਇਹ ਪ੍ਰੋਫੈਸਰ ਲਖਵੀਰ ਉਹਨਾਂ ਨੇ ਨਾਂ ਇੰਗਲਿਸ਼ 'ਚ ਪੜ੍ਹ ਕੇ ਸੁਣਾ ਦਿੱਤੇ ਨੇ ਤੁਹਾਨੂੰ, ਤੇ ਉਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ। ਚੰਗੀ ਗੱਲ ਹੋਊਗੀ ਜੇ ਗੱਲ ਸੰਵਾਦ ਦੇ ਰੂਪ ਵਿੱਚ ਆ ਜਾਵੇ। ਮੈਂ ਇਹਨਾਂ ਬਾਰੇ ਮੋਟੀ ਜਾਣਕਾਰੀ ਦੇਵਾਂ, ਤੁਹਾਡੇ ਸਵਾਲ ਆਉਣ, ਉਹਨਾਂ ਨੂੰ ਆਪਾਂ ਬਰੀਕੀ ਨਾਲ ਸਮਾਜ 'ਚ ਲਈਏ
ਤਾਂ ਕਿ ਗੱਲ ਨਿੱਤਰ ਕੇ ਸਾਹਮਣੇ ਆਵੇ ਤੇ ਉਹਦਾ ਹੱਲ ਵੀ ਠੀਕ ਹੋਵੇ, ਜਿਹਦੇ ਨਾਲ ਸਾਡਾ ਸਾਰਿਆਂ ਦਾ ਭਲਾ ਹੋਵੇ। ਜਿਹੜਾ ਪਹਿਲਾ ਆਰਡੀਨੈਂਸ ਹੈ ਉਹਦਾ ਦੱਸਿਆ ਗਿਆ ਆਦੇਸ਼ ਕਿਸਾਨਾਂ ਦੇ ਜਿਣਸਾਂ ਦੀ ਖਰੀਦ ਵੇਚ ਦੇ ਸੰਬੰਧ ਵਿੱਚ ਮਰਜ਼ੀ ਦੀ ਚੋਣ ਦਾ ਇੰਤਜ਼ਾਮ ਕਰਨਾ ਹੈ। ਲਫ਼ਜ਼ਾਂ ਵਿੱਚ ਬਹੁਤ ਵਿੰਗ ਟੇਢ ਹੈ, ਪਰ ਸਿੱਧੀ ਗੱਲ ਹੈ ਕਿ ਨਿੱਜੀ ਮੰਡੀਆਂ ਦੀ ਗੱਲ ਹੋ ਰਹੀ ਹੈ। ਨਿੱਜੀ ਮੰਡੀਆਂ ਦੀ ਗੱਲ ਹੋ ਰਹੀ ਹੈ ਕਿ ਕਿਸਾਨਾਂ ਦੀਆਂ ਜਿਣਸਾਂ ਦੀ ਖਰੀਦ ਵੇਚ ਲਈ ਨਿੱਜੀ ਮੰਡੀਆਂ ਵੱਲ ਆਉਣ ਦੀ ਗੱਲ ਹੈਗੀ। ਤੇ ਦੂਜੇ ਆਰਡੀਨੈਂਸ ਦਾ ਦੱਸਿਆ ਗਿਆ ਉਦੇਸ਼ ਖੇਤੀਬਾੜੀ ਜਿਣਸਾਂ ਦੀਆਂ ਕੀਮਤਾਂ ਦੀ ਗਰੰਟੀ ਕਰਨ ਅਤੇ ਕਿਸਾਨਾਂ ਨੂੰ ਹੋਰ ਤਾਕਤਵਰ ਬਣਾਉਣ ਬਾਰੇ ਹੈ। ਇਹ ਕੁਝ ਵੀ ਨਹੀਂ, ਇਹ ਖੇਤੀਬਾੜੀ ਇਕਰਾਰਨਾਮਿਆਂ ਦੀ ਗੱਲ ਹੈਗੀ। ਇਹ ਪਹਿਲਾ ਨਿੱਜੀ ਮੰਡੀਆਂ ਦੀ, ਦੂਜਾ ਖੇਤੀਬਾੜੀ ਇਕਰਾਰਨਾਮਿਆਂ ਦੀ। ਜਿਹੜਾ ਤੀਜਾ ਅਧਿਆਦੇਸ਼ ਹੈ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਵਾਲਾ, ਉਹਨੂੰ ਨਰਮ ਕਰਨ ਬਾਰੇ ਉਹਦਾ ਦੱਸਿਆ ਗਿਆ ਆਦੇਸ਼ ਕਿਸਾਨਾਂ ਅਤੇ ਖਪਤਕਾਰਾਂ ਦੇ ਆਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਕਰਨ ਬਾਰੇ ਖੇਤੀਬਾੜੀ ਵਿੱਚ ਮੁਕਾਬਲੇਬਾਜ਼ੀ ਨੂੰ ਵਧਾਉਣਾ ਅਤੇ ਨਿਯੰਤਰਣ ਨਿਜ਼ਾਮ ਨੂੰ ਬਹੁਤ ਹੀ ਨਰਮ ਕਰਨਾ ਦੱਸਿਆ ਗਿਆ ਹੈਗਾ। ਹੁਣ ਅਸੀਂ ਇੱਕ ਇੱਕ ਕਰਕੇ ਇਹ ਆਰਡੀਨੈਂਸ ਲੈ ਲੈਣੇ ਆ ਤੇ ਇਹਦਾ ਕੱਚ ਸੱਚ ਜਾਂ ਇਹਦਾ ਲੁਕਮਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਅਸੀਂ ਕਿਸੇ ਠੀਕ ਲੈਵਲ ਤੇ ਜਾ ਕੇ ਇਸ ਸਮੱਸਿਆ ਦੇ ਹੱਲ ਵੱਲ ਵੀ ਵੱਧ ਸਕੀਏ। ਜਿਹੜਾ ਪਹਿਲਾ ਉਦੇਸ਼ ਹੈ ਇਹ ਜਿਹਦੇ ਵਿੱਚ ਉਹਨੂੰ ਪੂਰਾ ਕਰਨ ਲਈ ਨਿੱਜੀ ਮੰਡੀਆਂ ਦੀ ਗੱਲ ਕੀਤੀ ਗਈ ਹੈ। ਇਹ ਭਾਰਤ ਦੇ ਬਹੁਤੇ ਸੂਬਿਆਂ 'ਚ ਪਹਿਲਾਂ APMC ਐਕਟ ਥੱਲੇ ਖੇਤੀਬਾੜੀ ਮੰਡੀਆਂ ਚੱਲਦੀਆਂ ਨੇ। ਉਹਨਾਂ 'ਚੋਂ ਕੁਛ ਇੱਕ ਸੂਬਿਆਂ ਜਿਵੇਂ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼ ਤੇ ਕੁਛ ਹੋਰ ਸੂਬਿਆਂ ਵਿੱਚ ਇਹ ਜਿਹੜਾ ਹੈਗਾ ਕਣਕ ਅਤੇ ਧਾਨ ਦੀ ਖਰੀਦ ਇਹਨਾਂ ਮੰਡੀਆਂ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਕੇਂਦਰ ਸਰਕਾਰ ਹਰੇਕ ਸਾਲ ਅਨਾਉਂਸ ਕਰਦੀ ਹੈ ਉਹਦੇ ਉੱਤੇ ਹੋ ਰਹੀ ਹੈ। ਤੇ ਇਹਨਾਂ ਮੰਡੀਆਂ ਦੇ ਵਿੱਚ APMC ਮੰਡੀਆਂ ਦੇ ਵਿੱਚ ਇਹਨਾਂ ਖੇਤੀਬਾੜੀ ਜਿਣਸਾਂ ਦੀ ਖਰੀਦ ਵੇਚ ਕੁਛ ਊਣਤਾਈਆਂ ਹੈਗੀਆਂ, ਪਰ ਇਹਦਾ ਭਾਵ ਇਹ ਨਹੀਂ ਕਿ ਜੇ ਉਹ ਊਣਤਾਈਆਂ ਨੇ ਤਾਂ ਇਹ ਬਣੇ ਬਣਾਏ ਸਿਸਟਮ ਨੂੰ ਬਿਲਕੁਲ ਹੀ ਨਕਾਰ ਦਿੱਤਾ ਜਾਵੇ ਅਤੇ ਇੱਕ ਹੋਰ ਸਿਸਟਮ ਲਿਆਂਦਾ ਜਾਵੇ ਜਿਹਦੇ ਬਾਰੇ ਇਹ ਵਿਚਾਰ ਕਰਨ ਤੋਂ ਬਿਨਾਂ ਹੀ ਉਹਨੂੰ ਲਾਗੂ ਕਰ ਦਿੱਤਾ ਜਾਵੇ। ਉਹਨੂੰ ਖੁੱਲੀ ਮੰਡੀ ਦਾ ਨਾਂ ਦਿੱਤਾ ਜਾਂਦਾ ਹੈ, ਜਾਂ ਉਹਨੂੰ ਕੁਛ ਕ੍ਰਿਟਿਕ ਤਾਂ ਬੇਲਗਾਮ ਮੰਡੀ ਵੀ ਕਹਿੰਦੇ ਨੇ। ਜੇ ਖੁੱਲੀ ਮੰਡੀ ਦੀ ਗੱਲ ਕਰਨੀ ਹੈ, ਅੱਜ APMC ਮੰਡੀਆਂ ਦੇ ਵਿੱਚ ਜਿਹੜੀ ਇਹ ਖੇਤੀਬਾੜੀ ਜਿਣਸਾਂ ਦੀ ਖਰੀਦ ਵੇਚ ਹੁੰਦੀ ਹੈ ਤੇ ਉਹਦੇ ਵਿੱਚ ਘੱਟੋ ਘੱਟ ਜਿੰਨੀ ਜੇ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼, ਕੁਛ ਹੋਰ ਸੂਬਿਆਂ ਦੇ ਕੁਛ ਮੰਡੀਆਂ ਵਿੱਚ ਕਿ ਘੱਟੋ ਘੱਟ ਉਹ ਕੀਮਤਾਂ ਮਿਲਦੀਆਂ ਨੇ। ਜੇ ਨਿੱਜੀ ਮੰਡੀਆਂ ਉਹਦੇ ਨਾਲ ਹੋਣਗੀਆਂ ਤਾਂ ਜਿਹੜੀਆਂ APMC ਮੰਡੀਆਂ ਦੇ ਵਿੱਚ ਫੀਸ ਲੱਗਦੀ ਹੈ ਤੇ ਐਗਰੀਕਲਚਰ ਮਾਰਕੀਟਿੰਗ ਬੋਰਡ ਨੂੰ ਉਦੋਂ ਪੈਸੇ ਆਉਂਦੇ ਨੇ, ਉਹ ਉਹਨਾਂ ਖਰੀਦਣ ਵਾਲਿਆਂ ਤੇ ਬਿਲਕੁਲ ਨਹੀਂ ਲੱਗਣਗੇ। ਇਹ ਜੇ ਮੰਨ ਲਓ ਤਕਰੀਬਨ 1900 ਰੁਪਏ ਫਸਲ ਵਿਕਦੀ ਹੈ ਤਾਂ 190 ਰੁਪਏ ਦੇ ਕਰੀਬ ਉਹਤੇ ਖਰਚਾ ਪੈ ਜਾਂਦਾ ਹੈ। ਜਦੋਂ ਨਿੱਜੀ ਮੰਡੀਆਂ ਹੋਣਗੀਆਂ ਤਾਂ ਉਹਨਾਂ ਤੇ ਇਹ ਖਰਚਾ ਨਹੀਂ ਪਊਗਾ। ਇਹ ਥੋੜੇ ਸਮੇਂ ਲਈ ਕਿਸਾਨਾਂ ਨੂੰ ਉਲਝਾਉਣ ਲਈ ਜਾਂ ਉਹਨਾਂ ਨੂੰ ਇਲੂਜਨ ਦੇਣ ਲਈ, ਮਿਰਗ ਦਰਸ਼ਨਾਂ 'ਚ ਲਿਆਉਣ ਲਈ ਇਹ ਹੈ ਕਿ 190 ਚੋਂ ਕੁਛ ਪੈਸੇ 1900 ਦੀ ਬਜਾਏ 100 ਰੁਪਇਆ ਹੋਰ ਪਾ ਕੇ ਉਹਨੂੰ 2000 ਦੇ ਦਿੱਤਾ ਜਾਵੇ। ਕਿਸਾਨ APMC ਦੀਆਂ ਮੰਡੀਆਂ ਜਾਣ ਤੋਂ ਹਟ ਕੇ ਨਿੱਜੀ ਮੰਡੀਆਂ ਵੱਲ ਨੂੰ ਆਕਰਸ਼ਿਤ ਹੋਣਗੇ ਕਿਉਂਕਿ 100 ਰੁਪਇਆ ਫਾਲਤੂ ਮਿਲਦਾ। ਪਰ ਬਾਅਦ ਦੇ ਵਿੱਚ ਕੀ ਹੋਊਗਾ, APMC ਮੰਡੀਆਂ ਨੇ ਜਿਹੜੀਆਂ ਉਹ ਬੰਦ ਹੋਣ ਦੇ ਕਿਨਾਰੇ ਪਹੁੰਚ ਜਾਣਗੀਆਂ, ਕਿਉਂਕਿ ਉਹਨਾਂ ਦੇ ਵਿੱਚ ਕਿਸਾਨਾਂ ਨੇ ਜਾਣਾ ਹੀ ਨਹੀਂ ਹੈਗਾ। ਉਹਨਾਂ ਨੂੰ ਉੱਥੇ ਕੀਮਤ 1900 ਮਿਲਦੀ ਹੈ, ਇੱਧਰ 2000 ਦੇ ਲੈਵਲ ਆਉਣੇ ਮਿਲੂਗੀ। ਪਰ ਜਦੋਂ ਇਹ ਮੰਡੀਆਂ ਬੰਦ ਹੋ ਗਈਆਂ ਤਾਂ ਉਸ ਤੋਂ ਬਾਅਦ ਕੀ ਫੇਰ 1900 ਦਾ 2000 ਮਿਲਦਾ ਰਹੂਗਾ ਜਾਂ ਕੁਝ ਹੋਰ ਹੋਊਗਾ? ਇਹਦੇ ਲਈ ਸਾਨੂੰ ਬਹੁਤ ਦੂਰ ਜਾਣ ਦੀ ਲੋੜ ਨਹੀਂ, ਬਿਹਾਰ ਦਾ ਤਜਰਬਾ ਦੇਖ ਲੈਣਾ ਚਾਹੀਦਾ। ਬਿਹਾਰ ਨੇ APMC ਮੰਡੀਆਂ ਦਾ ਭੋਗ ਪਾ ਕੇ ਨਿੱਜੀ ਮੰਡੀਆਂ ਲਿਆਂਦੀਆਂ ਸੀ ਤੇ ਉੱਥੇ ਕਿਸਾਨਾਂ ਦੀ ਬਹੁਤ ਦੂਰ ਦਸ਼ਾ ਹੋ ਰਹੀ ਹੈ ਤੇ ਉੱਥੋਂ ਦੇ ਕਿਸਾਨ ਆਪਦੀਆਂ ਜਿਣਸਾਂ ਟਰੱਕਾਂ 'ਚ ਜਾਂ ਹੋਰ ਸਾਧਨਾਂ ਰਾਹੀਂ ਪਾ ਕੇ ਪੰਜਾਬ, ਹਰਿਆਣੇ 'ਚ ਵੇਚਣ ਆਉਂਦੇ ਵੀ ਦੇਖੇ ਗਏ ਨੇ। ਪਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਕਿਸਾਨ ਆਪਦੀ ਫਸਲ ਕਿਸੇ ਵੀ ਜਗ੍ਹਾ ਜਾ ਕੇ ਵੇਚ ਸਕਣਗੇ ਜਿੱਥੇ ਉਹਨਾਂ ਨੂੰ ਵੱਧ ਕੀਮਤ ਮਿਲਦੀ ਹੋਊਗੀ। ਉਹਦੇ ਬਾਰੇ ਜਾਣ ਲੈਣਾ ਬਹੁਤ ਹੀ ਜ਼ਰੂਰੀ ਹੈ ਕਿ ਸਾਡੇ ਦੇਸ਼ ਦੇ ਕਿਸਾਨ ਵੱਧ ਕੀਮਤਾਂ ਮਿਲਣ ਵਾਲੀਆਂ ਮੰਡੀਆਂ 'ਚ ਜਾ ਕੇ ਆਪਦੀ ਜਿਣਸ ਵੇਚ ਵੀ ਸਕਣਗੇ ਜਾਂ ਨਹੀਂ। ਜੇ ਪੂਰੇ ਦੇਸ਼ ਦੀ ਗੱਲ ਕਰੀਏ 50% ਦੇ ਕਰੀਬ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ। ਜੇ ਕਿਸਾਨਾਂ ਦੀ ਗੱਲ ਕਰੀਏ, ਕਿਸਾਨਾਂ ਦੇ ਵਿੱਚੋਂ
86% ਤੋਂ ਵੱਧ ਕਿਸਾਨ ਸੀਮਾਂਤ ਜਾਂ ਛੋਟੇ ਕਿਸਾਨ ਨੇ। ਸੀਮਾਂਤ ਕਿਸਾਨ ਉਹ ਜਿਨ੍ਹਾਂ ਕੋਲ 2.5 ਏਕੜ ਤੱਕ ਜ਼ਮੀਨ ਹੈ, ਜਿਹੜੇ 68% ਨੇ, ਅਤੇ ਜਿਹੜੇ ਦੂਜੇ ਜਿਹੜੇ ਹੈਗੇ ਇਸ ਛੋਟੇ ਕਿਸਾਨ ਜਿਨ੍ਹਾਂ ਕੋਲ 2.5 ਏਕੜ ਤੋਂ ਲੈ ਕੇ 5 ਏਕੜ ਤੋਂ ਘੱਟ ਤੱਕ ਜ਼ਮੀਨ ਹੈ, ਉਹ 18% ਦੇ ਕਰੀਬ ਨੇ। ਕੁੱਲ ਮਿਲਾ ਕੇ 86% ਤੋਂ ਥੋੜ੍ਹੇ ਵੱਧ ਬਣਦੇ ਨੇ। ਜੇ ਇਹਨਾਂ ਕਿਸਾਨਾਂ ਦੀ ਗੱਲ ਕਰੀਏ ਕਿ ਇਹ ਕਿਸਾਨ ਆਪਦੀ ਜਿਣਸ ਨੂੰ ਵੱਧ ਕੀਮਤਾਂ ਵਾਲੀਆਂ ਮੰਡੀਆਂ 'ਚ ਲਿਜਾ ਕੇ ਵੇਚ ਸਕਣਗੇ, ਇਹ ਤਾਂ ਹੁਣ ਵੀ ਜਿਹੜਾ ਵੱਖ-ਵੱਖ ਸੂਬਿਆਂ ਦਾ ਤਜਰਬਾ ਹੈ ਉਹ ਇਹ ਦੱਸਦਾ ਹੈ ਕਿ ਜਦੋਂ ਇਹਨਾਂ ਕਿਸਾਨਾਂ ਨੇ ਆਪਦੀ ਜਿਣਸ ਵੇਚਣੀ ਹੁੰਦੀ ਹੈ, ਇਹਦਾ ਕਿਰਾਏ ਦੀ ਟਰਾਲੀ ਜਾਂ ਹੋਰ ਸਾਧਨ ਦੀ ਉਡੀਕ 'ਚ ਵੀ ਕਈ ਵਾਰੀ ਲੇਟ ਹੋ ਜਾਂਦੇ ਹੈ ਕਿ ਉਹਨਾਂ ਨੂੰ ਉਹ ਸਾਧਨ ਮਿਲਣ 'ਚ ਵੀ ਦੇਰ ਹੋ ਜਾਂਦੀ ਹੈ ਜਿਹੜੀ ਨੇੜੇ ਦੀ ਮੰਡੀ ਲਿਜਾਣੀ ਹੁੰਦੀ ਹੈ। ਤੇ ਜੇ ਵੱਧ ਕੀਮਤ ਵਾਲੀ ਮੰਡੀ ਦੂਰ ਹੋਊਗੀ, ਜਿਹੜੇ ਆਪਦੇ ਨੇੜੇ ਦੀ ਮੰਡੀ 'ਚ ਨਹੀਂ ਲਿਜਾ ਸਕਦੇ ਤਾਂ ਉਹ ਦੂਰ ਵਾਲੀ ਮੰਡੀ 'ਚ ਕਿੱਥੋਂ ਲਿਜਾ ਸਕਣਗੇ। ਇਸ ਤੋਂ ਬਿਨਾਂ ਦੂਜੀ ਵੱਡੀ ਗੱਲ, ਜਿਹੜੇ ਇਹ ਕਿਸਾਨ ਨੇ, ਇਹਨਾਂ 'ਚੋਂ ਬਹੁਤੇ ਕਿਸਾਨ ਉਹ ਹੈ ਜਿਨ੍ਹਾਂ ਕੋਲ ਵੇਚਣ ਲਈ ਬਹੁਤ ਘੱਟ ਹੁੰਦਾ। ਕੁਝ ਕਿਸਾਨ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਆਪਦੀਆਂ ਮੌਕੇ ਦੀ ਮੌਕੇ ਜ਼ਰੂਰੀ ਲੋੜਾਂ, ਜਿਵੇਂ ਨਮਕ ਹੈ, ਤੇਲ ਹੈ, ਕੱਪੜਾ ਹੈ, ਦਵਾਈ ਦੇ ਲਈ ਪੈਸੇ ਚਾਹੀਦੇ ਹੈ, ਉਹਦੇ ਲਈ ਸਾਲ ਭਰ ਦਾ ਜਿਹੜਾ ਰਾਸ਼ਨ ਰੱਖਿਆ ਹੋਇਆ ਹੈ ਉਹਦੇ ਵਿੱਚੋਂ ਵੀ ਕੁਝ ਵੇਚ ਕੇ ਆਪਦੀਆਂ ਲੋੜਾਂ ਪੂਰੀਆਂ ਕਰਦੇ। ਬਾਅਦ ਦੇ ਵਿੱਚ ਉਹ ਮੰਡੀ 'ਚੋਂ ਖਰੀਦ ਕੇ ਆਪਦੀਆਂ ਰਾਸ਼ਨ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਜਿਹੜੇ ਅਜਿਹੇ ਕਿਸਾਨ ਹੋਣਗੇ ਮੌਕੇ ਦੀ ਮੌਕੇ ਤਾਂ ਉਹ ਵੇਚਣਗੇ, ਪਰ ਬਾਅਦ ਦੇ ਵਿੱਚ ਤਾਂ ਨਿੱਜੀ ਮੰਡੀਆਂ 'ਚੋਂ ਗਿਆ ਹੋਇਆ ਮਾਲ ਜਦੋਂ ਵਪਾਰੀਆਂ ਦੇ ਸਟਾਕ ਚੱਲ ਜਾਊਗਾ ਤੇ ਉਹਦੀਆਂ ਕੀਮਤਾਂ ਵਧਣਗੀਆਂ, ਫਿਰ ਉਹਨਾਂ ਨੂੰ ਵੱਧ ਕੀਮਤਾਂ ਵਾਲਾ ਮਾਲ ਵੀ ਖਰੀਦਣਾ ਪਊਗਾ। ਉਹ ਕਿੱਥੋਂ ਖਰੀਦ ਸਕਣਗੇ। ਤੇ ਸਾਡੇ ਦੇਸ਼ 'ਚ ਕੁਝ ਕਿਸਾਨ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਕੋਲ ਵੇਚਣ ਲਈ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਹੈ। ਪਰ ਗੱਲ ਇੱਥੇ ਨਹੀਂ ਮੁੱਕਦੀ। ਇਹ ਗੱਲ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ। ਖੇਤੀਬਾੜੀ ਖੇਤਰ ਦੇ ਵਿੱਚ ਇਹ 3 ਵਰਗ ਨੇ ਜਿਨ੍ਹਾਂ ਤੋਂ ਬਿਨਾਂ ਖੇਤੀਬਾੜੀ ਸੰਭਵ ਨਹੀਂ ਹੈਗੀ। ਇਹ 3 ਵਰਗ ਕਿਹੜੇ-ਕਿਹੜੇ ਨੇ? ਕਿਸਾਨ ਨੇ, ਖੇਤ ਮਜ਼ਦੂਰ ਨੇ ਤੇ ਪਿੰਡੂ ਛੋਟੇ ਕਾਰੀਗਰ ਹੈ। ਜਿਹੜੀ ਖੇਤੀਬਾੜੀ ਆਰਥਿਕਤਾ ਹੈ ਉਹਦੀ ਪੌੜੀ ਦੇ ਥੱਲੇ ਵਾਲੇ 2 ਡੰਡੇ ਕਿਸਾਨ, ਖੇਤ ਮਜ਼ਦੂਰ ਅਤੇ ਪਿੰਡੂ ਛੋਟੇ ਕਾਰੀਗਰ, ਉਹਨਾਂ ਬਾਰੇ ਤਾਂ ਇਹਨਾਂ ਆਰਡੀਨੈਂਸ 'ਚ ਕੋਈ ਗੱਲ ਹੀ ਨਹੀਂ ਹੈਗੀ ਜਾਂ ਸਰਕਾਰ ਦੀਆਂ ਨੀਤੀਆਂ 'ਚ ਕੋਈ ਗੱਲ ਨਹੀਂ। ਇਹ ਉਹ 2 ਡੰਡੇ ਨੇ ਖੇਤੀਬਾੜੀ ਆਰਥਿਕਤਾ ਦੀ ਪੌੜੀ ਦੇ ਥੱਲੇ ਵਾਲੇ, ਉਹ ਡੰਡੇ ਨੇ ਜਿਹੜੇ ਘਸਦੇ ਵੀ ਜ਼ਿਆਦਾ, ਟੁੱਟਦੇ ਵੀ ਜ਼ਿਆਦਾ, ਜਿਨ੍ਹਾਂ ਦੇ ਠੁੱਡੇ ਵੀ ਜ਼ਿਆਦਾ ਮਾਰੇ ਜਾਂਦੇ ਆ। ਸੋ ਇਹਨਾਂ ਕੋਲ ਤਾਂ ਵੇਚਣ ਲਈ ਆਪਦੀ ਕਿਰਤ ਤੋਂ ਇਲਾਵਾ ਕੁਝ ਹੁੰਦਾ ਹੀ ਨਹੀਂ। ਇਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਫਰਕ ਪੈਣਾ, ਕਿਉਂਕਿ ਇਹਨਾਂ ਨਾਲ ਤਾਂ ਇਹ ਆਰਡੀਨੈਂਸ ਇਹਨਾਂ ਤੇ ਲਾਗੂ ਹੀ ਨਹੀਂ ਹੋਣੇ। ਸੋ ਉਹ ਵਰਗ ਵੀ ਇਹ ਤੋਂ ਬਾਹਰ ਜਾਣਗੇ। ਤੇ ਇਸ ਲਈ ਕਿਸਾਨੀ ਦਾ ਬਹੁਤਾ ਵੱਡਾ ਹਿੱਸਾ ਜਿਹੜੀ ਨਿੱਜੀ ਮੰਡੀਆਂ ਦੀ ਗੱਲ ਹੈ ਉਹ ਤੋਂ ਜਿਹੜੇ ਲਾਭ ਦੱਸੇ ਜਾ ਰਹੇ ਉਹਨਾਂ ਤੋਂ ਦੂਰ ਹੋਊਗਾ। ਪਰ ਨਿੱਜੀ ਮੰਡੀਆਂ ਦੇ ਦੱਸੇ ਗਏ ਲਾਭਾਂ ਤੇ ਯਕੀਨ ਕਰਨਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੋਊਗੀ। ਜਿਹੜੇ ਸਾਡੇ ਸਬਜੈਕਟ ਦੇ ਵਿੱਚ ਕਲਾਸੀਕਲ ਅਰਥ ਵਿਗਿਆਨੀ ਸੀ, ਉਹ ਵੀ ਲੈਸਨ ਫੇਅਰ ਫਿਲਾਸਫੀ ਦੀ ਗੱਲ ਕਰਦੇ ਸੀ, ਜਿਹਦਾ ਭਾਵ ਇਹ ਹੈ ਕਿ ਸਰਕਾਰ ਆਰਥਿਕ ਕਿਰਿਆਵਾਂ 'ਚ ਦਖਲ ਨਾ ਦੇਵੇ। ਉਹ ਇਹ ਮੰਨਦੇ ਸੀ ਕਿ ਸਾਰੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਸਿਰਫ ਤੇ ਸਿਰਫ ਮੰਡੀ ਹੁੰਦੀ ਹੈ। ਉਹਨਾਂ ਦਾ ਭਾਵ ਇਹ ਸੀ ਕਿ ਜਿਹੜੀ ਪੂਰਤੀ ਹੈ ਆਪਦੀ ਮੰਗ ਆਪ ਪੈਦਾ ਕਰਦੀ ਹੈ, ਜਿਹਦੇ ਕਰਕੇ ਨਾ ਤਾਂ ਲੋੜ ਤੋਂ ਵੱਧ ਉਤਪਾਦਨ ਹੁੰਦਾ ਤੇ ਨਾ ਹੀ ਕਦੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਹੁੰਦੀ ਹੈ। ਇਹ ਤਾਂ ਬਹੁਤ ਬੁਰੀ ਤਰ੍ਹਾਂ ਗਲਤ ਸਾਬਤ ਹੋ ਗਿਆ। ਇਸੇ ਕਰਕੇ 1930 ਦੀ ਵੱਡੀ ਮੰਦੀ ਆਈ, ਜਿਹਨੇ ਇਹ ਸਿੱਧ ਕਰਤਾ ਕਿ ਸਰਕਾਰ ਨੂੰ ਆਰਥਿਕ ਕਿਰਿਆਵਾਂ 'ਚ ਦਖਲ ਦੇਣਾ ਚਾਹੀਦਾ ਹੈ। ਉਸ ਸਮੇਂ ਦੇ ਪ੍ਰਸਿੱਧ ਅਰਥ ਵਿਗਿਆਨੀ JM ਕੇਨਜ਼ ਨੇ ਇਹ ਗੱਲ ਸਾਹਮਣੇ ਲਿਆਂਦੀ ਕਿ ਪਬਲਿਕ ਜਿਹੜਾ ਜਨਤਕ ਖੇਤਰ ਹੈ ਉਹਨੂੰ ਵਧਾਉਣਾ ਪਊਗਾ ਅਤੇ ਨਿੱਜੀ ਖੇਤਰ ਦੇ ਨੱਥ ਪਾਉਣੀ ਪਊਗੀ, ਤਾਂ ਜਾ ਕੇ ਆਰਥਿਕ ਮੰਦੀ ਉੱਪਰ ਕਾਬੂ ਪਾਇਆ। ਫਿਰ ਕਾਬੂ ਪਾਇਆ ਵੀ ਇਸ ਤਰ੍ਹਾਂ ਹੀ ਗਿਆ ਸੀ। ਤੇ ਇਸ ਕਰਕੇ ਜਿਹੜੀਆਂ ਮਿਸ਼ਰਤ ਅਰਥ ਵਿਵਸਥਾ ਨੇ ਉਹ ਹੋਂਦ ਵਿੱਚ ਆਈਆਂ। ਪਰ ਜਿਹੜਾ ਹੁਣ ਕੁਝ ਹੋ ਰਿਹਾ ਉਹ ਤਾਂ ਨਿੱਜੀ ਮੰਡੀ ਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਜਿਸ ਤਰ੍ਹਾਂ ਕਿਸਾਨਾਂ ਦੀਆਂ ਸਾਰੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਨਿੱਜੀ ਮੰਡੀ ਹੋਵੇ। ਪਰ ਨਿੱਜੀ ਮੰਡੀ ਦਾ ਸਾਨੂੰ ਪਹਿਲਾਂ ਦੱਸਤਾ ਸੀ। ਉਸ ਤੋਂ ਬਾਅਦ ਜਦੋਂ ਮੁੜ ਕੇ ਫਿਰ ਇਹ ਸਿਰਫ ਸਰਮਾਏਦਾਰੀ ਸਿਸਟਮ ਮੁੜ ਸਰਜੀਤ ਨਹੀਂ ਹੋਇਆ, ਸਗੋਂ ਉਹਦਾ ਵਿਗੜਿਆ ਹੋਇਆ, ਬਹੁਤ ਹੀ ਵਿਗੜਿਆ ਹੋਇਆ ਰੂਪ ਕਾਰਪੋਰੇਟ ਆਰਥਿਕ ਵਿਕਾਸ ਪ੍ਰਬੰਧ ਸਾਡੇ ਸਾਹਮਣੇ ਆਇਆ। ਉਹਨੇ ਤਾਂ ਦੁਨੀਆ 'ਚ ਹਾਹਾਕਾਰ ਮਚਾਤੀ ਹੈ। ਉੱਪਰਲੇ 1% ਤੇ ਬਾਕੀ ਦੇ 99% ਦੀਆਂ ਆਰਥਿਕ ਸਮਾਨਤਾਵਾਂ ਦਾ ਜਿਹੜਾ ਖੱਪਾ ਹੈ ਉਹਨੂੰ ਬਹੁਤ ਵਧਾਇਆ। ਇਸ ਲਈ ਜਿਹੜੀਆਂ ਨਿੱਜੀ ਮੰਡੀਆਂ ਨੇ ਉਹ ਕਿਸਾਨਾਂ ਦੇ ਭਲੇ ਲਈ ਨਹੀਂ ਆ ਰਹੀਆਂ, ਉਹ ਤਾਂ ਵਪਾਰੀਆਂ ਦੇ ਜਾਂ ਵਪਾਰੀਆਂ ਵਰਗੇ ਹੋਰ ਵਰਗਾਂ ਦੇ ਭਲੇ ਲਈ ਆ ਰਹੀਆਂ ਨੇ। ਉਹ ਕਿਸਾਨਾਂ ਦਾ ਭਲਾ ਕਿਵੇਂ ਕਰ ਸਕਦੀਆਂ ਨੇ? ਮੰਡੀਆਂ ਦਾ ਜਿਹੜੀਆਂ ਸਰਕਾਰ ਨੇ ਬਣਾਈਆਂ ਨੇ, ਅੱਜ ਦੇਸ਼ ਦਾ ਇਤਿਹਾਸ ਹੀ ਦੱਸਦਾ ਹੈ, ਉਹੀ ਕਿਸਾਨਾਂ ਦੇ ਹੱਕ 'ਚ ਨੇ। ਇਸ ਤੋਂ ਬਿਨਾਂ ਦੂਜਾ ਵੱਡਾ ਨੁਕਸਾਨ ਉਹ ਇਹ ਹੈ ਕਿ ਇਹਨਾਂ ਮੰਡੀਆਂ 'ਚ ਐਗਰੀਕਲਚਰ ਮਾਰਕੀਟਿੰਗ ਬੋਰਡ ਜਿਹੜਾ ਹੈਗਾ ਉਹ ਕੰਮ ਕਰਦੇ ਨੇ। ਇਹ ਉਹਨਾਂ ਦੀ ਆਮਦਨ ਆਉਂਦੀ ਹੈ। ਜਿਵੇਂ ਪੰਜਾਬ ਦੇ ਵਿੱਚ
ਐਗਰੀਕਲਚਰ ਮਾਰਕੀਟਿੰਗ ਬੋਰਡ ਦੀ 2020-21 ਦੀ ਆਮਦਨ ਹੈ ਜਿਹੜੀ ਉਹ ਲਗਭਗ 3900 ਕਰੋੜ ਰੁਪਏ ਹੈਗੀ। ਇਹ ਸਾਰਾ ਜਿਹੜਾ ਪੈਸਾ ਹੈ ਉਹ ਪਿੰਡੂ ਵਿਕਾਸ ਜਿਹੜੀਆਂ ਲਿੰਕ ਰੋਡਸ ਨੇ, ਪੰਜਾਬ ਪੂਰੇ ਦੇਸ਼ ਦਾ ਇੱਕੋ ਇੱਕ ਸੂਬਾ ਹੈ ਜਿੱਥੇ ਹਰੇਕ ਪਿੰਡ ਲਿੰਕ ਰੋਡ ਨਾਲ, ਮੇਨ ਰੋਡ ਅਤੇ ਮੰਡੀ ਨਾਲ ਜੁੜਿਆ ਹੈ, ਜਿਸ ਕਰਕੇ ਐਗਰੀਕਲਚਰ ਮਾਰਕੀਟਿੰਗ ਸਭ ਤੋਂ ਵਧੀਆ ਪੰਜਾਬ ਦੀ ਉਹ ਮੰਨੀ ਜਾਂਦੀ ਹੈਗੀ। ਉਹਨਾਂ ਲਿੰਕ ਰੋਡ ਨੂੰ ਮੇਨਟੇਨ ਕਰਨਾ, ਉਹਨਾਂ ਨੂੰ ਹੋਰ ਇੰਪਰੂਵ ਕਰਨਾ ਤੇ ਮੰਡੀਆਂ ਦੇ ਸ਼ੈੱਡ ਬਣਾਉਣੇ, ਮੰਡੀਆਂ ਦੇ ਫੜ ਬਣਾਉਣੇ, ਉੱਥੇ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਨਾ, ਕਿਸਾਨਾਂ ਦੇ ਰਹਿਣ ਦਾ ਇੰਤਜ਼ਾਮ ਕਰਨਾ ਅਤੇ ਮੰਡੀ ਵਿੱਚ ਬਹੁਤ ਸਾਰੇ ਕਾਮਿਆਂ ਨੂੰ ਰੁਜ਼ਗਾਰ ਦੇਣਾ, ਪੱਲੇਦਾਰ ਜਾਂ ਹੋਰ ਨੇ ਜਿਹੜੇ ਉਹਨਾਂ ਦਾ ਰੁਜ਼ਗਾਰ ਹੈਗਾ। ਇਸ ਤਰ੍ਹਾਂ ਹੀ ਹੋਰ ਬਹੁਤ ਲੋਕ ਉਹਦੇ ਡਿਪੈਂਡੈਂਟ ਹੈ। ਇਸ ਤੋਂ ਬਿਨਾਂ ਪਿੰਡਾਂ ਦੀਆਂ ਗਲੀਆਂ ਨਾਲੀਆਂ, ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹਦੇ ਵਿੱਚ ਜ਼ਿਆਦਾ ਪੈਸਾ ਐਗਰੀਕਲਚਰ ਮਾਰਕੀਟਿੰਗ ਬੋਰਡ ਦਾ ਆਉਂਦਾ। ਜੇ APMC ਮੰਡੀਆਂ ਖਤਮ ਹੋ ਗਈਆਂ, ਉੱਥੇ ਕੰਮ ਕਰਨ ਵਾਲੇ ਕਾਮੇ ਬੇਰੁਜ਼ਗਾਰ ਹੋਣਗੇ, ਉਹਨਾਂ ਨੂੰ ਰੁਜ਼ਗਾਰ ਕਿੱਥੇ ਮਿਲੂਗਾ? ਸਾਡੇ ਉਦਯੋਗਾਂ 'ਚ ਤਾਂ ਪਹਿਲੇ ਰੁਜ਼ਗਾਰ ਨਹੀਂ। ਆ ਕਰੋਨਾ ਮਹਾਮਾਰੀ ਆਈ ਸੀ, ਇਹਦੇ ਨਾਲ 15 ਦਿਨਾਂ ਦੀ ਰੋਟੀ ਸਾਡੇ ਉਦਯੋਗ, ਸਾਡੇ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਨੂੰ ਦੇ ਨਹੀਂ ਸਕੇ, ਜਿਸ ਕਰਕੇ ਸਾਡੇ ਜਿਹੜੇ ਮਜ਼ਦੂਰ ਸੀ 1000 ਤੋਂ 1500 ਕਿਲੋਮੀਟਰ ਤੁਰਦੇ, ਐਕਸੀਡੈਂਟ ਨਾਲ ਮਰਦੇ ਤੇ ਸੜਦੇ ਦੇਖੇ ਗਏ ਨੇ। ਇਸ ਲਈ ਜਿਹੜੀ ਇਹ ਗੱਲ, ਇਹ ਧਾਰਨਾ ਲੈ ਕੇ ਚੱਲੀ ਜਾ ਰਹੀ ਹੈ ਕਿ ਇਹ ਮੰਡੀਆਂ ਸਾਰੇ ਕਾਸ ਦਾ ਹੱਲ ਹੋਣਗੀਆਂ, ਇਹ ਮੰਡੀਆਂ ਬਾਰੇ ਗਲਤ ਧਾਰਨਾ ਬਣਾਈ ਜਾ ਰਹੀ ਹੈ। ਤੇ ਜਦੋਂ ਕਿ ਅਸਲੀਅਤ ਇਹੀ ਹੈਗੀ ਕਿ ਜਿਹੜੀਆਂ ਸਰਕਾਰੀ ਮੰਡੀਆਂ ਨੇ, ਇਹ ਜਿੱਥੇ ਐਗਰੀਕਲਚਰ APMC ਐਕਟ ਲਾਗੂ ਹੁੰਦਾ ਉਹਦੇ ਨਾਲ ਦਿਹਾਤੀ ਵਿਕਾਸ ਵੀ ਹੋ ਰਿਹਾ ਹੈ। ਕੁਝ ਸਮੇਂ ਲਈ ਇਹ ਮਿਰਗ ਦਰਸ਼ਨਾਂ ਦਿਖਾਈ ਜਾ ਸਕਦੀ ਹੈ, ਪਰ ਲੰਬੇ ਟਾਈਮ ਨਹੀਂ ਉਹ ਰਹਿਣਾ ਨਹੀਂ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ, ਜਿਹੜਾ ਬਿਹਾਰ ਦਾ ਤਜਰਬਾ ਹੈ ਉਹ ਸ਼ਰੇਆਮ ਇਹ ਦੱਸ ਰਿਹਾ ਹੈ ਕਿ ਇਹ ਗੱਲਾਂ ਗਲਤ ਨੇ। ਤੇ ਅੱਜ ਸਾਰੀ ਦੁਨੀਆ 'ਚ ਆਰਥਿਕ ਵਿਕਾਸ ਬਾਰੇ ਜਾਂ ਅਰਥਚਾਰਿਆਂ ਬਾਰੇ ਹਾਹਾਕਾਰ ਮੱਚੀ ਹੋਈ ਹੈ ਤੇ ਉਹਦੇ ਵਿੱਚ ਜਿਹੜਾ ਕਾਰਪੋਰੇਟ ਸੈਕਟਰ ਹੈ ਉਹ ਹੋਰ ਹਲੂਣੇ ਦੇ ਦੇ ਕੇ ਲੋਕਾਂ ਨੂੰ ਝੰਜੋੜ ਰਿਹਾ ਹੈ। ਤੇ ਲੋੜ ਤਾਂ ਹੈਗੀ ਤੋਂ ਬਚਣ ਦੀ। ਜਿਹੜਾ ਨਿੱਜੀ ਮੰਡੀਆਂ ਬਾਰੇ ਗੱਲ ਕੀਤੀ ਗਈ ਹੈ, ਤਿੰਨੇ ਆਰਡੀਨੈਂਸਿਸ ਬਾਰੇ ਮੈਂ ਇੱਕ ਗੱਲ ਕਰਾਂ। ਸਾਡੇ ਦੇਸ਼ ਦੇ ਸੰਵਿਧਾਨ ਬਣਾਉਣ ਵਾਲਿਆਂ ਨੇ ਬਹੁਤ ਸੋਚ ਸਮਝ ਕੇ ਸਾਡੇ ਭੂਗੋਲਿਕ ਵਖਰੇਵਿਆਂ, ਸਾਡੇ ਸੱਭਿਆਚਾਰਕ ਵਖਰੇਵਿਆਂ, ਸਾਡੇ ਵੱਖ-ਵੱਖ ਵਖਰੇਵਿਆਂ ਕਰਕੇ ਸੰਘੀ ਢਾਂਚੇ ਦੀ ਸਥਾਪਨਾ ਕੀਤੀ। ਸੰਘੀ ਢਾਂਚੇ ਨੂੰ ਇਹ ਵੱਖ-ਵੱਖ ਸਮਿਆਂ ਉੱਪਰ ਢਾਹ ਲਾਈ ਜਾਂਦੀ ਆ ਰਹੀ ਹੈ। ਪਰ ਜਿਹੜੇ ਇਹ ਤਿੰਨੇ ਆਰਡੀਨੈਂਸਿਸ ਹੈ, ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਹੈ, ਉਹ 'ਚ ਇਹ ਪ੍ਰੋਵੀਜ਼ਨ ਹੈ ਕਿ ਕੇਂਦਰ ਸਰਕਾਰ ਅੱਤ ਦੀ ਲੋੜ ਦੇ ਵਿੱਚ ਆਰਡੀਨੈਂਸ ਜਾਰੀ ਕਰ ਸਕਦੀ ਹੈ। ਪਰ ਹੁਣ ਸਮਝ ਨਹੀਂ ਆਉਂਦੀ ਕਿ ਕਣਕ ਦੀ ਖਰੀਦ ਹੋ ਚੁੱਕੀ ਸੀ, ਹੁਣ ਕਿਹੜੀ ਅੱਤ ਦੀ ਲੋੜ ਸੀ ਜਿਹਦੇ ਵਿੱਚ ਆਰਡੀਨੈਂਸ ਲਿਆਉਣੇ ਸੀ। ਗੱਲ ਤਾਂ ਇਹ ਬਣਦੀ ਸੀ ਕਿ ਜੇ ਸਰਕਾਰ ਨੂੰ ਲੱਗਦਾ ਕਿ ਇਹ ਬਹੁਤ ਹੀ ਕਿਸਾਨਾਂ ਦੇ ਭਲੇ ਵਾਲੀ ਗੱਲ ਹੈ, ਪਹਿਲੀ ਗੱਲ ਤਾਂ ਇਹਨੂੰ ਪਾਰਲੀਮੈਂਟ ਲਿਆਇਆ ਜਾਂਦਾ। ਦੂਜੀ ਗੱਲ, ਸੂਬੇ, ਖੇਤੀਬਾੜੀ ਸੂਬਿਆਂ ਦਾ ਸਬਜੈਕਟ ਹੈ, ਇਹਨੂੰ ਸੂਬਿਆਂ ਦੇ ਸਰਕਾਰਾਂ ਨਾਲ ਗੱਲ ਕੀਤੀ ਜਾਂਦੀ। ਉਸ ਤੋਂ ਵੀ ਵੱਧ ਇਹ ਖੇਤੀਬਾੜੀ ਤਾਂ ਇਹ ਕਿਸਾਨਾਂ, ਖੇਤ ਮਜ਼ਦੂਰਾਂ, ਪਿੰਡ ਛੋਟੇ ਕਾਰੀਗਰਾਂ ਦੇ ਸਹਿਯੋਗ ਤੋਂ ਬਿਨਾਂ ਹੋ ਨਹੀਂ ਸਕਦੀ, ਉਹਦੇ ਜਥੇਬੰਦੀਆਂ ਨਾਲ ਵੀ ਗੱਲ ਕਰਨੀ ਬਣਦੀ ਸੀ। ਇਸ ਲਈ ਤਿੰਨਾਂ ਪੱਖਾਂ ਤੋਂ ਪੂਰੀ ਤਰ੍ਹਾਂ ਉਹਨਾਂ ਨੂੰ ਪਿੱਛੇ ਪਾਇਆ ਗਿਆ ਤੇ ਸੰਘੀ ਢਾਂਚੇ ਦੀ ਸੰਘੀ ਵੀ ਕੁੱਟੀ ਗਈ। ਇਹ 'ਚ ਕੁਛ ਇੱਕ ਉਹ ਪਾਰਟੀਆਂ ਜਿਹੜੀ ਸੰਘੀ ਢਾਂਚੇ ਦਾ ਅਹਿਦ ਲੈ ਕੇ ਚੱਲਦੀਆਂ ਸੀ, ਉਹ ਵੀ ਇਹਦੇ ਵਿੱਚ ਪਾਰਟੀ ਬਣੀਆਂ ਨੇ। ਇਹ ਇਸ ਲਈ ਇਹਦੀ ਨਾ ਤਾਂ ਕੋਈ ਅੱਤ ਦੀ ਲੋੜ ਸੀ ਤੇ ਨਾ ਜਿਹੜਾ ਕੁਝ ਹੋਣਾ ਚਾਹੀਦਾ ਸੀ ਪਾਰਲੀਮੈਂਟ ਦੇ ਵਿੱਚ ਵਿਚਾਰ ਵਟਾਂਦਰਾ ਹੋਣਾ ਚਾਹੀਦੀ, ਸੂਬਿਆਂ ਨਾਲ ਗੱਲਬਾਤ ਹੋਣੀ ਚਾਹੀਦੀ, ਤਿੰਨੇ ਵਰਗਾਂ ਨਾਲ ਗੱਲਬਾਤ ਹੋਣੀ ਚਾਹੀਦੀ ਸੀ। ਉਹ ਸਾਰਾ ਕੁਝ ਇਗਨੋਰ ਕੀਤਾ ਗਿਆ। ਇਸ ਲਈ ਜਿਹੜਾ ਹੈਗਾ, ਇਹ ਜਿਹੜੇ ਆਰਡੀਨੈਂਸਿਸ ਹੈ, ਇਹ ਜਿੱਥੇ ਇਹ ਮੰਡੀਆਂ ਦੇ ਰੂਪ 'ਚ ਨਿੱਜੀ ਮੰਡੀਆਂ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਆ ਕਿਸਾਨਾਂ ਦੇ ਭਲੇ ਦੇ ਨਾਂ 'ਤੇ, ਉੱਥੇ ਸੰਘੀ ਢਾਂਚੇ ਦੀ ਸੰਘੀ ਵੀ ਘੁੱਟ ਰਹੇ ਨੇ। ਅੱਛਾ, ਜਿਹੜਾ ਦੂਜਾ ਆਰਡੀਨੈਂਸ ਹੈ ਜਿਹਦੇ ਵਿੱਚ ਕੀਮਤਾਂ ਦੀ ਗਰੰਟੀ ਦੀ ਗੱਲ ਕੀਤੀ ਗਈ ਹੈ ਤਾਂ ਕਿ ਕਿਸਾਨਾਂ ਨੂੰ ਹੋਰ ਤਾਕਤਵਰ ਬਣਾਇਆ ਜਾ ਸਕੇ, ਇਹ ਤਾਂ ਖੇਤੀਬਾੜੀ ਜਿਣਸਾਂ ਦੀ ਖਰੀਦ ਵੇਚ ਦੇ ਸੰਬੰਧ ਵਿੱਚ ਇਕਰਾਰਨਾਮਿਆਂ ਦੀ ਗੱਲ ਹੈਗੀ। ਐਗਰੀਮੈਂਟਸ ਕਹਿ ਦਿੰਦੇ ਇੰਗਲਿਸ਼ 'ਚ, ਇਕਰਾਰਨਾਮੇ ਦੀ ਗੱਲ ਹੈਗੀ। ਇਹ 'ਚ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ ਜਿਣਸਾਂ ਦੀ ਕੀਮਤ ਦੀ ਗਰੰਟੀ ਦੇਣ ਲਈ ਇਹ ਕੰਪਨੀਆਂ, ਵਪਾਰੀ ਅਤੇ ਐਗਰੋ ਪ੍ਰੋਸੈਸਿੰਗ ਹੋਰ ਜਿਹੜੇ ਯੂਨਿਟ ਹੈ ਉਹ ਕਿਸਾਨਾਂ ਨਾਲ ਇਕਰਾਰਨਾਮੇ ਕਰਨਗੇ ਤਾਂ ਕਿ ਕਿਸਾਨਾਂ ਨੂੰ ਉਹ ਕੀਮਤਾਂ ਮਿਲ ਸਕਣ ਜਦੋਂ ਉਹਨਾਂ ਦੀ ਫਸਲ ਜਾਂ ਉਹਨਾਂ ਦੀ ਜਿਣਸ ਆਉਂਦੀ ਹੈ। ਪਰ ਇਹਦੇ ਸੰਬੰਧ ਵਿੱਚ ਵੀ ਸਾਨੂੰ ਇਹ ਦੇਖ ਲੈਣਾ ਚਾਹੀਦਾ ਹੈ ਕਿ ਸਾਰੀ ਦੁਨੀਆ 'ਚ ਜਿੱਥੇ ਇਸ ਤਰ੍ਹਾਂ ਦੇ ਐਗਰੀਮੈਂਟ ਹੋਏ ਨੇ ਉੱਥੇ ਕਿਸਾਨਾਂ ਦੀ ਬਿਹਤਰੀ ਹੋਈ ਹੈ ਜਾਂ ਕਿਸਾਨ ਪਿੱਛੇ ਗਏ ਨੇ।
ਦੁਨੀਆ ਦਾ ਇਤਿਹਾਸ ਤਾਂ ਇਹ ਦੱਸਦਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਇਕਰਾਰਨਾਮੇ ਹੋਏ ਨੇ ਉਹ 'ਚ ਕਿਸਾਨਾਂ ਨੂੰ ਘਾਟਾ ਪਿਆ ਤੇ ਕਾਰਪੋਰੇਸ਼ਨਾਂ ਮਾਲੋ ਮਾਲ ਹੋਈਆਂ ਨੇ। ਅਸੀਂ ਦੁਨੀਆ ਦੀ ਗੱਲ ਵੀ ਛੱਡੀਏ, ਅਸੀਂ ਆਪਦੇ ਦੇਸ਼ ਦੀ ਗੱਲ ਲੈ ਲੈਂਦੇ ਹਾਂ। ਆਪਦੇ ਦੇਸ਼ 'ਚੋਂ ਵੀ ਆਪਣੇ ਸੂਬੇ ਪੰਜਾਬ ਦੀ ਗੱਲ ਲੈ ਲੈਂਦੇ ਹਾਂ। ਦੱਸਿਆ ਗਿਆ ਕਿ ਇਹ ਇਕਰਾਰਨਾਮੇ ਲਿਖਤੀ ਹੋਣਗੇ। ਇਕਰਾਰਨਾਮੇ ਤਾਂ ਪਹਿਲਾਂ ਵੀ ਲਿਖਤੀ ਹੁੰਦੇ ਨੇ। ਜਿਵੇਂ ਪੈਪਸੀਕੋ ਆਲੂ ਖਰੀਦਦੀ ਹੈ ਤੇ ਆਲੂ ਖਰੀਦਣ ਮੌਕੇ ਜਿਹੜੇ ਸਾਲ ਮੰਡੀ 'ਚ ਬੇਲੋੜਾ ਆਲੂ ਜ਼ਿਆਦਾ ਹੋ ਜਾਂਦਾ ਤੇ ਕੀਮਤਾਂ ਥੱਲੇ ਆ ਜਾਂਦੀਆਂ ਨੇ, ਉਸ ਮੌਕੇ ਸ਼ੂਗਰ ਦਾ ਬਹਾਨਾ ਲਾ ਕੇ, ਆਲੂ ਦੇ ਸਾਈਜ਼ ਦਾ ਬਹਾਨਾ ਲਾ ਕੇ ਖੇਤ 'ਚ ਫਸਲ ਛੱਡਦੀ ਉਦਾਹਰਨਾਂ ਮਿਲੀਆਂ ਨੇ। ਇਸ ਤੋਂ ਬਿਨਾਂ ਜਦੋਂ ਬਾਸਮਤੀ ਦਾ ਇਕਰਾਰਨਾਮਾ ਹੋਇਆ, ਜਦੋਂ ਬਾਸਮਤੀ ਲੋੜ ਤੋਂ ਵੱਧ ਹੋ ਗਈ, ਉਸ ਸਮੇਂ ਨਮੀ ਦਾ ਬਹਾਨਾ ਜਾਂ ਉਹਦੇ ਰੰਗ ਦੇ ਖਰਾਬ ਹੋਣ ਦਾ ਬਹਾਨਾ ਲਾ ਕੇ ਵੀ ਬਾਸਮਤੀ ਛੱਡੀ ਗਿਆ। ਜਿਸ ਸਾਲ ਆਲੂ ਜਾਂ ਬਾਸਮਤੀ ਦੀ ਥੋੜ ਕਰਕੇ ਮੰਡੀ ਦੀਆਂ ਕੀਮਤਾਂ ਵੱਧ ਨੇ, ਉਸ ਸਾਲ ਇਹ ਇਕਰਾਰਨਾਮੇ ਵਾਲੀਆਂ ਕੰਪਨੀਆਂ ਵੱਡੀਆਂ ਹੋਣ ਕਰਕੇ, ਤਾਕਤਵਰ ਹੋਣ ਕਰਕੇ ਆਪਦੇ ਸਿਕਿਉਰਿਟੀ ਗਾਰਡ ਲਾ ਕੇ ਵੀ ਕਿਸਾਨਾਂ ਦੇ ਖੇਤਾਂ ਵਿੱਚੋਂ ਆਪਦੀਆਂ ਜਿਣਸਾਂ ਦਾ ਇਕੱਲਾ ਇਕੱਲਾ ਦਾਣਾ ਚੱਕ ਕੇ ਜਾਂਦੀਆਂ ਦੇਖੀਆਂ ਗਈਆਂ ਨੇ। ਇਸ ਲਈ ਜਿਹੜੀ ਇਕਰਾਰਨਾਮੇ ਦੀ ਗੱਲ ਹੋ ਰਹੀ ਹੈ, ਉਹਦੇ ਵਿੱਚ ਸਰਕਾਰ ਨੇ ਇੱਕ ਆਰਡੀਨੈਂਸ ਇਹ ਪ੍ਰੋਵੀਜ਼ਨ ਰੱਖਿਆ, ਜੇ ਕਿਸਾਨਾਂ ਅਤੇ ਇਹਨਾਂ ਨਾਲ ਇਕਰਾਰਨਾਮਾ ਕਰਨ ਵਾਲੀਆਂ ਕੰਪਨੀਆਂ, ਵਪਾਰੀਆਂ ਜਾਂ ਐਗਰੋ ਪ੍ਰੋਸੈਸਿੰਗ ਯੂਨਿਟਾਂ 'ਚ ਕੋਈ ਵਿਵਾਦ ਹੋਊਗਾ ਤਾਂ ਉਹਨੂੰ ਨਿਬੇੜਨ ਲਈ ਮੁੱਖ ਤੌਰ ਤੇ 2 ਪੱਧਰ ਉੱਤੇ ਉਹ ਪ੍ਰੋਵੀਜ਼ਨ ਰੱਖੀ ਗਿਆ। ਜਾਂ SDM ਕਰੂਗਾ ਉਹਦਾ, ਜੇ SDM ਤੇ ਨਾ ਹੋਵੇ ਤਾਂ ਫਿਰ DC ਦੇ ਪੱਧਰ ਤੇ ਹੋਊਗਾ। ਜੇ ਅਸੀਂ ਆਪਣੇ ਦੇਸ਼ ਦੀ ਬਿਊਰੋਕ੍ਰੇਸੀ ਦਾ ਹਾਲ ਦੇਖੀਏ, ਇੱਕ ਪਾਸੇ ਛੋਟੇ ਕਿਸਾਨ ਨੇ 86% ਤੋਂ ਵੱਧ, ਦੂਜੇ ਪਾਸੇ ਜਿਹੜਾ ਹੈਗਾ ਵੱਡੇ ਵਪਾਰਕ ਘਰਾਣੇ ਜਾਂ ਉਦਯੋਗਿਕ ਘਰਾਣੇ ਉਹ ਨੇ। ਇਹ ਤਾਂ ਫਿਰ ਬੱਕਰੀ ਤੇ ਸ਼ੇਰ ਵਾਲਾ ਜਿਹੜਾ ਹੈਗਾ ਮੁਕਾਬਲਾ ਹੋਊਗਾ। ਜਦੋਂ ਬੱਕਰੀ ਤੇ ਸ਼ੇਰ ਦਾ ਮੁਕਾਬਲਾ ਹੋਊਗਾ, ਖਾਧਾ ਕੌਣ ਜਾਊਗਾ, ਇਹਦੇ ਬਾਰੇ ਕਹਿਣ ਦੀ ਬਹੁਤੀ ਲੋੜ ਨਹੀਂ। ਇਸ ਲਈ ਜਿਹੜੇ ਇਕਰਾਰਨਾਮੇ ਹੋਣਗੇ ਇਹ ਕਾਰਪੋਰੇਸ਼ਨਾਂ ਦੇ ਵਿੱਚ ਵੱਡੇ ਵਪਾਰੀਆਂ ਦੇ ਹੱਕ 'ਚ ਭੁਗਤਣਗੇ। ਇਹਦੇ ਨਾਲ ਜਿਹੜੀ ਕਿਸਾਨੀ ਹੈ ਉਹਦਾ ਭਲਾ ਹੋ ਹੀ ਨਹੀਂ ਸਕਦਾ ਹੈਗਾ ਇਹਨਾਂ ਇਕਰਾਰਨਾਮਿਆਂ 'ਚ। ਇਕਰਾਰਨਾਮੇ ਤਾਂ ਸਾਡੇ ਕੋਲ ਪਹਿਲਾਂ ਹੀ ਵਧੀਆ ਹੈਗੇ, ਉਹ 'ਚ ਕੁਛ ਨੁਕਸ ਨੇ ਉਹ ਦੂਰ ਕੀਤੇ ਜਾ ਸਕਦੇ ਨੇ। ਇਕਰਾਰਨਾਮਾ ਹੈਗਾ ਮਿਨੀਮਮ ਸਪੋਰਟ ਪ੍ਰਾਈਸਿਸ ਦਾ, ਇਹ ਕੇਂਦਰ ਸਰਕਾਰ ਅਨਾਉਂਸ ਕਰਦੀ ਹੈ, ਭਾਵੇਂ ਥੋੜੇ ਹਿੱਸੇ 'ਚੋਂ ਖਰੀਦਦੀ ਹੈ ਪਰ ਉਹਦੇ ਕਰਕੇ ਬਾਕੀ ਦੇਸ਼ ਦੇ ਵਿੱਚ ਵੀ ਜਿਹੜੀ ਕਿਸਾਨਾਂ ਦੀ ਲੁੱਟ ਮੰਡੀ 'ਚ ਆਉਣੀ ਆ, ਉਹ ਲੁੱਟ ਘਟਦੀ ਰਹਿੰਦੀ ਹੈਗੀ। ਹਾਲੇ ਵੀ ਕਿਸਾਨਾਂ ਦਾ ਬਹੁਤ ਭਲਾ ਨਹੀਂ ਹੋ ਰਿਹਾ ਇਹਦੇ ਨਾਲ, MSP ਨਾਲ। ਇਹ 'ਚ ਬਹੁਤ ਸਾਰੇ ਨੁਕਸ ਨੇ, ਵੱਖ-ਵੱਖ ਨੁਕਸ ਨੇ ਜਿਹੜੇ ਕਿਤੇ ਹੋਰ ਲੰਬੇ ਲੈਕਚਰ 'ਚ ਗੱਲ ਹੋ ਸਕਦੀ ਹੈ। ਪਰ ਉਹ ਨੁਕਸਾਨ ਨੂੰ ਦੂਰ ਕਰਨ ਦੀ ਬਜਾਏ ਇਹਦਾ ਹੱਲ ਇਹ ਤਾਂ ਨਹੀਂ ਹੈਗਾ ਕਿ ਇਹਨੂੰ ਲਿਆ ਕੇ ਖੁੱਲੀ ਮੰਡੀ ਤੇ ਛੱਡ ਦਿੱਤਾ ਜਾਵੇ ਜਾਂ ਇਕਰਾਰਨਾਮੇ ਛੱਡ ਦਿੱਤਾ ਜਾਵੇ ਤੇ ਕਿਸਾਨਾਂ ਦੀ ਲੁੱਟ ਕਰਾਈ ਜਾਵੇ। ਸੋ ਇਹ ਇਕਰਾਰਨਾਮੇ ਕਿਸਾਨਾਂ ਨੂੰ ਬਹੁਤ ਪਿੱਛੇ ਲੈ ਜਾਣਗੇ ਤੇ ਇਹ ਇਕਰਾਰਨਾਮੇ ਤਾਂ ਜਿਹੜਾ ਹੈਗਾ ਕਾਰਪੋਰੇਟ ਖੇਤੀ ਦੀ ਸ਼ੁਰੂਆਤ ਕਰਨ ਲਈ ਇੱਕ ਸੰਦੇਸ਼ ਹੈਗਾ। ਜਿਹੜਾ ਸਾਡਾ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਹੈ, ਉਹ ਵੱਖ-ਵੱਖ ਸਮੇਂ ਜਦੋਂ ਮਿਨੀਮਮ ਸਪੋਰਟ ਪ੍ਰਾਈਸਿਸ ਅਨਾਉਂਸ ਕਰਦਾ ਹੈ, ਜਿਹੜੇ ਥੱਲੇ ਨੋਟ ਦਿੰਦਾ ਉਹ 'ਚ ਸਪਸ਼ਟ ਤੌਰ ਤੇ ਇਹ ਸਾਹਮਣੇ ਆਉਂਦਾ ਹੈ ਕਿ ਉਹ ਸੁਜੈਸਟ ਕਰਦਾ ਹੈ ਕਿ ਕੇਂਦਰ ਸਰਕਾਰ ਵੱਧ ਤੋਂ ਵੱਧ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੀਆਂ ਲੋੜਾਂ ਮੁਤਾਬਕ ਖਰੀਦੇ, ਬਾਕੀ ਨੂੰ ਉਹ ਖੁੱਲੀ ਮੰਡੀ ਦੇ ਹਵਾਲੇ ਕਰ ਦੇਵੇ। ਤੇ ਜੇ ਗੱਲ ਕਰੀਏ ਤੀਜੇ ਅਧਿਆਦੇਸ਼ ਦੀ, ਉਹਦਾ ਦੱਸਿਆ ਗਿਆ ਆਦੇਸ਼ ਕਿਸਾਨਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਖੇਤੀਬਾੜੀ ਖੇਤਰ ਵਿੱਚ ਮੁਕਾਬਲੇਬਾਜ਼ੀ ਨੂੰ ਵਧਾਉਣਾ ਅਤੇ ਨਿਯੰਤਰਣ ਨਿਜ਼ਾਮ ਨੂੰ ਜਿਹੜਾ ਹੈਗਾ ਬਹੁਤ ਹੀ ਨਰਮ ਬਣਾਉਣਾ ਹੈ। ਭਾਵ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਨੂੰ ਬਹੁਤ ਹੀ ਨਰਮ ਬਣਾ ਕੇ ਉਹਦਾ ਅਰਥ ਖਤਮ ਕਰਨ ਵੱਲ ਨੂੰ ਹੈ। ਇਹਦਾ ਭਾਵ ਹੈ ਕਿ ਕਿਸਾਨਾਂ ਤੋਂ ਉਹਨੇ ਜਿਣਸਾਂ ਜਦੋਂ ਵਾਢੀ ਹੁੰਦੀ ਹੈ ਜਾਂ ਹਾਰਵੈਸਟਿੰਗ ਦਾ ਟਾਈਮ ਹੁੰਦਾ, ਉਸ ਮੌਕੇ ਖਰੀਦੀਆਂ ਜਾਣਗੀਆਂ। ਜਿਹੜੇ ਉੱਪਰਲੇ ਅਧਿਆਦੇਸ਼ ਨੇ ਉਹਨਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਪਹਿਲਾਂ ਪਹਿਲ ਉਹਨਾਂ ਨੂੰ ਥੋੜ੍ਹਾ ਵੱਧ ਮਿਲੂਗਾ, ਫਿਰ ਉਹਨਾਂ ਤੋਂ ਜਦ ਉਹਨਾਂ ਵੇਚਣ ਦਾ ਜਦ APMC ਮੰਡੀਆਂ ਖਤਮ ਹੋ ਜਾਣਗੀਆਂ ਤਾਂ ਉਹਨਾਂ ਤੋਂ ਫਿਰ ਉਹੀ ਬਿਹਾਰ ਵਾਲੇ ਵਰਤਾਰੇ ਦੀ ਝਲਕ ਪੈਂਦੀ ਹੈ ਕਿ ਉਹਨਾਂ ਦੀ ਫਿਰ ਲੁੱਟ ਉੱਥੇ ਸ਼ੁਰੂ ਹੋ ਜੂਗੀ। ਤੇ ਉਹਦੇ ਨਾਲ ਇੱਕ ਪਾਸੇ ਤਾਂ ਜਦੋਂ ਫਸਲ ਆਉਂਦੀ ਹੈ, ਕਿਸਾਨ ਛੋਟੀ ਕਿਸਾਨੀ 86% ਤੋਂ ਵੱਧ ਹੈ, ਸਮਾਨਤ ਛੋਟੀ ਕਿਸਾਨੀ, ਉਹ ਆਪਣੇ ਕੋਲ ਇਹਨਾਂ ਜਿਨਸਾਂ ਦਾ ਸਟਾਕ ਨਹੀਂ ਕਰ ਸਕੂਗੀ। ਉਹ ਜਿਹੜਾ ਭਾਅ ਮਿਲਦਾ ਹੈ, ਨੂਣ, ਤੇਲ, ਕੱਪੜੇ, ਦਵਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਜਿਹੜੇ ਭਾਅ ਮਿਲਦਾ ਉਹਦੇ ਪੂਰਾ ਕਰੂਗੀ। ਤੇ ਵੱਡੀਆਂ ਕੰਪਨੀਆਂ, ਵਪਾਰੀ ਜਾਂ ਹੋਰ ਘਰਾਣੇ ਜਿਨ੍ਹਾਂ ਤੇ ਹੁਣ ਇਹਨਾਂ ਅਧਿਆਦੇਸ਼ਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ
ਇਹ ਅਧਿਆਦੇਸ਼ ਤਾਂ 3 ਜੂਨ ਨੂੰ ਕੇਂਦਰੀ ਕੈਬਨਿਟ ਨੇ ਪਾਸ ਕੀਤੇ ਤੇ 5 ਜੂਨ ਨੂੰ ਸਾਡੇ ਰਾਸ਼ਟਰਪਤੀ ਨੇ ਸਾਈਨ ਕਰਤੇ ਸੀ। 6 ਮਹੀਨੇ ਲਈ ਇਹ ਲਾਗੂ ਰਹਿਣੇ ਨੇ। 6 ਮਹੀਨੇ ਤੋਂ ਬਾਅਦ ਫਿਰ ਪਾਰਲੀਮੈਂਟ 'ਚ ਆ ਕੇ ਇਹਦੇ ਵਿਚਾਰ ਵਟਾਂਦਰਾ ਹੋਊਗਾ ਜਾਂ ਗੱਲ ਅੱਗੇ ਫਿਰ ਚੱਲੂਗੀ। ਤੇ ਜਦੋਂ ਇਹ ਹੋਊਗਾ ਤਾਂ ਫਿਰ ਖਪਤਕਾਰਾਂ ਦੇ ਹਿੱਤ ਕਿਸ ਤਰ੍ਹਾਂ ਪ੍ਰੋਟੈਕਟ ਹੋਣਗੇ। ਜੇ ਹੁਣੇ ਦੇਖ ਲਈਏ ਇਹਨਾਂ ਜਿਹੜੀਆਂ ਵੱਖ-ਵੱਖ ਜਿਣਸਾਂ ਨੇ ਉਹਨਾਂ 'ਚੋਂ ਇੱਕ ਜਿਣਸ ਆਲੂ ਵੀ ਨੇ ਤੇ ਆਲੂ ਦੀਆਂ ਕੀਮਤਾਂ ਜਦੋਂ ਆਲੂ ਆਏ ਸੀ ਤਾਂ ਬਹੁਤ ਘੱਟ ਸੀ, ਹੁਣ ਉਹਦੀਆਂ ਕੀਮਤਾਂ ਦੁੱਗਣੀਆਂ ਤਿੱਗਣੀਆਂ ਹੋ ਗਈਆਂ ਇੱਕਦਮ, ਕਿਉਂਕਿ ਜਦੋਂ ਵੱਡੀਆਂ ਕੰਪਨੀਆਂ ਕਾਰਪੋਰੇਸ਼ਨਾਂ ਜਾਂ ਵੱਡੇ ਵਪਾਰੀ ਸਟਾਕ ਕਰ ਲੈਂਦੇ ਤਾਂ ਉੱਥੇ ਕਾਰਟਲ ਬਣਦੇ ਆ, ਉਹ ਇਹਨਾਂ ਦੀ ਪੂਰਤੀ ਨੂੰ ਰੋਕ ਕੇ ਮਨ ਮਰਜ਼ੀ ਦੀਆਂ ਕੀਮਤਾਂ ਲੈਂਦੇ ਨੇ। ਇੱਕ ਪਾਸੇ ਕਿਸਾਨ ਲੁੱਟੇ ਜਾਣਗੇ ਜਿੱਥੇ ਮੁਕਾਬਲੇਬਾਜ਼ੀ ਦੀ ਗੱਲ ਕੀਤੀ ਹੈ, ਦੂਜੇ ਪਾਸੇ ਜਿਹੜੇ ਸਾਡੇ ਖਪਤਕਾਰ ਹੈ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਕੀਤੀ ਹੈ। ਉਹਦੀ ਝਲਕ ਤਾਂ ਸਾਡੇ ਸਾਹਮਣੇ ਹੈ ਕਿ ਜਦੋਂ ਵੀ ਨਿੱਜੀ ਹੱਥਾਂ 'ਚ ਇਹ ਕੰਮ ਜਾਊਗਾ ਤਾਂ ਖਪਤਕਾਰ ਨੇ ਲੁੱਟ ਹੀ ਹੋਣਾ ਹੈ, ਖਪਤਕਾਰ ਉਹਦੇ 'ਚ ਬਚ ਨਹੀਂ ਸਕਦਾ। ਜੇ ਬਚੂਗਾ ਤਾਂ ਇਸੇ ਸਿਸਟਮ 'ਚ ਬਚਣਾ ਜਿਹੜਾ ਸਾਡਾ ਚੱਲ ਰਿਹਾ ਹੈਗਾ। ਸੋ ਤਿੰਨੇ ਗੱਲਾਂ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਭਾਵੇਂ ਇਹਨਾਂ 'ਚ ਸਿੱਧੇ ਤੌਰ ਤੇ ਖੇਤੀਬਾੜੀ ਜਿਣਸਾਂ ਦੀਆਂ ਘੱਟੋ ਘੱਟ ਸਮਰਥਨ ਕੀਮਤਾਂ ਨੂੰ ਖਤਮ ਕਰਨ ਬਾਰੇ ਕੁਝ ਨਹੀਂ ਕਿਹਾ ਗਿਆ, ਪਰ ਜਦੋਂ ਇਹ ਆਰਡੀਨੈਂਸਸ ਆਏ ਵੱਖ-ਵੱਖ ਲੋਕਾਂ ਨੇ ਇਹਦੇ ਬਾਰੇ ਲਿਖਿਆ, ਵੱਖ-ਵੱਖ ਜਥੇਬੰਦੀਆਂ ਨੇ ਆਪਦੇ ਵਿਚਾਰ ਦਿੱਤੇ, ਕੁਝ ਰਾਜਸੀ ਪਾਰਟੀਆਂ ਨੇ ਵੀ ਇਹਦਾ ਵਿਰੋਧ ਕੀਤਾ। ਜਿਹੜਾ ਵਿਰੋਧ ਜਥੇਬੰਦੀ ਖੇਤੀਬਾੜੀ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਵੀ ਚੱਲ ਰਿਹਾ, 250 ਜਥੇਬੰਦੀਆਂ ਵੱਡੇ ਪੱਧਰ ਤੇ ਆਪਦਾ ਸੰਘਰਸ਼ ਵਿੱਢ ਰਹੀਆਂ ਨੇ। ਤੇ ਗੱਲ ਹੈਗੀ ਕਿ ਜੇ ਉਹਨਾਂ ਨੇ ਕੀਤਾ ਤਾਂ ਸਾਡੇ ਖੇਤੀਬਾੜੀ ਮੰਤਰੀ ਨੂੰ ਬਿਆਨ ਦੇਣਾ ਪਿਆ ਕਿ ਅਸੀਂ ਤਾਂ ਘੱਟੋ ਘੱਟ ਸਮਰਥਨ ਕੀਮਤਾਂ ਨੂੰ ਖਤਮ ਕਰਨ ਦੀ ਗੱਲ ਹੀ ਨਹੀਂ ਕੀਤੀ। ਬਿਲਕੁਲ ਠੀਕ ਹੈ, ਇਹਦੇ ਆਰਡੀਨੈਂਸ ਦੇ ਵਿੱਚ ਸਿੱਧਾ ਕੁਝ ਵੀ ਨਹੀਂ ਲਿਖਿਆ ਹੋਇਆ ਕਿ ਸਰਕਾਰ ਇਹਨਾਂ ਕੀਮਤਾਂ ਨੂੰ ਖਤਮ ਕਰਨ ਜਾ ਰਹੀ ਹੈ, ਪਰ ਜਦੋਂ APMC ਮੰਡੀਆਂ ਨੂੰ ਬਹੁਤ ਹੀ ਕਮਜ਼ੋਰ ਕਰਕੇ ਖਤਮ ਕਰ ਦਿੱਤਾ ਗਿਆ ਤਾਂ ਫਿਰ ਸ਼ਾਂਤਾ ਕੁਮਾਰ ਕਮੇਟੀ ਦੀ ਰਿਕਮੈਂਡੇਸ਼ਨ ਪਹਿਲਾਂ ਹੈਗੀ ਕਿ ਇਹਨਾਂ ਕੀਮਤਾਂ ਦੀ ਲੋੜ ਨਹੀਂ, ਇਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਹ ਕਮੇਟੀ ਦਾ ਇਹ ਵੀ ਰਿਕਮੈਂਡ ਕਰਦੀ ਹੈ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਵੀ ਲੋੜ ਨਹੀਂ, ਉਹਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈਗਾ। ਫੂਡ ਕਾਰਪੋਰੇਸ਼ਨ ਆਫ ਇੰਡੀਆ 67% ਲੋਕਾਂ ਨੂੰ ਅਨਾਜ ਵੀ ਦਿੰਦੀ ਹੈ। ਜਿਹੜਾ ਅਨਾਜ ਇਕੱਠਾ ਕੀਤਾ ਜਾਂਦਾ ਹੈ ਸੈਂਟਰਲ ਪੂਲ ਆਫ ਫੂਡ ਗ੍ਰੇਨਸ, ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੁਆਰਾ ਹੀ ਕੀਤਾ ਜਾਂਦਾ ਹੈਗਾ। ਫਿਰ ਖਪਤਕਾਰਾਂ ਦੇ ਹਿੱਤ ਕਿੱਥੋਂ ਹੋਣਗੇ। ਤੇ ਫਿਰ 11 ਜੂਨ ਨੂੰ ਨਿਤਨ ਗਡਕਰੀ ਬਿਆਨ ਦਿੰਦੇ ਨੇ, ਸਾਡੇ ਕੇਂਦਰੀ ਮੰਤਰੀ ਨੇ, ਕਿ ਜਿਹੜੀਆਂ ਸਾਡੇ ਖੇਤੀਬਾੜੀ ਜਿਣਸਾਂ ਨੇ ਉਹਦੀਆਂ ਸਾਡੇ ਦੇਸ਼ ਦੀਆਂ ਮੰਡੀਆਂ ਵਿੱਚ ਅਤੇ ਕੌਮਾਂਤਰੀ ਮੰਡੀਆਂ ਵਿੱਚ ਕੀਮਤਾਂ ਘੱਟ ਨੇ, ਤੇ ਜਿਹੜੀ ਸਾਡੀ MSP ਉਹਦੇ ਨਾਲੋਂ ਜ਼ਿਆਦਾ ਹੈ, ਜਿਹੜੀ ਸਾਡੇ ਅਰਥਚਾਰੇ ਲਈ ਤਬਾਹਕੁਨ ਹੋਊਗੀ। ਤੇ ਜਿਹਦਾ ਭਾਵ ਹੈ ਕਿ MSP ਖਤਮ ਕੀਤੀ ਜਾਵੇ। ਜਦੋਂ ਇਹਦੇ ਤੇ ਰੌਲਾ ਪੈਂਦਾ ਤੇ ਫਿਰ ਉਹ 2 ਦਿਨ ਬਾਅਦ 13 ਜੂਨ ਨੂੰ ਉਹਦਾ ਬਿਆਨ ਬਦਲਦੇ ਨੇ ਕਿ ਮੀਡੀਆ ਨੇ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕਰਤਾ, ਜਦੋਂ ਕਿ ਉਹਨੇ ਮੀਡੀਆ ਤੇ ਉਹਦਾ ਬਿਆਨ ਰਿਕਾਰਡ ਹੋਇਆ ਤੇ ਉਹ ਜਦੋਂ ਮਰਜ਼ੀ ਦੇਖਿਆ ਜਾ ਸਕਦਾ ਕਿ ਉਹਨੇ ਉਹਦੇ ਬਾਰੇ ਗੱਲ ਕੀਤੀ ਸੀ। ਤੇ ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਜੇ ਕੌਮਾਂਤਰੀ ਮੰਡੀਆਂ 'ਚ ਕੀਮਤਾਂ ਘੱਟ ਨੇ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਕਿ ਜਿਹੜੇ ਹਾਈਲੀ ਡਿਵੈਲਪ ਕੰਟਰੀ ਨੇ ਉਹਨਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਆਪਦੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਬਸਿਡੀ ਦਿੰਦੀਆਂ ਨੇ, ਤਾਂ ਸੁਭਾਵਿਕ ਤੌਰ ਤੇ ਉਹਦੀਆਂ ਕੀਮਤਾਂ ਘੱਟ ਹੋਣਗੀਆਂ। ਸਾਡੇ ਦੇਸ਼ ਵਿੱਚ ਕੇਂਦਰ ਸਰਕਾਰ 23 ਜਿਣਸਾਂ ਦੀਆਂ ਘੱਟੋ ਘੱਟ ਸਮਰਥਨ ਕੀਮਤਾਂ ਦਾ ਐਲਾਨ ਕਰਦੀ ਹੈ, ਪਰ ਥੋੜ੍ਹੇ ਜਿਹੇ ਹਿੱਸਿਆਂ 'ਚੋਂ ਮੁੱਖ ਤੌਰ ਤੇ ਕਣਕ ਤੇ ਧਾਨ ਦੀ ਖਰੀਦ ਕਰਦੇ ਆ। ਹੁਣ ਜਿਵੇਂ ਮੱਕੀ ਹੈ, ਉਹਦੀ ਘੱਟੋ ਘੱਟ ਸਮਰਥਨ ਕੀਮਤ 1850 ਦੇ ਨਜ਼ਦੀਕ ਕੇਂਦਰ ਸਰਕਾਰ ਨੇ ਅਨਾਉਂਸ ਕੀਤੀ ਹੈ, ਉਹਦਾ ਪੰਜਾਬ 'ਚ 800 ਨੂੰ ਵਿਕਦੀ ਹੈ। ਫਿਰ ਬੰਸਵੰਤਾ ਦੀ ਗੱਲ ਕੀਤੀ ਜਾ ਰਹੀ ਹੈ, ਫਸਲੀ ਬੰਸਵੰਤਾ, ਕਿੱਥੋਂ ਬੰਸਵੰਤਾ ਆਊਗੀ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ। ਫਿਰ ਕਿਸਾਨ ਮਾਰੇ ਹੋਏ ਸਰਕਾਰੀ ਨੀਤੀਆਂ ਦੇ ਮੁੜ ਕੇ ਉਹਨਾਂ ਜਿਣਸਾਂ ਤੇ ਆ ਜਾਣਗੇ ਜਿਨ੍ਹਾਂ ਦੀ ਮਾੜੀ ਮੋਟੀ ਅੱਜ ਦੇ ਸੰਦਰਭ ਵਿੱਚ ਇਹ ਸਰਕਾਰ ਖਰੀਦ ਕਰਦੀ ਹੈ। ਤੇ ਇਸ ਤਰ੍ਹਾਂ ਕੁੱਲ ਮਿਲਾ ਕੇ MSP ਤੋਂ ਭੱਜਣ ਦੀਆਂ ਤਿਆਰੀਆਂ ਨੇ। MSP ਤੋਂ ਤੇ ਜਿਹੜੀ ਸਰਕਾਰ ਦੀ ਖਰੀਦ ਹੈ ਉਹ ਤੋਂ ਵੀ ਭੱਜਣ ਦੀਆਂ ਤਿਆਰੀਆਂ ਦੇ ਸੰਕੇਤ ਨੇ। ਇਸੇ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਆਪਦੇ ਸੰਘਰਸ਼ ਵਿੱਢ ਰਹੀਆਂ ਨੇ। 200 ਤੋਂ 50 ਵੱਧ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਤਾਲਮੇਲ ਕਮੇਟੀ ਹੈ ਉਹਨਾਂ ਨੇ ਹੁਣ ਆਪਦਾ ਸੰਘਰਸ਼ ਅੱਗੇ ਲਿਆਉਣ ਦੀ ਗੱਲ ਕਹੀ ਹੈ ਕਿ ਇਹ ਅਸੀਂ ਹੋਣ ਨਹੀਂ ਦੇਣਾ ਹੈਗਾ। ਪਰ ਉੱਥੇ ਇੱਕ ਗੱਲ ਧਿਆਨ ਦੇਣ ਦੀ ਲੋੜ ਹੈ ਕਿ ਸੰਘਰਸ਼ ਸਾਡੇ ਡੈਮੋਕ੍ਰੈਟਿਕ ਸਿਸਟਮ ਦਾ ਇੱਕ ਹਿੱਸਾ ਹੁੰਦੇ ਨੇ ਤੇ ਇਹਨਾਂ ਦੁਆਰਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਹੁੰਦਾ ਹੈਗਾ, ਪਰ ਸੰਘਰਸ਼ ਹੈ ਜਿਹੜੇ ਉਹ ਹਮੇਸ਼ਾ ਹੀ ਸਾਡੇ ਲੋਕਤੰਤਰਕ ਤੇ ਸ਼ਾਂਤਮਈ ਢੰਗ ਨਾਲ ਹੋਣੇ ਚਾਹੀਦੇ ਨੇ। ਜਿਵੇਂ ਇਹਨਾਂ ਜਥੇਬੰਦੀਆਂ ਨੇ ਪਹਿਲਾਂ ਲੌਂਗ ਮਾਰਚ ਨਾਸਿਕ ਤੋਂ ਲੈ ਕੇ ਮੁੰਬਈ ਤੱਕ 180 ਕਿਲੋਮੀਟਰ ਦਾ ਕੀਤਾ ਸੀ,
ਪਰ ਉੱਥੇ ਸਿਆਣਪ ਇਹ ਵਰਤੀ ਸੀ ਕਿ ਉਹਨਾਂ ਦਿਨਾਂ ਵਿੱਚ ਵਿਦਿਆਰਥੀਆਂ ਦੇ ਪੇਪਰ ਹੁੰਦੇ ਸੀ, ਕਿਸਾਨ ਦਿਨ ਨੂੰ ਸੌਂਦੇ ਹੁੰਦੇ ਸੀ ਤੇ ਰਾਤ ਨੂੰ ਚੱਲਦੇ ਹੁੰਦੇ, ਕਿ ਕਿਤੇ ਉਹਨਾਂ ਦੇ ਚੱਲ ਰਹੇ ਕਾਫਲੇ ਕਰਕੇ ਬੱਚਿਆਂ ਦੇ ਪੜ੍ਹਾਈ ਦੇ ਵਿੱਚ ਵਿਘਨ ਨਾ ਪਵੇ। ਪਰ ਜਦੋਂ ਉਹ ਲੌਂਗ ਮਾਰਚ ਪੂਰਾ ਕਰਕੇ ਕਿਸਾਨ ਮੁੰਬਈ ਪਹੁੰਚੇ ਸੀ ਤਾਂ ਮੁੰਬਈ ਦੇ ਲੋਕ ਉਹਨਾਂ ਨੂੰ ਆਪਦੀਆਂ ਅੱਖਾਂ ਦੀਆਂ ਪਲਕਾਂ ਉੱਪਰ ਬਿਠਾ ਰਹੇ ਸੀ ਤੇ ਮੀਡੀਆ ਵਿੱਚ ਵੀ ਉਹਨਾਂ ਦੇ ਹੱਕ ਵਿੱਚ ਆ ਕੇ ਬਿਆਨ ਦੇ ਰਹੇ ਸੀ ਕਿ ਇਹੋ ਜਿਹੇ ਸੰਘਰਸ਼, ਇਹੋ ਜਿਹੇ ਜਿਹੜੇ ਹੈਗੇ ਲੋਕ ਹੋਣੇ ਚਾਹੀਦੇ ਨੇ ਜਿਹੜੇ ਸਾਡੀ ਜੀਵਨ ਰੇਖਾ ਨੂੰ ਬਣਾਈ ਰੱਖਦੇ ਨੇ ਤੇ ਉਹਦੇ ਸਮੱਸਿਆਵਾਂ ਵੱਲ ਵੀ ਸਾਡਾ ਧਿਆਨ ਦੇਣਾ ਹੈਗਾ। ਇਸ ਤਰ੍ਹਾਂ ਦਾ ਹੀ ਇੱਕ ਰਾਜਸਥਾਨ 'ਚ ਵੀ ਗੱਲ ਹੋਈ ਸੀ ਕਿ ਰਾਜਸਥਾਨ 'ਚ ਕਿਸਾਨਾਂ ਨੇ ਸੰਘਰਸ਼ ਕੀਤਾ ਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਛੋਟੇ ਵਪਾਰੀ ਸ਼ਾਮਲ ਹੋਏ। ਜਦ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਵੀ ਇਹਦਾ ਸੰਘਰਸ਼ ਦਾ ਕਿਸਾਨਾਂ ਤੁਸੀਂ ਕਿਉਂ ਆਏ, ਕਹਿੰਦੇ ਜੇ ਤੁਸੀਂ ਇਹਨਾਂ ਨੂੰ 4 ਪੈਸੇ ਦਿਓਗੇ ਨਹੀਂ ਇਹ ਸਾਡੇ ਕੋਲ ਕਿੱਥੋਂ ਆਉਣਗੇ, ਸਾਡਾ ਵਪਾਰ ਹੈ ਜਾਂ ਜਿਹੜੇ ਸਾਡੇ ਕਾਰੋਬਾਰ ਨੇ ਉਹ ਕਿਵੇਂ ਚੱਲਣਗੇ। ਇਸ ਲਈ ਸਮਾਜ ਦੇ ਸੋਚਣ ਦਾ ਵੇਲਾ ਆ ਗਿਆ ਕਿ ਸਾਨੂੰ ਕਾਰਾਂ, ਕੋਠੀਆਂ, ਜਹਾਜ਼ਾਂ, ਫੋਨਾਂ ਤੇ ਇਹਨਾਂ ਵਰਗੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਬਿਨਾਂ ਸਰ ਸਕਦਾ ਹੈ, ਪਰ ਸਾਨੂੰ ਕਦੇ ਵੀ ਰੋਟੀ ਤੋਂ ਬਿਨਾਂ ਸਰਨਾ। ਰੋਟੀ ਸਾਨੂੰ ਖੇਤੀਬਾੜੀ ਖੇਤਰ ਤੋਂ ਬਿਨਾਂ ਨਹੀਂ ਮਿਲਣੀ। ਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੇ ਸੋਚਣ ਦੀ ਗੱਲ ਇਹ ਹੈਗੀ ਕਿ 1960 'ਚ ਜਦੋਂ ਸਾਡੇ ਅੰਨ ਪਦਾਰਥਾਂ ਦੀ ਬਹੁਤ ਥੁੜ ਸੀ, ਉਸ ਮੌਕੇ ਸਾਡੀ ਕੇਂਦਰ ਸਰਕਾਰ ਦੀ ਠੂਠਾ ਫੜਨ ਵਰਗੀ ਨੌਬਤ ਸੀ ਤੇ PL 480 ਥੱਲੇ ਅਮਰੀਕਾ ਤੋਂ ਅਸੀਂ ਅਨਾਜ ਮੰਗਵਾਉਂਦੇ ਰਹੇ ਜਿਹਦੀ ਵੱਡੀ ਕੀਮਤ ਸਾਨੂੰ ਧਾਰਨੀ ਪਈ। ਤੇ ਉਸ ਮੌਕੇ ਸਾਡੀ ਜਿਹੜੀ ਜਨਸੰਖਿਆ ਸੀ 44 ਕਰੋੜ ਤੋਂ ਘੱਟ ਸੀ, ਕਿਉਂਕਿ ਸਾਡੀ 44 ਕਰੋੜ ਜਨਸੰਖਿਆ 1971 'ਚ ਆ ਕੇ ਹੁੰਦੀ ਹੈ। ਜਦ ਤੱਕ ਤਾਂ ਪੰਜਾਬ ਨੇ ਬਹੁਤ ਵੱਡਾ ਯੋਗਦਾਨ ਪਾਤਾ ਸੀ ਇਸ ਪਾਸੇ, ਕਣਕ ਦੀ ਉਤਪਾਦਕਤਾ ਦੇ ਉਤਪਾਦਨ ਨੂੰ ਇੰਨਾ ਵਧਾਤਾ ਸੀ ਕਿ ਅਮਰੀਕਾ ਤੋਂ ਸਾਨੂੰ ਅਨਾਜ ਮੰਗਵਾਉਣ ਦੀ ਲੋੜ ਖਤਮ ਕਰ ਦਿੱਤੀ ਸੀ। ਤੇ ਹੁਣ ਤਾਂ ਸਾਡੀ ਜਿਹੜੀ ਜਨਸੰਖਿਆ ਹੈ ਉਹ ਤਾਂ 140 ਕਰੋੜ ਵੱਲ ਨੂੰ ਵੱਧ ਰਹੀ ਹੈ। ਜਿਹੜਾ ਅੱਗੇ ਅਨਾਜ ਮੰਗਵਾਉਣਾ ਸੀ ਉੱਥੇ ਤਾਂ PL 480 ਦੀਆਂ ਸ਼ਰਤਾਂ ਮੰਨੀਆਂ ਸੀ। ਹੁਣ ਤਾਂ ਅਨਾਜ ਕਾਰਪੋਰੇਸ਼ਨਾਂ ਦੇ ਕਾਰਟਲ ਨੇ, ਜਦੋਂ ਉਹਨਾਂ ਨੂੰ ਪਤਾ ਲੱਗਣਾ ਭਾਰਤ ਵਰਗੇ ਦੇਸ਼ ਨੂੰ ਅਨਾਜ ਚਾਹੀਦਾ ਹੈ ਜਿੱਥੇ ਦੁਨੀਆ ਦੀ ਬਹੁਤੀ ਪਾਪੂਲੇਸ਼ਨ ਰਹਿੰਦੀ ਹੈ, ਤਾਂ ਉਹਨਾਂ ਨੇ ਇੱਕਦਮ ਕੀਮਤਾਂ ਅਸਮਾਨ ਨੂੰ ਲਾ ਦੇਣੀਆਂ। ਨਾ ਠੂਠੇ 'ਚ ਸਾਡੇ ਅਨਾਜ ਪੈਣਾ, ਨਾ ਸਾਡੀਆਂ ਮਿਹਨਤਾਂ ਨਾਲ ਸਾਨੂੰ ਅਨਾਜ ਮਿਲਣਾ। ਅਨਾਜ ਉਸ ਕੀਮਤ 'ਤੇ ਮਿਲਣਾ ਜਿਹੜਾ ਅਸੀਂ ਕਦੇ ਵੀ ਦੇ ਨਹੀਂ ਸਕਾਂਗੇ। ਸਾਡੇ ਲੋਕ ਭੁੱਖੇ ਮਰਨ ਦੀ ਨੌਬਤ ਵੱਲ ਨੂੰ ਆ ਸਕਦੇ ਨੇ। ਜਿਹੜੀਆਂ ਤਿੰਨੇ ਆਰਡੀਨੈਂਸਿਸ ਹੈ, ਇਹਦੇ ਪਿੱਛੇ MSP ਨੂੰ ਖਤਮ ਕਰਨਾ, ਨਿੱਜੀ ਮੰਡੀਆਂ ਨੂੰ ਲਿਆਉਣਾ ਤੇ ਨਾਲ ਇਹ ਸਰਕਾਰੀ ਖਰੀਦ ਤੋਂ ਭੱਜਣਾ। ਇਹਦੇ ਨਾਲ ਗੱਲ ਤਾਂ ਇਹ ਵੀ ਹੈਗੀ ਕਿ ਇਹਨਾਂ ਤਿੰਨਾਂ ਆਰਡੀਨੈਂਸਿਸ ਦੇ ਨਾਲ ਕਾਰਪੋਰੇਟ ਖੇਤੀ ਨੂੰ ਪ੍ਰਮੋਟ ਕਰਨਾ, ਕਿਉਂਕਿ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਨੇ ਬਾਰ-ਬਾਰ ਸੁਝਾਅ ਦਿੱਤਾ ਕਿ ਸਾਡੇ ਦੇਸ਼ 'ਚ 500 ਸੂਬਾ ਸਰਕਾਰਾਂ ਨੂੰ ਸੁਝਾਅ ਦਿੱਤਾ ਕਿ 500 ਤੋਂ 1000 ਏਕੜ ਦੇ ਫਾਰਮ ਬਣਾਏ ਜਾਣ। ਜੇ ਉਹ ਫਾਰਮ ਹੋਣਗੇ ਕਾਰਪੋਰੇਸ਼ਨਾਂ ਦੇ, ਪਹਿਲੀ ਗੱਲ ਤਾਂ ਜਿਹੜੀ 50% ਪਾਪੂਲੇਸ਼ਨ ਖੇਤੀਬਾੜੀ ਦੇ ਡਿਪੈਂਡੈਂਟ ਹੈ ਉਹਨੂੰ ਕਿੱਥੇ ਲੈ ਕੇ ਜਾਵਾਂਗੇ। ਦਲੀਲ ਦਿੱਤੀ ਜਾਂਦੀ ਹੈ ਕਿ ਉਹਨਾਂ ਉਦਯੋਗਾਂ 'ਚ ਰੁਜ਼ਗਾਰ ਮਿਲੂਗਾ। ਕਰੋਨਾ ਮਹਾਮਾਰੀ ਨੇ ਚਿੱਟੇ ਦਿਨ ਵਾਂਗ ਸਪਸ਼ਟ ਕਰਤਾ ਕਿ ਜਿਹੜੇ ਸਾਡੇ ਉਦਯੋਗ ਨੇ ਉਹਦਾ 15 ਦਿਨ ਵੀ ਇਹਨਾਂ ਨੂੰ ਬਿਠਾ ਕੇ ਖਵਾ ਨਹੀਂ ਸਕੇ। ਰੁਜ਼ਗਾਰ ਦੇਣ ਦੀਆਂ ਗੱਲਾਂ ਦੂਰ ਦੀਆਂ ਨੇ। ਜਿਹੜਾ ਸੇਵਾਵਾਂ ਦਾ ਖੇਤਰ ਹੈ ਉਹ 'ਚ ਥੋੜ੍ਹੇ ਬਹੁਤੇ ਮੌਕੇ ਹੋ ਸਕਦੇ ਨੇ ਜੇ ਸਾਡੀ ਅਰਥ ਵਿਵਸਥਾ ਠੀਕ ਚੱਲਦੀ ਹੋਵੇ, ਪਰ ਉਹ ਤਾਂ ਇੰਗਲਿਸ਼ ਬੋਲਣ ਵਾਲਿਆਂ ਤੇ ਕੰਪਿਊਟਰ ਸਾਇੰਸ ਦੀਆਂ ਐਪਲੀਕੇਸ਼ਨ ਵਾਲਿਆਂ ਨੇ। ਸਾਡੇ ਕਿਸਾਨਾਂ ਨੂੰ ਤਾਂ ਜਿਹੜਾ ਹੈਗਾ ਬਹੁਤੇ ਅਨਪੜ੍ਹ ਨੇ ਜਾਂ ਜਿਹੜੇ ਪੜ੍ਹੇ ਨੇ ਉਹ ਬਹੁਤ ਘੱਟ ਪੜ੍ਹੇ ਹੋਏ ਨੇ, ਉੱਥੇ ਵੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ। ਇਸ ਲਈ ਜਿੱਧਰ ਨੂੰ ਅਸੀਂ ਇਹ ਆਰਡੀਨੈਂਸ ਲੈ ਕੇ ਜਾ ਰਹੇ ਹਾਂ, ਜਿਹੜੀਆਂ ਕਾਰਪੋਰੇਸ਼ਨਾਂ ਨੇ ਉੱਥੇ ਸੋਸ਼ਲ ਰਿਸਪੌਂਸਿਬਿਲਿਟੀ ਦੀ ਗੱਲ ਕੀਤੀ ਜਾਂਦੀ ਹੈ। ਹੁਣ ਕਰੋਨਾ ਮਹਾਮਾਰੀ ਨੇ ਸਿੱਧ ਕਰਤਾ ਕਿ ਕਾਰਪੋਰੇਸ਼ਨਾਂ ਕਦੇ ਵੀ ਸੋਸ਼ਲੀ ਰਿਸਪੌਂਸੀਬਲ ਹੋ ਹੀ ਨਹੀਂ ਸਕਦੀਆਂ। ਕਹਿਣ ਨੂੰ ਥੋੜ੍ਹਾ ਬਹੁਤਾ ਖਰਚਾ ਅੱਖਾਂ ਪੂੰਝਣ ਲਈ ਦਿਖਾਉਂਦੀਆਂ ਨੇ, ਪਰ ਕਾਰਪੋਰੇਸ਼ਨਾਂ ਤਾਂ ਸਿਰਫ ਉਹਦੇ ਪ੍ਰੋਫਿਟ ਵਧਾਉਂਦੀਆਂ ਨੇ। ਹੁਣ ਦੁਨੀਆ ਦੇ ਅਰਥਚਾਰੇ ਦੀਆਂ ਚੂੜਾਂ ਹਿੱਲੀਆਂ ਹੋਏ ਨੇ, ਸਮਾਜਿਕ ਤਾਣੇ ਬਣੇ ਟੁੱਟ ਰਹੇ ਨੇ, ਪਰ ਜਿਹੜੇ ਕਾਰਪੋਰੇਸ਼ਨਾਂ ਨੇ ਜਾਂ ਅੱਤ ਦੇ ਅਮੀਰ ਲੋਕ ਨੇ ਉਹ ਹੋਰ ਜ਼ਿਆਦਾ ਅਮੀਰ ਹੋ ਰਹੇ ਨੇ। ਇਸ ਲਈ ਸਾਨੂੰ ਲੋੜ ਤਾਂ ਹੈਗੀ ਕਿ ਜਿਹੜਾ ਸਾਡਾ ਆਰਥਿਕ ਵਿਕਾਸ ਮਾਡਲ ਹੈ ਉਹਦੇ ਬਾਰੇ ਸੋਚਿਆ ਜਾਵੇ, ਉਹ ਲੋਕ ਪੱਖੀ ਹੋਵੇ, ਕੁਦਰਤ ਪੱਖੀ ਹੋਵੇ, ਤੇ ਜਿਹੜੇ ਇਹੋ ਜਿਹੇ ਆਰਡੀਨੈਂਸਿਸ ਹੈ ਉਹਨਾਂ ਨੂੰ ਇੱਕਦਮ ਵਾਪਸ ਲਿਆ ਜਾਣਾ ਚਾਹੀਦਾ। ਸਾਡੀ ਖੇਤੀਬਾੜੀ ਨੀਤੀਆਂ ਇਹੋ ਜਿਹੀਆਂ ਬਣਾਉਣੀਆਂ ਚਾਹੀਦੀਆਂ ਨੇ ਜਿਹੜੇ 50% ਲੋਕ ਸਾਡੇ ਖੇਤੀਬਾੜੀ ਤੇ ਨਿਰਭਰ ਹੈ, ਜਿਨ੍ਹਾਂ ਨੂੰ ਅਸੀਂ ਦੂਜੇ ਪਾਸੇ ਚੰਗਾ ਅਲਟਰਨੇਟਿਵ ਦੇ ਕੇ ਨਹੀਂ ਜਾ ਸਕਦੇ। ਇਹ ਉਹਨਾਂ ਦੀਆਂ ਮੁੱਢਲੀਆਂ 7 ਲੋੜਾਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ ਸਤਿਕਾਰਯੋਗ ਢੰਗ ਨਾਲ ਪੂਰੀਆਂ ਹੋ ਸਕਣ। ਉਹ MSP ਅਤੇ ਇਹ ਪ੍ਰੋਕਿਉਰਮੈਂਟ ਤੋਂ ਬਿਨਾਂ, ਜਿਹੜੀ ਅਸ਼ੋਰਡ ਪ੍ਰੋਕਿਉਰਮੈਂਟ ਹੈ ਉਸ ਤੋਂ ਬਿਨਾਂ ਬਹੁਤ ਜ਼ਿਆਦਾ ਹੋਰ ਕੁਝ ਕਰਨ ਦੀ ਲੋੜ ਹੈ, ਜਿਹੜੇ ਸਰਕਾਰੀ ਨੀਤੀਆਂ 'ਚ ਬਦਲਾਅ ਕਰਕੇ ਹੀ ਆ ਸਕਦਾ ਹੈ।
ਸੋ ਇਹਨਾਂ ਆਰਡੀਨੈਂਸਿਸ ਨੂੰ ਵਾਪਸ ਲੈਂਦੇ ਹੋਏ ਦੂਜੀਆਂ ਖੇਤੀਬਾੜੀ ਨਾਲ ਸੰਬੰਧਿਤ ਕੇਂਦਰ ਸਰਕਾਰ ਦੇ ਸੂਬਾ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਕਿਸਾਨ ਪੱਖੀ, ਖੇਤ ਮਜ਼ਦੂਰ ਪੱਖੀ, ਛੋਟੇ ਕਾਰੀਗਰ ਪੱਖੀ, ਕੁਦਰਤ ਪੱਖੀ ਸਾਨੂੰ ਬਣਾਉਣਾ ਪਊਗਾ। ਇਸ ਸੰਬੰਧ 'ਚ ਮੈਂ ਇੰਨਾ ਕੁ ਗੱਲ ਕਹਿਣਾ। ਹੁਣ ਮੈਂ ਉਡੀਕ ਕਰੂੰਗਾ ਕਿ ਤੁਹਾਡੇ ਸਵਾਲ ਆਉਣ ਤਾਂ ਕਿ ਆਪਾਂ ਸੰਵਾਦ ਰਚਾ ਸਕੀਏ। ਸਰ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਬਰੀਕੀ ਦੇ ਵਿੱਚ ਕਰੋਨਾ ਕਾਲ ਤੋਂ ਲੈ ਕੇ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ 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 ਹਾਂਜੀ ਹਾਂਜੀ ਸਰ, ਆਵਾਜ਼ ਆ ਰਹੀ ਹੈ ਜੀ? ਨਹੀਂ ਆ ਰਹੀ। ਹੈਲੋ ਹੈਲੋ ਵੈਸਾ ਆਵਾਜ਼ ਨਹੀਂ ਆ ਰਹੀ ਤੁਹਾਡੀ ਬਿਲਕੁਲ ਵੀ। ਹੈਲੋ ਜੇ ਕਿਸ ਤਰ੍ਹਾਂ ਜੇ ਆਵਾਜ਼ ਵੀ ਨਹੀਂ ਆਉਂਦੀ ਤੁਸੀਂ ਕੁਐਸਚਨ ਡਿਸਪਲੇ ਕਰ ਸਕਦੇ ਹੋ, ਫਿਰ ਵੀ ਆਪਾਂ ਗੱਲ ਤੋਰ ਸਕਦੇ ਹੈਗੇ। ਹੈਲੋ ਮੇਰਾ ਮਿਊਟ ਤਾਂ ਉਹਨਾਂ ਨੂੰ ਨਹੀਂ ਆ ਰਹੀ। ਹੈਲੋ ਸਰ ਤੁਸੀਂ ਮਿਊਟ ਤਾਂ ਨਹੀਂ ਕੀਤਾ ਹੋਇਆ? ਆਵਾਜ਼ ਆ ਰਹੀ ਹੈ। ਜੇ ਕੁਐਸਚਨ ਡਿਸਪਲੇ, ਜੇ ਆਵਾਜ਼ ਦੀ ਠੀਕ ਨਹੀਂ ਹੋ ਸਕਦੀ, ਜੇ ਤੁਸੀਂ ਕੁਐਸਚਨ ਵੀ ਡਿਸਪਲੇ ਕਰ ਸਕਦੇ ਹੋ ਤਾਂ ਵੀ ਮੈਂ ਉਹਦੇ ਜਵਾਬ ਦੇਵਾਂ, ਤਾਂ ਕਿ ਆਪਾਂ ਸੰਵਾਦ ਕਰ ਲੂ। ਬਈ ਚੰਗੀ ਗੱਲ ਹੈ ਕਿ ਜੇ ਤੁਹਾਡਾ ਟੈਕਨੀਕਲ ਫਾਲਟ ਹੈ ਕੋਈ ਉਹਨੂੰ ਦੂਰ ਕਰ ਲਓ ਤਾਂ ਕਿ ਆਪਾਂ ਗੱਲ ਅੱਗੇ ਤੋਰ ਸਕੀਏ। ਹੈਲੋ ਹੈਲੋ ਸਰ ਨੂੰ ਨਹੀਂ ਆ ਰਹੀ, ਫੋਨ ਵੀ ਨਹੀਂ ਕਰ ਸਕਦੇ ਨਾ। ਹੈਲੋ ਹੈਲੋ ਵੈਸੇ ਮੇਰੀ ਆਵਾਜ਼ ਤੁਹਾਡੇ ਕੋਲ ਆ ਰਹੀ ਹੈ? ਮੇਰੀ ਆਵਾਜ਼ ਚਲੋ ਜਦ ਤੱਕ ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ। ਜਦ ਤੱਕ ਤੁਸੀਂ ਆਪਦੀ ਆਵਾਜ਼ ਨੂੰ ਠੀਕ ਕਰਦੇ ਹੋ ਤੇ ਮੈਂ ਇੱਕ ਦੋ ਗੱਲਾਂ ਹੋਰ ਕਹਿ ਦਿੰਦਾ ਜੇ ਰਿਵਾਈਵ ਹੋ ਸਕੇ। ਹਾਂਜੀ ਤੋ ਇਹਨੂੰ ਠੀਕ ਕਰ ਸਕੋ। ਇਹ ਸਾਰੀਆਂ ਜਿਹੜੀਆਂ ਨੀਤੀਆਂ ਬਣ ਰਹੀਆਂ ਨੇ ਇਹ 'ਚ ਕੁਛ ਸਾਡੇ ਅਰਥ ਵਿਗਿਆਨੀਆਂ ਦਾ ਵੀ ਯੋਗਦਾਨ ਹੈ ਜਿਹੜਾ ਕਿ ਨਕਾਰਾਤਮਕ ਹੈਗਾ। ਤੇ ਉਹ ਸਾਰੇ ਕਾਸੇ ਨੂੰ ਇਸ ਤਰ੍ਹਾਂ ਦੇ ਬਣਾਉਂਦੇ ਹੋਏ ਉਹ ਕਹਿੰਦੇ ਵੀ ਇਹ ਪੱਕਾ ਇਲਾਜ ਹੈ। ਇਹ ਸਾਡੇ ਪਿੰਡਾਂ 'ਚ ਵੀ ਕੁਝ ਪੱਕਾ ਇਲਾਜ ਕਰਨ ਵਾਲੇ ਹੁੰਦੇ ਨੇ, ਉਹ ਸੱਪ ਦੇ ਲੜੇ ਉਹਦਾ ਵੀ ਪੱਕਾ ਇਲਾਜ ਦੱਸਦੇ ਨੇ। ਉਹ ਕਹਿੰਦੇ ਜਿੱਥੇ ਸੱਪ ਲੜਦਾ ਹੈ ਉਹਦੇ ਉੱਪਰੋਂ ਪਰਨੇ ਨਾਲ ਜਾਂ ਕੱਪੜੇ ਨਾਲ ਜ਼ੋਰ ਦੀ ਬੰਨ੍ਹ ਦਿਓ ਅਤੇ ਫਿਰ ਉਹਨੂੰ ਹੈਲੋ ਸਰ ਤੁਸੀਂ ਮਿਊਟ ਕੀਤਾ ਹੋਇਆ ਮੈਨੂੰ, ਤੁਸੀਂ ਮੈਨੂੰ ਮਿਊਟ ਕੀਤਾ ਹੋਇਆ, ਮੈਨੂੰ ਅਨਮਿਊਟ ਕਰੋ ਤੁਸੀਂ। ਨਹੀਂ ਨਹੀਂ ਤੁਹਾਡੇ ਤੋਂ ਮਿਊਟ ਹੋਇਆ ਜੀ। ਮੇਰਾ ਜਿਹੜਾ ਹੈਗਾ ਮੇਰੀ ਜਿਹੜਾ ਆਈਕਨ ਹੈ ਨਾ ਉਹ ਮਿਊਟ ਹੋਇਆ ਤਾਂ ਨਹੀਂ, ਬਾਕੀਆਂ ਕੋਲੇ ਆਵਾਜ਼ ਆ ਰਹੀ ਹੈ, ਤੁਹਾਡੇ ਕੋਲ ਨਹੀਂ ਆ ਰਹੀ। ਪ੍ਰਭਜੋਤ ਇਹਨੂੰ ਬੰਦ ਕਰਿਓ।
ਹਾਂਜੀ ਦੋਸਤੋ, ਥੋੜੀ ਜੀ ਤਕਨੀਕੀ ਖਰਾਬੀ ਜਿਹੜੀ ਹੈਗੀ, ਤਕਨੀਕੀ ਸਮੱਸਿਆ ਆ ਗਈ ਸੀ। ਡਾਕਟਰ ਸਾਹਿਬ ਦੇ ਜਿਹੜੇ ਫੋਨ ਤੇ ਸੀਗੀ ਉਹ ਮੇਰੀ ਪ੍ਰੋਫਾਈਲ ਜਿਹੜੀ ਹੈ ਉਹਨਾਂ ਨੇ ਮਿਊਟ ਕੀਤੀ ਹੋਈ ਸੀ। ਉਹ ਥੋੜੇ ਸਮੇਂ ਦੇ ਵਿੱਚ ਹੀ ਜੁੜ ਰਹੇ ਨੇ, ਫਿਰ ਆਪਾਂ ਸਵਾਲ ਜਵਾਬ ਦਾ ਜਿਹੜਾ ਸੈਸ਼ਨ ਆ ਉਹ ਅੱਗੇ ਰੱਖਾਂਗੇ। ਤੁਸੀਂ ਨਾਲ ਬਣੇ ਰਹਿਣਾ। ਡਾਕਟਰ ਸਾਹਿਬ ਆ ਗਏ ਨੇ। ਮਿਊਟ ਹੋਇਆ ਜੀ, ਪ੍ਰੋਫੈਸਰ ਲਖਵੀਰ ਸਿੰਘ ਦੇ ਨਾਲ ਆ ਰਿਹਾ ਮਿਊਟ ਹੋਏ ਦਾ, ਤੁਸੀਂ ਚੈੱਕ ਕਰੋ। ਹੈਲੋ, ਹਾਂ ਹੁਣ ਹੋ ਗਿਆ। ਆ ਤੁਹਾਡਾ ਮਿਊਟ ਹੋਇਆ ਸੀ। ਹਾਂਜੀ ਹਾਂਜੀ। ਅੱਛਾ, ਮੈਂ ਤੁਹਾਡੇ ਕੋਈ ਸਵਾਲ ਲੈਣ ਤੋਂ ਪਹਿਲਾਂ ਜਿਹੜੀ ਗੱਲ ਤੋਰੀ ਸੀ ਉਹ ਵੀ ਕਹਿ ਦਿੰਦਾ। ਇਹ ਕੁਝ ਸਾਡੇ ਪਿੰਡਾਂ 'ਚ ਬੰਦੇ ਹੁੰਦੇ ਨੇ ਜਿਹੜੇ ਪੱਕਾ ਇਲਾਜ ਦੱਸਦੇ ਨੇ, ਕਹਿੰਦੇ ਜੇ ਸੱਪ ਲੜ ਜਾਵੇ, ਜਿੱਥੇ ਸੱਪ ਲੜਦਾ ਹੈ ਉਹਦੇ ਥੱਲਿਓਂ ਜਿਹੜਾ ਪਰਨੇ ਨਾਲ ਜਾਂ ਦੁਪੱਟੇ ਨਾਲ ਬੰਨ੍ਹ ਕੇ ਚਾਕੂ ਨਾਲ ਉਹਨੂੰ ਖੁਰਚ ਦਿਓ, ਉਹਦੇ ਵਿੱਚ ਫਿਰ ਸੁਰਮਾ ਭਰ ਦਿਓ ਤੇ ਮੁੜ ਕੇ ਸੱਪ ਦਾ ਜ਼ਹਿਰ ਨਹੀਂ ਚੜੂਗਾ। ਜੇ ਸੱਪ ਲੜਿਆ ਹੋਵੇ ਹਿੱਕ ਤੇ, ਉਹਨੂੰ ਉੱਪਰੋਂ ਬੰਨਣਾ, ਉੱਪਰੋਂ ਗਲ ਤੋਂ ਬੰਨ੍ਹਦੀਏ, ਬੰਦਾ ਉੱਥੇ ਹੀ ਮਰ ਜਾਊ। ਜਿਹੜੇ ਸਾਡੇ ਇਸ ਤਰ੍ਹਾਂ ਦੇ ਸਰਕਾਰੀ ਦਰਬਾਰੀ ਜਗਾੜੀ ਬੰਦੇ ਨੇ, ਜਿਹੜੇ 2 ਜਮਾ 2 ਨੂੰ 3 ਜਾਂ 5 ਪ੍ਰੂਵ ਕਰਨ ਦਾ ਆਰਟ ਰੱਖਦੇ ਨੇ ਨਿੱਕੀਆਂ ਨਿੱਕੀਆਂ ਰੈਤਾਂ ਲੈਣ ਲਈ, ਸਾਨੂੰ ਉਹਨਾਂ ਤੋਂ ਵੀ ਬਚਣਾ ਪਊਗਾ। ਸਾਨੂੰ ਤਾਂ ਲੋਕ ਪੱਖੀ ਗੱਲ ਕਰਨੀ ਪੈਣੀ ਹੈ, ਕੁਦਰਤ ਪੱਖੀ ਗੱਲ ਕਰਨੀ ਪੈਣੀ ਹੈ। ਹੁਣ ਆਪਾਂ ਇਹਨੂੰ ਅੱਗੇ ਲਿਆਓ ਜੀ, ਸਵਾਲ ਜਿਹੜੇ ਹੈਗੇ ਉਹਨਾਂ ਆਪਾਂ ਗੱਲ ਕਰੀਏ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜੀ ਦਰੁਸਤ ਗੱਲ ਕੀਤੀ ਆ। ਖਾਸ ਤੌਰ ਤੇ ਗੜਵਾਈ ਜਿਹੜੇ ਸਾਡੇ ਅੱਜ ਕੱਲ੍ਹ ਦੇ ਜਿਹੜੇ ਅਰਥ ਸ਼ਾਸਤਰੀ ਨੇ, ਉਹਨਾਂ ਨੇ ਬੜੇ ਜਿਹੜਾ ਸਾਡਾ ਸਰਕਾਰ ਦੇ ਪੱਖੀ ਬਣੇ ਹੋਏ ਨੇ ਤੇ ਉਹਨਾਂ ਨੇ ਕਿਸਾਨਾਂ ਦਾ ਖਾਸ ਤੌਰ ਤੇ ਘਾਣ ਕੀਤਾ। ਇਸ ਦੌਰ ਦੇ ਵਿੱਚ ਵੀ, ਇਹਨਾਂ ਆਰਡੀਨੈਂਸਾਂ ਦੇ ਦੌਰ ਦੇ ਵਿੱਚ ਵੀ ਉਹ ਆਪਣਾ ਜਿਹੜਾ ਡੁਗਡੁਗੀ ਆ ਉਹ ਵਜਾ ਰਹੇ। ਤੁਸੀਂ ਬੜੀ ਬਰੀਕੀ ਦੇ ਵਿੱਚ ਇਹਨਾਂ ਆਰਡੀਨੈਂਸਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਬੜੀ ਸਰਲ ਭਾਸ਼ਾ ਦੇ ਵਿੱਚ। ਜਿਹੜੇ ਸਾਡੇ ਸਰੋਤੇ ਖਾਸ ਤੌਰ ਤੇ ਜੁੜੇ ਹੋਏ ਨੇ, ਉਹ ਕਿਸਾਨੀ ਜਿਹੜੇ ਖੇਤਰ ਦੇ ਨਾਲ ਸੰਬੰਧ ਰੱਖਣ ਵਾਲੇ ਨੇ, ਬੜੀ ਸਰਲ ਭਾਸ਼ਾ ਦੇ ਵਿੱਚ ਤੁਸੀਂ ਇਹਨਾਂ ਆਰਡੀਨੈਂਸਾਂ ਦੀ ਜਿਹੜੀ ਰਾਜਨੀਤੀ ਆ ਉਹਨੂੰ ਸਮਝਾਇਆ। ਕਰੋਨਾ ਕਾਲ ਤੋਂ ਲੈ ਕੇ ਕਾਰਪੋਰੇਟ ਸੈਕਟਰ ਕਿਵੇਂ ਕਿਸਾਨਾਂ ਦੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਸਰਕਾਰ ਕਾਰਪੋਰੇਟ ਸੈਕਟਰ ਨੂੰ ਕਿਵੇਂ ਮੰਡੀਆਂ ਦੇ ਵਿੱਚ ਲਿਆ ਕੇ ਕਿਸਾਨਾਂ ਨੂੰ ਉਹਨਾਂ ਅੱਗੇ ਸਿੱਟ ਰਹੀ ਹੈ। ਇਹਦੀਆਂ ਬੜੀਆਂ ਬਰੀਕੀ ਦੇ ਵਿੱਚ ਤੁਸੀਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਕੁਝ ਸਵਾਲ ਨੇ ਜਿਹੜੇ ਮੇਰੇ ਤਰਫੋਂ ਵੀ ਹੋਣਗੇ ਤੇ ਸਾਡੇ ਸਰੋਤਿਆਂ ਦੇ ਤਰਫੋਂ ਵੀ ਹੋਣਗੇ, ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਇਸ ਸੈਸ਼ਨ ਦੇ ਵਿੱਚ ਆਪਾਂ ਉਹਨਾਂ ਸਵਾਲਾਂ ਜਵਾਬਾਂ ਦੇ ਕੁਝ ਜਿਹੜੇ ਸਵਾਲਾਂ ਜਵਾਬਾਂ ਦੇ ਸੈਸ਼ਨ ਦੇ ਰਾਹੀਂ ਕੁਝ ਤਲਾਸ਼ਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਜਿਹੜਾ ਸਾਡਾ ਸੰਘਵਾਦ ਆ, ਜਿਹੜਾ ਸਾਡਾ ਫੈਡਰਲ ਸਿਸਟਮ ਆ, ਖਾਸ ਤੌਰ ਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਫੈਡਰਲ ਸਿਸਟਮ ਨੂੰ ਢਾਹ ਲਾਈ ਜਾ ਰਹੀ ਆ। ਵੱਖ-ਵੱਖ ਅਸੀਂ ਸਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਉਹਦੇ ਵਿੱਚ ਦੇਖਦੇ ਹਾਂ। ਜਿਹੜਾ ਖੇਤੀ ਸੈਕਟਰ ਦਾ ਫੈਡਰਲਿਜ਼ਮ ਸੀ, ਜਾਂ ਖੇਤੀ ਦੇ ਸੈਕਟਰ ਦੇ ਵਿੱਚ ਜਿਹੜਾ ਸਾਡਾ ਸੰਘਵਾਦ ਸੀ, ਉਹ ਇਸ ਸਮੇਂ ਦੇ ਵਿੱਚ ਉਹਨੂੰ ਬੜੇ ਖਤਰੇ ਦਰਪੇਸ਼ ਨੇ। ਅਗਲੇ ਸਮੇਂ ਦੇ ਵਿੱਚ ਜਾਂ ਅਜੋਕੇ ਦੌਰ ਦੇ ਵਿੱਚ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਰਾਜਾਂ ਦਾ ਤੇ ਸੈਂਟਰ ਦਾ ਜਿਹੜਾ ਕਲੈਸ਼ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧਣਾ, ਇਹਨੂੰ ਤੁਹਾਡੀ ਜਿਹੜੀ ਤੁਹਾਡੀ ਦ੍ਰਿਸ਼ਟੀ ਆ ਉਹ ਕਿਸ ਤਰੀਕੇ ਦੇ ਨਾਲ ਦੇਖਦੀ ਹੈ? ਦੇਖੋ, ਜਿਹੜਾ ਸੰਘਵਾਦ ਦੀ ਗੱਲ ਹੈ, ਇਹ ਉਹਨੂੰ ਅੱਜ ਦੀ ਸਰਕਾਰ ਨਹੀਂ, ਲੰਬੇ ਸਮੇਂ ਤੋਂ ਸਰਕਾਰਾਂ ਉਹਦੀ ਸੰਘੀ ਕੁੜਦੀ ਆ ਰਹੀਆਂ ਨੇ। ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਕੁਝ ਰਾਜਸੀ ਪਾਰਟੀਆਂ, ਜਿਵੇਂ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਦਾ, ਉਹ ਤਾਂ ਸੰਘਵਾਦ ਦਾ ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਚੱਲਦੇ ਸੀ, ਉਹਦਾ ਅਹਿਦ ਲੈ ਕੇ ਚੱਲਦੇ ਸੀ। ਪਰ ਉਹ ਤਾਂ ਹੁਣ ਇਹਨਾਂ 3 ਆਰਡੀਨੈਂਸ ਤੇ ਸਿਗਨੇਟਰੀ ਨੇ, ਉਹ ਵੀ ਇਸ ਤੋਂ ਭੱਜ ਗਏ। ਪਰ ਇਹਦੇ ਨਾਲ ਇਹ ਹੋਊਗਾ ਕਿ ਜੇ ਇਹ ਸਾਰਾ ਕੁਝ ਇਸ ਤਰ੍ਹਾਂ ਹੋਣ ਲੱਗ ਗਿਆ, ਜਿਹੜੇ ਸਾਡੇ ਸੂਬਿਆਂ ਦੇ ਹੱਕ ਨੇ ਖੇਤੀਬਾੜੀ ਦੇ ਸੰਬੰਧ 'ਚ, ਅੱਜ ਖੇਤੀਬਾੜੀ ਸੂਬਿਆਂ ਦਾ ਸਬਜੈਕਟ ਹੈ, ਜੇ ਇਹਨੂੰ ਹੁਣ ਇਸ ਤਰ੍ਹਾਂ ਕਰ ਲਿਆ, ਇਹ ਤਾਂ ਫਿਰ ਕੇਂਦਰ ਕੋਲ ਚੱਲ ਜਾਊਗਾ। ਕੇਂਦਰ ਜਿਹੜੀਆਂ ਮਰਜ਼ੀ ਨੀਤੀਆਂ ਤੇ ਬਣਾਵੇ, ਜਦੋਂ ਕਿ ਖੇਤੀਬਾੜੀ 'ਚ ਲੋੜ ਹੈ ਕਿ ਖੇਤਰਾਂ ਦੇ ਵਿੱਚ ਉੱਥੇ ਸਮੱਸਿਆਵਾਂ ਨੂੰ ਦੇਖਦੇ ਹੋਏ। ਤੇ ਪਰ ਜੇ ਅਸੀਂ ਇਹਦਾ ਕੇਂਦਰੀਕਰਨ ਕਰੀ ਜਾਵਾਂਗੇ, ਮੁੜਕੇ ਦਾ ਕਾਰਪੋਰੇਟ ਫਾਰਮਿੰਗ ਵੱਲ ਨੂੰ ਵਧਣ ਦੀਆਂ ਤਿਆਰੀਆਂ ਨੇ, ਜਿਹਦੀ ਰਿਕਮੈਂਡੇਸ਼ਨ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਟਾਈਮ ਟੂ ਟਾਈਮ ਦਿੰਦਾ ਰਹਿੰਦਾ ਹੈਗਾ। ਤੇ ਉਹਦੇ ਨਾਲ ਜਿਹੜਾ ਹੈਗਾ, ਇਹ ਇਕੱਲਾ ਕਿਸਾਨੀ ਦਾ ਨੁਕਸਾਨ ਨਹੀਂ ਹੋਊਗਾ, ਇਹ ਕੁੱਲ ਮਿਲਾ ਕੇ ਸਾਰੇ ਦੇਸ਼ ਦਾ ਨੁਕਸਾਨ ਹੋਊਗਾ, ਪੂਰੇ ਸਮਾਜ ਦਾ ਨੁਕਸਾਨ ਹੋਊਗਾ। ਤੇ ਇਹਦੇ ਨਾਲ ਅਣਕਿਆਸੀਆਂ ਸਮੱਸਿਆਵਾਂ ਦੇ ਦਰਪੇਸ਼ ਅਸੀਂ ਹੋਵਾਂਗੇ ਤੇ ਮੁੜ ਕੇ ਅਨਾਜ ਕਿੱਥੋਂ ਲਵਾਂਗੇ, ਉਹਦੀਆਂ ਸਮੱਸਿਆਵਾਂ ਆਉਣਗੀਆਂ। ਤੇ ਫਿਰ ਜਿਹੜੀਆਂ ਸਾਡੇ ਸੂਬਾ ਸਰਕਾਰਾਂ ਨੇ, ਉਹਦਾ ਰੋਲ ਤਾਂ ਮਿਊਨਿਸਪੈਲਿਟੀਆਂ ਵਰਗਾ ਰਹਿ ਜਾਊਗਾ ਤੇ ਉਹਦਾ ਵਿਚਾਰੀਆਂ ਬਣ ਕੇ ਰਹਿ ਜਾਣਗੀਆਂ। ਤੇ ਉਹਨਾਂ ਦਾ ਜਿਹੜਾ ਹੈਗਾ, ਸਾਡੇ ਸੰਵਿਧਾਨ ਬਣਾਉਣ ਵਾਲਿਆਂ ਨੇ
ਜਿਹੜਾ ਯੋਗਦਾਨ ਉਹਦਾ ਸੋਚਿਆ ਸੀ ਉਹ ਯੋਗਦਾਨ ਕਿੱਥੇ ਜਾਊਗਾ। ਤੇ ਇਸ ਲਈ ਇਹ ਮਾੜੇ ਪਾਸੇ ਨੂੰ ਅਸੀਂ ਚੱਲ ਰਹੇ ਹਾਂ, ਇਹਨੂੰ ਰੋਕਣਾ ਬਣਦਾ ਹੈ। ਹਾਂਜੀ ਡਾਕਟਰ ਸਾਹਿਬ, ਇੱਕ ਬਖਸ਼ੀਸ਼ ਆਜ਼ਾਦ ਜੀ ਤੁਹਾਡੇ ਤੋਂ ਸਵਾਲ ਪੁੱਛ ਰਹੇ ਨੇ ਕਿ ਡਾਕਟਰ ਸਾਹਿਬ, ਕਿਸਾਨੀ ਤੋਂ ਇਲਾਵਾ ਇਹਨਾਂ ਆਰਡੀਨੈਂਸਾਂ ਦਾ ਦੂਜੇ ਤਬਕਿਆਂ ਤੇ ਕੀ ਪ੍ਰਭਾਵ ਪਵੇਗਾ? ਇਸ ਬਾਰੇ ਥੋੜਾ ਜਿਹਾ ਵਿਸਥਾਰ ਦੇ ਵਿੱਚ ਸਾਡੇ ਨਾਲ ਚਾਨਣਾ ਪਾਓ। ਦੇਖੋ ਜੀ, ਮੈਂ ਪਹਿਲਾਂ ਕਿਹਾ ਕਿ ਜਿਹੜੀ ਖੇਤੀਬਾੜੀ ਹੈ ਉਹ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ। ਕਦੇ ਕਦੇ ਤਾਂ ਸਾਡੇ ਕੁਝ ਵਿਦਵਾਨ ਇਹਨੂੰ ਇਕੱਲਾ ਕਿਸਾਨਾਂ ਨਹੀਂ, ਕਿਸਾਨਾਂ ਤੋਂ ਵੀ ਸੰਗੋੜ ਕੇ ਸਿਰਫ ਜੱਟਾਂ ਦੀ ਗੱਲ ਕਰਨ ਲੱਗ ਜਾਂਦੇ ਨੇ। ਇਹ ਜੱਟ ਇੱਕ ਜਾਤ ਹੈ ਜੀ। ਇਹ ਹੈ ਕਿ ਜੱਟ ਦੇ ਜਾਟ ਇਹ ਕਈ ਸੂਬਿਆਂ 'ਚ ਵੱਡੀ ਗਿਣਤੀ 'ਚ ਹੈਗੇ, ਜਿਵੇਂ ਪੰਜਾਬ ਹੈ ਜਾਂ ਹਰਿਆਣਾ ਜਾਂ ਇਸ ਤਰ੍ਹਾਂ ਦੇ ਹੋਰ ਸੂਬੇ ਨੇ, ਉੱਤਰ ਪ੍ਰਦੇਸ਼ ਹੈ। ਪਰ ਗੱਲ ਇਕੱਲੇ ਕਿਸਾਨਾਂ ਦੀ ਵੀ ਨਹੀਂ। ਕਿਸਾਨਾਂ ਤੋਂ ਬਿਨਾਂ ਖੇਤੀਬਾੜੀ 'ਚ ਕੁੱਲ ਤਿੰਨ ਵਰਗ ਨੇ। ਕਿਸਾਨ ਹੈ, ਖੇਤ ਮਜ਼ਦੂਰ ਦਾ, ਪਿੰਡੂ ਛੋਟਾ ਕਾਰੀਗਰ ਹੈ। ਪਰ ਇਹਦੇ ਨਾਲ ਨਾਲ ਚੌਥਾ ਵਰਗ ਆਮ ਖਪਤਕਾਰ ਵੀ ਹੈਗਾ। ਇਹਨਾਂ ਆਰਡੀਨੈਂਸ ਦੇ ਵਿੱਚ ਕਿਸਾਨਾਂ ਦੀ ਗੱਲ ਤਾਂ ਕੀਤੀ ਗਈ ਹੈ ਕਿ ਕਿਸਾਨਾਂ ਦੀ ਬਿਹਤਰੀ ਲਈ ਇਹ ਤਿੰਨੇ ਗੱਲਾਂ ਹੋਣਗੀਆਂ, ਪਰ ਉਹਨਾਂ 'ਚ ਤਾਂ ਕਿਸਾਨਾਂ ਦੀ ਬਿਹਤਰੀ ਨਹੀਂ, ਕਿਸਾਨਾਂ ਦੀ ਬਰਬਾਦੀ ਨਜ਼ਰ ਹੁੰਦੀ ਆ ਰਹੀ ਹੈ। ਪਰ ਦੂਜੀ ਗੱਲ, ਅੱਜ ਇਹ ਖੇਤੀ ਦੇ ਵਿੱਚ ਰੁੱਖੀ ਸੁੱਖੀ ਥੋੜ੍ਹੀ ਬਹੁਤੀ ਇੱਕ ਡੰਗ ਦੀ ਦੋ ਡੰਗ ਦੀ ਰੋਟੀ ਮਿਲਦੀ ਆ ਰਹੀ ਹੈ। ਪਰ ਸਾਨੂੰ ਕਰੋਨਾ ਮਹਾਮਾਰੀ ਨੇ ਇਹ ਸਾਹਮਣੇ ਲਿਆਤਾ ਹੈ ਕਿ ਜਿਹੜੇ ਉਦਯੋਗ ਨੇ ਉਹ ਤਾਂ 15 ਦਿਨਾਂ ਦੀ ਵੀ ਰੋਟੀ ਨਹੀਂ ਦੇ ਸਕਦੇ, ਪੂਰੇ ਸਾਲ ਦੀ ਰੋਟੀ ਕਿੱਥੋਂ ਦੇਣਗੇ। ਸੋ ਜਿਹੜੇ ਸਾਡੇ ਮਜ਼ਦੂਰ ਨੇ ਉਹਨਾਂ ਦੇ ਬਾਰੇ ਇਹ ਜਿਹੜੇ ਆਰਡੀਨੈਂਸ ਨੇ, ਜਦੋਂ ਖੇਤੀਬਾੜੀ ਨੂੰ ਉਜਾੜਨਗੇ, ਜਿਹੜੀ ਰੁੱਖੀ ਸੁੱਕੀ ਇੱਕ ਡੰਗ ਦੋ ਡੰਗ ਦੀ ਜਿਹੀ ਜਿਹੀ ਵੀ ਰੋਟੀ ਮਿਲਦੀ ਹੈ ਉਹ ਰੋਟੀ ਦਾ ਇੰਤਜ਼ਾਮ ਉਦਯੋਗ ਕਿੱਥੋਂ ਕਰਨਗੇ, ਤੇ ਉਹਨਾਂ ਬਾਰੇ ਨਹੀਂ ਸੋਚਿਆ ਗਿਆ। ਸਾਡਾ ਪੇਂਡੂ ਕਾਰੀਗਰ ਪਹਿਲਾਂ ਹੀ ਦਰਕਾਰਿਆ ਤੇ ਉਜਾੜਿਆ ਜਾ ਰਿਹਾ, ਉਹਨੂੰ ਮਜ਼ਦੂਰ ਬਣਾਇਆ ਜਾ ਰਿਹਾ। ਜੇ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਵੱਡੇ ਪੱਧਰ ਤੇ ਇੱਥੋਂ ਜਾਊਗਾ, ਪਰ ਜਾ ਕੇ ਮੁੜ ਕੇ ਉਹਦੇ ਲਈ ਇਹ ਰੁਜ਼ਗਾਰ ਦੇ ਮੌਕੇ ਕਿੱਥੇ ਹੋਣਗੇ, ਇਹ ਸਮਝ ਨਹੀਂ ਆਉਂਦਾ ਹੈਗਾ। ਇਹ ਸਿੱਧੀ ਗੱਲ ਹੈ ਕਿ ਇਹਨਾਂ ਨੂੰ ਦਰਕਾਰ ਕੇ ਉਜਾੜ ਕੇ ਜਿਹੜਾ ਹੈਗਾ ਘੱਟ ਤੋਂ ਘੱਟ ਮਜ਼ਦੂਰੀ ਦਰਾਂ ਤੇ ਇਹ ਉਦਯੋਗਾਂ ਦੇ ਵੱਲ ਧੱਕਣ ਦੀ ਤਿਆਰੀ ਹੈ। ਪਰ ਉਦਯੋਗ ਜਿਹੜੇ ਹੈਗੇ ਪਹਿਲਾਂ ਹੀ ਇਹਨਾਂ ਨੂੰ ਉਜਾੜ ਨਹੀਂ ਕਰ ਰਹੇ, ਉਦੋਂ ਸਾਡੇ ਸਾਹਮਣੇ ਆ ਗਿਆ। ਤੇ ਰਹੀ ਗੱਲ ਖਪਤਕਾਰਾਂ ਦੀ, ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਨੂੰ ਖਤਮ ਕਰਨ ਦੀ ਗੱਲ ਹੈਗੀ, ਨਰਮ ਕਰਨ ਦੀ ਗੱਲ ਹੈ, ਉਹ ਖਤਮ ਕਰਨ ਵਰਗੀ ਹੈ। ਉਹਦੇ ਨਾਲ ਸੰਤਾ ਆਲੂਆਂ ਨੇ ਹੁਣੇ ਰੰਗ ਦਿਖਾਉਣਾ ਸ਼ੁਰੂ ਕਰਤਾ। ਹਾਲੇ ਤਾਂ ਇਕੱਲੇ ਆਲੂ ਨੇ, ਅੱਗੇ ਅੱਗੇ ਦੇਖੋ ਜਿਸ ਤਰ੍ਹਾਂ ਵੱਡੀਆਂ ਕਾਰਪੋਰੇਸ਼ਨਾਂ ਜਾਂ ਕਾਰਟਲ ਇਹਨਾਂ 'ਤੇ ਕਬਜ਼ਾ ਕਰਕੇ ਮੁੜ ਕੇ ਇਹਨੇ ਕੀਮਤਾਂ ਅਸਮਾਨ ਨੂੰ ਲਾਉਣਗੀਆਂ ਤਾਂ ਫਿਰ ਲੋਕਾਂ 'ਚ ਹਾਹਾਕਾਰ ਮਚੂਗੀ। ਇਸ ਲਈ ਇਹਦੇ ਨਾਲ ਸੁਸਾਇਟੀ ਦੇ ਸਾਰੇ ਵਰਗ ਹੀ ਇਫੈਕਟ ਹੋਣਗੇ। ਪਰ ਇਸ ਤੋਂ ਵੀ ਵੱਡਾ ਖਤਰਾ ਜਿਹੜਾ ਮੈਂ ਪਹਿਲਾਂ ਦੱਸ ਚੁੱਕਿਆ, ਜਦੋਂ ਅਸੀਂ ਇਹਦੇ ਨਾਲ ਕਾਰਪੋਰੇਟ ਖੇਤੀ ਵੱਲ ਨੂੰ ਜਾਵਾਂਗੇ, ਜਿਹਦੇ ਬਾਰੇ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਪਹਿਲੇ 500 ਤੇ 1000 ਏਕੜ ਦੇ ਫਾਰਮ ਬਣਾਉਣ ਦੀ ਗੱਲ ਕਰਦਾ ਹੈ, ਫਿਰ ਤੇ ਮੁੜ ਕੇ ਦੇਸ਼ ਨੂੰ ਵੀ ਅਨਾਜ ਮੰਗਵਾਉਣ ਦੀਆਂ ਇਹ ਐਡੀਆਂ ਵੱਡੀਆਂ ਸਮੱਸਿਆਵਾਂ ਆ ਜਾਣਗੀਆਂ, ਜਿਹਦੇ ਨਾਲ ਅਸੀਂ ਭੁੱਖਮਰੀ ਦਾ ਸਾਹਮਣਾ ਕਰਾਂਗੇ। ਬਿਲਕੁਲ ਸਰ, ਇੱਕ ਸਵਾਲ ਜਿਹਦੇ ਵਿੱਚ ਤੁਸੀਂ ਆਪਦੇ ਪਹਿਲਾਂ ਬੋਲਦੇ ਸਮੇਂ ਵੀ ਕੁਝ ਜਿਹੜੇ ਸੰਕੇਤ ਦਿੱਤੇ ਸੀ, ਇਹ ਸਵਾਲ ਸੀ ਕਿ ਇਹਨਾਂ ਅੱਧਿਆਂ ਦੇਸ਼ਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ MSP ਹਟਾਉਣ ਬਾਰੇ ਕਿਤੇ ਵੀ ਗੱਲ ਜਿਹੜੀ ਉਹ ਨਹੀਂ ਕੀਤੀ ਗਈ, ਪਰ ਤੁਹਾਨੂੰ ਕਿਹੜੀਆਂ ਲੁਕਮੀਆਂ ਜਿਹੜੀਆਂ ਗਤੀਵਿਧੀਆਂ ਜਾਂ ਜਿਹੜੇ ਕਾਰਜ ਦਿਖਾਈ ਦਿੰਦੇ ਨੇ ਜਿਹਦੇ ਨਾਲ ਕਿਸਾਨਾਂ ਦੇ ਵਿੱਚ ਇਹ ਡਰ ਪੈਦਾ ਹੋ ਰਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਆ ਜਿਹੜਾ ਉਹ ਖਤਮ ਹੋ ਜਾਏਗਾ, ਜਾਂ ਇਹ ਲੱਗਦਾ ਕਿ MSP ਰਹੇਗੀ ਪਰ ਸਰਕਾਰ ਆ ਜਿਹੜੀ ਉਹ ਫਸਲ ਖਰੀਦਣ ਨੂੰ ਹਟ ਜਾਏਗੀ ਜਾਂ ਉਹ ਫਸਲ ਖਰੀਦਣ ਤੋਂ ਪਿੱਛੇ ਹਟ ਜਾਏਗੀ? ਇਹਦੇ ਵਿੱਚ ਕਿਹੜੇ ਫੈਕਟਰ ਤੁਹਾਨੂੰ ਦਿਖਾਈ ਦੇ ਰਹੇ ਨੇ? ਇਹ ਪ੍ਰੋਫੈਸਰ, ਪਹਿਲੀ ਗੱਲ ਤਾਂ ਇਹ ਹੈਗੀ, ਜਦੋਂ APMC ਮੰਡੀਆਂ ਜਿੱਥੇ MSP ਤੇ ਪ੍ਰੋਕਿਉਰਮੈਂਟ ਹੁੰਦੀ ਹੈ ਉਹ ਬਹੁਤ ਕਮਜ਼ੋਰ ਕਰ ਦਿੱਤੀਆਂ ਜਾਣਗੀਆਂ, ਉਹ ਖਤਮ ਕਰ ਦਿੱਤੀਆਂ ਜਾਣਗੀਆਂ, ਤਾਂ ਸੁਭਾਵਿਕ ਤੌਰ ਤੇ ਫਿਰ ਇਹ ਕਿਹਾ ਜਾਓ MSP ਤੋਂ ਪਿੱਛੇ ਹਟਣ ਲਈ ਬਹਾਨਾ ਇਹ ਹੋਊਗਾ ਕਿ ਪ੍ਰਾਈਵੇਟ ਮੰਡੀਆਂ ਦੇ ਵਿੱਚ ਤਾਂ APMC ਮੰਡੀਆਂ ਨਾਲੋਂ 100 ਰੁਪਇਆ ਵੱਧ ਮਿਲਦਾ ਜਾਂ MSP ਤੋਂ ਵੱਧ ਮਿਲਦਾ ਹੈਗਾ। MSP ਤੋਂ ਇੱਕ ਵਾਰੀ ਸਰਕਾਰ ਭੱਜ ਗਈ, ਫਿਰ ਬਿਹਾਰ ਵਾਲੀ ਹਾਲਤ ਹੋਊਗੀ। ਦੂਜੀ ਗੱਲ, ਭਾਵੇਂ ਸਿੱਧੇ ਤੌਰ ਤੇ ਇਹਦੇ ਤੇ MSP ਬਾਰੇ ਕੁਝ ਵੀ ਨਹੀਂ ਇਹਦੇ ਵਿੱਚ ਦੱਸਦਾ ਹੈਗਾ, ਪਰ ਸ਼ਾਂਤਾ ਕੁਮਾਰ ਕਮੇਟੀ ਉਹ ਕਿਹਦੀ ਹੈ? ਸ਼ਾਂਤਾ ਕੁਮਾਰ ਕਮੇਟੀ ਦੀ ਰਿਕਮੈਂਡੇਸ਼ਨ ਕੀ ਹੈ? MSP ਖਤਮ ਕਰਨ ਬਾਰੇ ਹੈ। ਤੇ ਨਿਤਿਨ ਗਡਕਰੀ ਦਾ ਬਿਆਨ 11 ਜੂਨ ਨੂੰ 13 ਜੂਨ ਨੂੰ ਉਹ ਤੋਂ ਪਲਟਾ, ਉਹ ਕਿਹਦਾ ਹੈ? ਉਹ ਕੇਂਦਰ ਸਰਕਾਰ ਦਾ ਬਿਆਨ ਹੈ, ਕੇਂਦਰ ਸਰਕਾਰ ਦਾ ਹੀ ਮੰਤਰੀ ਹੈ। ਉਹ ਸਿੱਧਾ ਉਹ ਤਾਂ ਕਹਿੰਦਾ ਵੀ ਸਾਡੀ ਜਿਹੜੀਆਂ ਇਹ ਦੇਸ਼ ਦੀਆਂ ਮੰਡੀਆਂ ਨੇ ਤੇ ਕੌਮਾਂਤਰੀ ਮੰਡੀਆਂ ਨੇ ਉਹਨਾਂ 'ਚ ਤਾਂ ਕੀਮਤਾਂ ਬਹੁਤ ਘੱਟ ਨੇ। ਉਹ ਤਾਂ ਉਹ ਕਹਿੰਦੇ ਜਿਹੜੀ MSP ਹੈ ਇਹ ਤਾਂ ਸਾਡੇ ਆਰਥਿਕ ਪ੍ਰਬੰਧ ਨੂੰ ਨਸ਼ਟ ਕਰ ਦੂਗੀ, ਇਹਦੇ ਲਈ ਖਤਰਾ ਹੈ। ਤਾਂ ਹੋਰ ਇਹਦੇ ਲਈ ਜਿਹੜਾ ਹੈਗਾ
ਪ੍ਰੂਫ ਦੀ ਲੋੜ ਹੀ ਨਹੀਂ ਹੈਗੀ। ਜਦ ਸਰਕਾਰ ਆਪ ਬੋਲਦੀ ਹੈ ਤੇ ਸਰਕਾਰ ਦੇ ਡਿਫਰੈਂਟ ਰਿਕਮੈਂਡਿੰਗ ਬਾਡੀਜ਼ ਜਿਵੇਂ ਕਮਿਸ਼ਨ ਫਾਰ ਐਗਰੀਕਲਚਰ ਕੋਆਰਡੀਨੇਸ਼ਨ ਪ੍ਰਾਈਸਿਸ ਸਿੱਧਾ ਸਪਸ਼ਟ ਜ਼ਾਹਰ ਕਰਦਾ ਹੈ ਕਿ ਇਹਨਾਂ ਤੋਂ ਭੱਜਣ ਦੀ ਲੋੜ ਹੈ। ਸੋ ਇਹਨਾਂ ਤੋਂ ਭੱਜਣ ਦੀ ਤਿਆਰੀ ਤਾਂ ਸਪਸ਼ਟ ਦਿਖਾਈ ਦਿੰਦੀ ਹੈ। ਹਾਂਜੀ ਹਾਂਜੀ ਸਰ, ਇਹ ਅਸੀਂ ਦੇਖਦੇ ਹਾਂ ਸਰ, ਜਿਹੜਾ ਵਰਲਡ ਲੈਵਲ ਤੇ ਇਹ ਮਾਡਲ ਹੈ ਜਿਹੜਾ ਖਾਸ ਤੌਰ ਤੇ ਅਮਰੀਕਾ ਦੇ ਵਿੱਚੋਂ ਜਾਂ ਪੱਛਮੀ ਦੇਸ਼ਾਂ ਦੇ ਵਿੱਚੋਂ ਹੀ ਇਹ ਮਾਡਲ ਜਿਹੜਾ ਇੱਧਰ ਲਿਆ ਕੇ ਥੋਪਿਆ ਜਾ ਰਿਹਾ, ਜਾਂ ਉਸ ਮਾਡਲ ਦੀ ਹੀ ਗੱਲ ਕੀਤੀ ਜਾ ਰਹੀ ਹੈ ਖੇਤੀ ਸੈਕਟਰ ਦੇ ਵਿੱਚ। ਪਰ ਜਦੋਂ ਅਸੀਂ ਅਮਰੀਕਾ ਦੇ ਵਿੱਚ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਜਾਂ ਪੱਛਮੀ ਦੇਸ਼ਾਂ ਦੇ ਵਿੱਚ ਇਹ ਮਾਡਲ ਫੇਲ ਹੋ ਚੁੱਕਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਖੇਤੀ ਸੈਕਟਰ ਦੇ ਵਿੱਚੋਂ ਬਾਹਰ ਹੋ ਚੁੱਕੇ ਨੇ। ਤਾਂ ਜਦੋਂ ਭਾਰਤ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹ ਸੈਕਟਰ ਖੇਤੀ ਸੈਕਟਰ ਦੇ ਵਿੱਚ ਇਸ ਮਾਡਲ ਨੂੰ ਅਪਣਾਉਣ ਦੀ ਗੱਲ ਹੋ ਰਹੀ ਆ, ਤਾਂ ਅਸੀਂ ਹੁਣ ਹੀ ਦੇਖਦੇ ਹਾਂ ਕਿ ਲਗਭਗ ਦੇਸ਼ ਦੀ 53% ਵਸੋਂ ਹੀ ਖੇਤੀ ਸੈਕਟਰ ਦੇ ਵਿੱਚ ਆ। ਤੇ ਪਿਛਲੇ 2011 ਤੱਕ ਦੇਖੀਏ ਤਾਂ ਲਗਭਗ ਜਿਹੜੇ ਸਾਡੇ 1 ਕਰੋੜ ਤੋਂ ਕੁਝ ਲੱਖ ਤੋਂ ਵੱਧ ਜਿਹੜੇ ਪਰਿਵਾਰ ਨੇ ਉਹ ਖੇਤੀ ਸੈਕਟਰ ਤੋਂ ਬਾਹਰ ਹੋ ਚੁੱਕੇ ਨੇ। ਤਾਂ ਇਹਨਾਂ ਜਿਹੜੇ ਆਰਡੀਨੈਂਸ ਨੇ, ਤੁਹਾਨੂੰ ਇਹ ਕਿੰਨਾ ਕੁ ਖਦਸ਼ਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਪਰਿਵਾਰ ਨੇ ਉਹ ਖੇਤੀ ਸੈਕਟਰ ਤੋਂ ਬਾਹਰ ਹੋਣਗੇ ਤੇ ਉਹਦੇ ਪ੍ਰਭਾਵ ਸਾਡੇ ਸਮਾਜ ਦੇ ਉੱਤੇ ਕੀ ਪੈਣਗੇ? ਇਹ ਦੇਖੋ, ਤਿੰਨੇ ਆਰਡੀਨੈਂਸ ਜਾਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਇਹ ਸਪਸ਼ਟ ਜ਼ਾਹਰ ਕਰ ਰਹੀਆਂ ਨੇ ਕਿ ਅਸੀਂ ਕਾਰਪੋਰੇਟ ਖੇਤੀ ਨੂੰ ਵਧਾਉਣ ਫੈਲਾਉਣ ਦੇ ਵਿੱਚ ਸਾਡੀਆਂ ਸਰਕਾਰਾਂ ਮਦਦ ਕਰ ਰਹੀਆਂ ਨੇ। ਤੇ ਪਰ ਇਹਦੇ ਨਾਲ ਜਿਹੜਾ ਖਤਰੇ ਨੇ ਉਹਨਾਂ ਬਾਰੇ ਮੈਂ ਪਹਿਲਾਂ ਵੀ ਬਿਆਨ ਕਰ ਚੁੱਕਿਆ। ਜਾਂ ਅਸੀਂ ਕਿਸਾਨਾਂ, ਖੇਤ ਮਜ਼ਦੂਰਾਂ ਦੇ ਪਿੰਡੂ ਕਾਰੀਗਰਾਂ ਨੂੰ ਦਰਕਾਰਾਂਗੇ ਤੇ ਉਜਾੜਾਂਗੇ ਤਾਂ ਉਹਦੇ ਨਾਲ ਸਮਾਜਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਸੀ ਵਿਗਾੜ ਆਉਣਗੇ। ਇਹ ਉਹਨਾਂ ਦੀ ਇੰਟੈਂਸਿਟੀ ਕੀ ਹੋਊਗੀ ਉਹਦੇ ਬਾਰੇ ਕਿਆਸਿਆ ਨਹੀਂ ਜਾ ਸਕਦਾ, ਪਰ ਉਹ ਵਿਗਾੜ ਵੱਡੇ ਪੱਧਰ ਤੇ ਹੋਣਗੇ। ਮੈਂ ਸਿਰਫ ਪੰਜਾਬ ਦੀ ਉਹ ਗੱਲ ਕਰ ਲੈਣਾ, ਜੇ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਇਹ ਠੀਕ ਉਧਰ ਨੂੰ ਚੱਲਦਾ ਜਿੱਧਰ ਨੂੰ ਇਹ ਆਰਡੀਨੈਂਸ ਜਾਣਾ ਚਾਹੁੰਦੇ ਨੇ, ਪੰਜਾਬ ਦੀ ਜਵਾਨੀ ਅੱਜ ਵੀ +2 ਤੋਂ ਬਾਅਦ ਵੱਡੀ ਗਿਣਤੀ 'ਚ ਬਾਹਰਲੇ ਦੇਸ਼ਾਂ 'ਚ ਜਾ ਰਹੀ ਹੈ। ਤੇ ਇਹਦੇ ਨਾਲ ਸਾਡਾ ਕੈਪੀਟਲ ਬ੍ਰੇਨ ਡਰੇਨ, ਕੈਪੀਟਲ ਡਰੇਨ ਤੇ ਡੈਮੋਗ੍ਰਾਫਿਕ ਜਿਹੜਾ ਡੈਮੋਗ੍ਰਾਫਿਕ ਬੈਨੀਫਿਟ ਹੈ ਉਹਦਾ ਲਾਸ ਹੈ ਕਿ ਜਿਹੜੀ ਸਾਡੀ ਵਰਕਿੰਗ ਏਜ ਪਾਪੂਲੇਸ਼ਨ ਆ ਬਾਹਰ ਜਾ ਰਹੀ ਹੈ। ਪਰ ਜੇ ਸਾਰਾ ਕੁਝ ਇਸ ਤਰ੍ਹਾਂ ਧੱਕੇ ਨਾਲ ਕੀਤਾ ਜਾਂਦਾ ਰਿਹਾ ਤਾਂ ਆਉਣ ਵਾਲੇ ਟਾਈਮ 'ਚ ਸਾਡੀ ਜਵਾਨੀ ਹੋਰ ਵੱਡੀ ਗਿਣਤੀ 'ਚ ਜਿਸ ਤਰ੍ਹਾਂ ਵੀ ਹੋਊਗਾ ਬਾਹਰਲੇ ਦੇਸ਼ਾਂ ਨੂੰ ਜਾਊਗੀ, ਸਾਡਾ ਨੁਕਸਾਨ ਹੋਊਗਾ। ਤੇ ਨਾਲ ਜਦੋਂ ਅਸੀਂ ਕਾਰਪੋਰੇਸ਼ਨ ਦੇ ਦਾਂਗੇ ਤਾਂ ਕਾਰਪੋਰੇਸ਼ਨਾਂ ਸਾਨੂੰ ਕਣਕ ਤੇ ਚੌਲ ਕਿਉਂ ਪੈਦਾ ਕਰਕੇ ਦੇਣਗੀਆਂ, ਧਨ ਕਿਉਂ ਪੈਦਾ ਕਰਨਗੀਆਂ? ਉਹ ਫਸਲਾਂ ਪੈਦਾ ਕਰਨਗੀਆਂ ਜਿਨ੍ਹਾਂ ਦੀਆਂ ਕੌਮਾਂਤਰੀ ਜਾਂ ਇੱਥੋਂ ਵਾਲੀਆਂ ਮੰਡੀਆਂ 'ਚ ਵੱਧ ਕੀਮਤਾਂ ਮਿਲਣਗੀਆਂ। ਫਿਰ ਅਸੀਂ ਅਨਾਜ ਕਿੱਥੋਂ ਲਿਆਵਾਂਗੇ? ਇਸ ਲਈ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਸਾਨੂੰ ਖਤਰੇ ਵਾਲੇ ਪਾਸੇ ਵੱਲ ਨੂੰ ਵਧਣ ਦੀਆਂ ਤਿਆਰੀਆਂ ਦਿਖਦੀਆਂ ਨੇ। ਇਹ ਤੋਂ ਸਾਨੂੰ ਜਿੰਨਾ ਹੋ ਸਕੇ ਉਨਾ ਬਚਣਾ ਚਾਹੀਦਾ ਹੈ। ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਜਾਂ ਸਾਡੀਆਂ ਰਾਜਸੀ ਪਾਰਟੀਆਂ ਜਾਂ ਜਾਗਰੂਕ ਲੋਕ ਇਸ ਪਾਸੇ ਨੇ, ਉਹਨਾਂ ਨੂੰ ਇਹੋ ਹੱਲਾ ਮਾਰਨ ਦੀ ਲੋੜ ਹੈ ਕਿ ਸਾਡਾ ਰੋਟੀ ਬਿਨਾਂ ਸਰਨਾ ਨਹੀਂ। ਇਹ ਮਨੁੱਖਤਾ ਦੀ ਜੀਵਨ ਰੇਖਾ ਖੇਤੀਬਾੜੀ ਹੈ। ਖੇਤੀਬਾੜੀ ਨੂੰ ਬਚਾਉਣ ਲਈ ਸਾਨੂੰ ਛੋਟੀ ਕਿਸਾਨੀ ਨੂੰ ਬਚਾਉਣਾ ਪੈਣਾ। ਇੱਥੋਂ ਤੱਕ ਕਿ ਯੂਨਾਈਟਿਡ ਨੇਸ਼ਨ ਨੇ 2011 'ਚ ਆਪਣੀ ਇੱਕ ਰਿਪੋਰਟ 'ਚ ਕਿਹਾ ਕਿ ਜੇ ਦੁਨੀਆ ਨੂੰ ਅਨਾਜ ਸੁਰੱਖਿਆ ਚਾਹੀਦੀ ਹੈ ਤੇ ਦੁਨੀਆ ਦਾ ਵਾਤਾਵਰਨ ਬਚਾਉਣਾ ਹੈ ਤਾਂ ਸਾਨੂੰ ਪਰਿਵਾਰਕ ਖੇਤੀ ਨੂੰ ਬਚਾਉਣਾ ਪਊਗਾ। ਪਰ ਸਾਡੇ ਦੇਸ਼ 'ਚ, ਸਾਡੇ ਸੂਬੇ ਪੰਜਾਬ ਦੇ ਦਲਿਤ ਪਰਿਵਾਰਾਂ ਨੇ ਇੱਕ ਬਹੁਤ ਹੀ ਵਧੀਆ ਹੋਰ ਮਾਡਲ ਜਿਹੜਾ UN ਦੀ ਰਿਕਮੈਂਡੇਸ਼ਨ ਤੋਂ ਵੀ ਅੱਗੇ ਹੈ, ਉਹ ਹੈ ਸਹਿਕਾਰੀ ਖੇਤੀ ਸਾਡੇ ਸਾਹਮਣੇ ਲਿਆਂਦਾ ਹੈ। ਇਹ ਇੱਕ ਗੰਦੀ ਜੀ ਬੋਲੀ ਆ ਪੰਜਾਬ ਦੀ, ਕਿਹੜੀਆਂ ਨਹੀਂ ਸਾਗ ਤੋੜਦੀ। ਜਦ ਸਾਡੇ ਜ਼ਮੀਨ ਵਿਹੂਣੇ ਲੋਕਾਂ ਦੀਆਂ ਔਰਤਾਂ ਸਾਗ ਤੋੜਨ ਖੇਤਾਂ ਜਾਂਦੀਆਂ ਤਾਂ ਇਸ ਤਰ੍ਹਾਂ ਦੀ ਬੋਲੀ ਮਾਰੀ ਜਾਂਦੀ ਸੀ। ਤੇ ਉਹਨਾਂ ਔਰਤਾਂ ਨੇ ਸਹਿਕਾਰੀ ਖੇਤੀ ਕਰਕੇ ਸਾਰੇ ਸਾਲ ਲਈ ਅਨਾਜ, ਸਾਰੇ ਸਾਲ ਲਈ ਸਾਗ ਸਬਜ਼ੀਆਂ, ਇੱਥੋਂ ਤੱਕ ਕਿ ਉਹਨਾਂ ਨੇ ਆਪਦੇ ਛੋਟੇ ਜਿਹੇ ਦਿਲਾਂ ਦੇ ਵਿੱਚ ਵੱਡੇ ਦਿਲ, ਦਰਿਆ ਦਿਲ ਦਿਖਾਉਂਦੇ ਹੋਏ ਉਹਨਾਂ ਨੇ ਤਾਂ ਸਾਰੇ ਪਿੰਡ ਨੂੰ ਕਹਿੰਦਾ ਜਿਹਨੂੰ ਸਾਗ ਸਬਜ਼ੀਆਂ ਚਾਹੀਦੀਆਂ ਨੇ ਸਾਡੇ ਕੋਲ ਫ੍ਰੀ ਨੇ। ਸੋ ਸਾਨੂੰ ਤਾਂ ਸਹਿਕਾਰੀ ਖੇਤੀ ਵੱਲ ਨੂੰ ਵਧਣ ਦੀ ਲੋੜ ਹੈ, ਸਾਨੂੰ ਹੋਰ ਨੀਤੀਆਂ ਲਿਆਉਣ ਦੀ ਲੋੜ ਹੈ, ਸਗੋਂ ਸਾਨੂੰ ਇੱਧਰੋਂ ਬਚਣ ਦੀ ਲੋੜ ਹੈ। ਹਾਂਜੀ ਡਾਕਟਰ ਸਾਹਿਬ, 4-5 ਸਵਾਲ ਆਪਾਂ ਹੋਰ ਲਵਾਂਗੇ। ਹਾਂ, ਇੱਕ ਸਵਾਲ ਦੇ ਵਿੱਚ ਆਪਾਂ ਜ਼ਿਕਰ, ਤੁਸੀਂ ਵੀ ਜ਼ਿਕਰ ਕੀਤਾ ਸੀ, ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ 1955 ਦੇ ਵਿੱਚ ਜਿਹੜੀ ਇਹਨਾਂ ਨੇ ਸੋਧ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਯੁੱਧ ਜਾਂ ਹੋਰ ਕੋਈ ਆਪਦਾ ਨੂੰ ਛੱਡ ਕੇ ਬਾਕੀ ਹਾਲਤਾਂ ਦੇ ਵਿੱਚ ਜਿਹੜੀਆਂ ਜ਼ਰੂਰੀ ਵਸਤਾਂ ਨੇ, ਜਿਵੇਂ ਆਲੂ ਆ, ਦਾਲਾਂ ਨੇ, ਉਹਨਾਂ ਨੂੰ ਉਹਦੇ ਵਿੱਚੋਂ ਉਹ ਬਾਹਰ ਕਰ ਦਿੱਤਾ ਗਿਆ। ਤੇ ਹੁਣ ਜਦੋਂ ਵਪਾਰੀ, ਕਿਉਂਕਿ ਜੇ ਵਪਾਰੀ ਜਾਂ ਕਾਰਪੋਰੇਟ ਜਿਹੜੇ ਪਹਿਲਾਂ ਵੀ ਮੰਡੀਆਂ ਦੇ ਵਿੱਚੋਂ ਇਹ ਚੀਜ਼ਾਂ ਖਰੀਦਦੇ ਸੀ, ਉਹ ਪਹਿਲਾਂ ਹੀ ਜ਼ਖੀਰੇਬਾਜ਼ੀ ਕਰਕੇ ਰੱਖਦੇ ਸੀ, ਉਹ ਇਕੱਠਾ ਕਰਕੇ ਰੱਖਦੀਆਂ ਸੀ ਤੇ ਮੰਡੀ ਦੇ ਵਿੱਚ ਕਿੱਲਤ ਪਾ ਕੇ ਉਹਨੂੰ ਮਹਿੰਗੇ ਭਾਅ ਵੇਚਦੀਆਂ। ਹੁਣ ਸਰਕਾਰ ਨੇ ਉਹਨਾਂ ਨੂੰ ਇੱਕ ਬੜੀ ਖੁੱਲ੍ਹ ਦੇ ਦਿੱਤੀ ਹੈ ਕਿ ਉਹ ਜ਼ਖੀਰੇਬਾਜ਼ੀ ਕਰਕੇ ਰੱਖ ਸਕਦੀਆਂ ਨੇ
ਕੀ ਲੱਗਦਾ ਤੁਹਾਨੂੰ, ਲੱਗਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਸਮਾਜ ਦੇ ਉੱਤੇ ਬੜਾ ਜਿਹੜਾ ਦੁਰਪ੍ਰਭਾਵ ਪਾਉਣਗੀਆਂ, ਉਹਦੇ ਸੰਕਟ ਆਪਣੇ ਭਿਆਨਕ ਸਾਹਮਣੇ ਨਜ਼ਰ ਆ ਸਕਦੇ ਨੇ? ਇਹ ਪੈਸਾ ਪਹਿਲਾਂ ਜਿਹੜਾ ਹੈ ਨਾ, ਉਹਦੀ ਇੱਕ ਲਿਮਟ ਸੀ ਕਿ ਕਿੰਨਾ ਸਟਾਕ ਕਰ ਸਕਦੀਆਂ ਨੇ ਕੰਪਨੀਆਂ, ਹੈ ਨਾ ਜੀ, ਜਾਂ ਵਪਾਰੀ ਕਿੰਨਾ ਸਟਾਕ ਕਰ ਸਕਦੇ ਨੇ। ਉਹਦਾ ਲਿਮਟ ਹੀ ਖਤਮ ਕਰ ਦਿੱਤੀ ਗਈ। ਜਦ ਲਿਮਟ ਖਤਮ ਹੋ ਗਈ ਤਾਂ ਉਹ ਡੀਪ ਪੌਕਟਡ ਕਾਰਪੋਰੇਸ਼ਨਾਂ ਨੂੰ ਕੋਲ ਪੈਸਾ ਬਹੁਤ ਹੈ। ਪਹਿਲਾਂ ਤਾਂ ਕਿਸਾਨਾਂ ਤੋਂ ਫਸਲਾਂ ਸਸਤੇ ਭਾਅ 'ਤੇ ਖਰੀਦਣਗੇ ਕਿਉਂਕਿ ਕਿਸਾਨਾਂ ਦੀ ਮਜਬੂਰੀ ਹੁੰਦਾ। ਫਿਰ ਦੂਜੀ ਗੱਲ, ਉਹਦਾ ਵੱਡਾ ਸਟਾਕ ਕਰਕੇ ਉਹਦੀ ਪੂਰਤੀ ਨੂੰ ਰੋਕ ਕੇ ਉਹਦੀਆਂ ਕੀਮਤਾਂ ਵਧਾਉਣਗੇ। ਮੈਂ ਪਹਿਲਾਂ ਵੀ ਆਪਦੇ ਗੱਲ 'ਚ ਆਲੂਆਂ ਦੀ ਗੱਲ ਦੱਸੀ ਹੈ। ਇਹ ਆਲੂ ਤੋਂ ਬਿਨਾਂ ਇਹ ਪਿਛਲੇ ਸਮੇਂ 'ਚ ਇਹ ਪਿਆਜ਼ ਦੀਆਂ ਕੀਮਤਾਂ, ਦੂਜੀਆਂ ਕੀਮਤਾਂ, ਉਹਦੇ ਨਾਲ ਤਾਂ ਦੁਸ਼ਟ ਪ੍ਰਭਾਵ ਇੰਨੇ ਵੱਧ ਜਾਣਗੇ ਕਿ ਜਿਹੜੇ ਆਮ ਲੋਕ, ਜੇ 2 ਡੰਗ ਦੀ ਰੋਟੀ 'ਚ ਸਬਜ਼ੀ ਦਾਲ ਨਹੀਂ ਹੁੰਦੀ ਤਾਂ ਉਹ ਪਿਆਜ਼ ਨੂੰ ਕੁੱਟ ਕੇ ਆਪਦਾ ਨਮਕ ਮਿਰਚ ਪਾ ਕੇ ਵੀ ਰੋਟੀ ਖਾ ਲੈਂਦੇ ਨੇ। ਇਸ ਲਈ ਜਿਹੜੀਆਂ ਇਹ ਸਬਜ਼ੀਆਂ ਨੇ, 2 ਆਲੂ 4 ਆਲੂ ਸਬਜ਼ੀ ਬਣਾ ਕੇ ਬਾਕੀ ਤਰੀ ਬਣਾ ਲਈ, ਉਹਦੇ ਨਾਲ ਸਾਰ ਲੈਂਦੇ ਨੇ। ਪਰ ਜੇ ਅਸੀਂ ਉਹਨਾਂ ਤੋਂ ਲਿਮਟ, ਉਹਨਾਂ ਦੀ ਸਟਾਕ ਕਰਨ ਦੀ ਲਿਮਟ ਬਿਲਕੁਲ ਇਹਨਾਂ ਦੇ ਨਾਲ ਖਤਮ ਹੋ ਜਾਂਦੀ ਹੈ ਤੇ ਉਹ ਲੋਕਾਂ ਦੀ ਲੁੱਟ ਇੰਨੀ ਵਧਾਉਂਦੇ ਨੇ, ਤਾਂ ਆਮ ਬੰਦਾ ਕਿੱਥੇ ਜਾਊਗਾ, ਗਰੀਬ ਬੰਦਾ ਕਿੱਥੇ ਜਾਊਗਾ? ਉਹਦੀ 2 ਡੰਗ ਦੀ ਰੋਟੀ ਵੀ ਅਸੀਂ ਖੋਲਾਂਗੇ। ਹਾਂਜੀ ਹਾਂਜੀ ਸਰ, ਇੱਕ ਜਸਕਰਨ ਜੀ ਦਾ ਸਵਾਲ ਹੈ, ਉਹ ਪੁੱਛਦੇ ਨੇ ਕਿ ਖੇਤੀਬਾੜੀ ਪੂੰਜੀਵਾਦੀ ਖੇਤੀ ਦੀਆਂ ਰੁਝਾਨਾਂ ਗੈਰ ਖੇਤੀ ਸੈਕਟਰ ਦੀ ਉਪਲਬਧਤਾ ਲਈ ਜ਼ੋਰ ਪਾਉਂਦੀਆਂ ਨੇ। ਕੀ ਖੇਤੀ ਉੱਤੇ ਲੰਬੇ ਸਮੇਂ ਲਈ ਨਿਰਭਰਤਾ ਸੰਭਵ ਹੈ? ਕੀ ਖੇਤੀਬਾੜੀ ਅਰਥ ਸ਼ਾਸਤਰੀਆਂ ਦੀ ਗੱਲ ਸਿਰਫ ਖੇਤੀਬਾੜੀ ਸੈਕਟਰ ਦੇ ਲਈ ਕਰਨਾ ਸਹੀ ਹੈ? ਦੇਖੋ, ਜਿਹੜੇ ਕੋਈ ਵੀ ਅਰਥ ਵਿਗਿਆਨੀ ਹੈ, ਇਹ ਉਹ ਇੱਕੋ ਸੈਕਟਰ ਦੀ ਗੱਲ ਨਾ ਤਾਂ ਕਰਦਾ ਹੁੰਦਾ ਤੇ ਨਾ ਉਹ ਸਹੀ ਹੁੰਦੀ ਹੈ ਨਾ। ਉਹ ਇੱਕ ਖੇਤਰ ਦੇ ਵਿੱਚ ਕੰਮ ਕਰਦਾ ਹੋ ਸਕਦਾ ਹੈ, ਉਹਦੀਆਂ ਸਮੱਸਿਆਵਾਂ ਦਾ ਅਧਿਐਨ ਕਰਦਾ ਹੋ ਸਕਦਾ ਹੈ। ਤੇ ਇੱਕ ਅਰਥ ਵਾਸਤੇ 3 ਖੇਤਰ ਹੁੰਦੇ ਆ, ਉਹ ਸਮਾਜ ਲਈ 3 ਜ਼ਰੂਰੀ ਹੁੰਦੇ ਆ। ਪਰ ਦੇਖਣਾ ਹੁੰਦਾ ਕਿ ਜੀਵਨ ਰੇਖਾ ਵਾਲਾ ਖੇਤਰ ਕਿਹੜਾ ਹੈਗਾ। ਇਹ ਪਹਿਲੀ ਗੱਲ, ਪ੍ਰਾਇਮਰੀ, ਸੈਕੰਡਰੀ ਤੇ ਟੈਰਸ਼ਰੀ ਸੈਕਟਰ ਹੁੰਦੇ ਨੇ। ਜਿਹੜੇ 3 ਖੇਤਰ ਨੇ, ਉਹ 'ਚੋਂ ਸਭ ਤੋਂ ਵੱਧ ਜ਼ਰੂਰੀ ਜਿਹੜਾ ਹੈਗਾ ਖੇਤੀਬਾੜੀ ਖੇਤਰ ਹੈ। ਤੇ ਮਨੁੱਖਤਾ ਦੀ ਜੀਵਨ ਰੇਖਾ ਨੂੰ ਚੱਲਦੇ ਰੱਖੇ, ਮਨੁੱਖਤਾ ਦੀ ਹੋਂਦ ਲਈ ਖੇਤੀਬਾੜੀ ਸਭ ਤੋਂ ਵੱਧ ਜ਼ਰੂਰੀ ਹੈ। ਪਰ ਇਹਦੇ ਨਾਲ ਨਾਲ ਦੂਜੇ ਖੇਤਰ ਇੰਪੋਰਟੈਂਟ ਹੈ, ਪਰ ਇਸ ਤੋਂ ਬਾਅਦ ਇੰਪੋਰਟੈਂਟ ਹੈ। ਜਿਹੜੀ ਗੱਲ ਹੈਗੀ ਗੱਲ ਕਿ ਕੀ ਜਿਹੜਾ ਹੈਗਾ ਖੇਤੀਬਾੜੀ ਖੇਤਰ ਦੇ ਵਿੱਚ ਜਿਹੜਾ ਹੈਗਾ ਵਿਕਾਸ ਜਾਂ ਉਹਦੀਆਂ ਸਮੱਸਿਆਵਾਂ, ਉਹਨੂੰ ਗੈਰ ਖੇਤੀਬਾੜੀ ਖੇਤਰ 'ਤੇ ਡਿਪੈਂਡੈਂਸ, ਉਹਦੇ ਨਾਲ ਰਿਲੇਟਡ ਜਿਹੜਾ ਹੈਗਾ ਸਵਾਲ, ਉਹਦੇ ਬਾਰੇ ਗੱਲ ਇਹ ਹੈਗੀ ਕਿ ਹਾਈਲੀ ਡਿਵੈਲਪ ਕੰਟਰੀ ਨੇ ਜਦੋਂ ਲੂਇਸ ਦਾ ਮਾਡਲ ਜਿਹੜਾ ਐਗਰੀਕਲਚਰ ਤੋਂ ਨੌਨ ਐਗਰੀਕਲਚਰ ਸੈਕਟਰ ਨੂੰ ਲੇਬਰ ਟਰਾਂਸਫਰ ਕਰਨ ਦੀ ਗੱਲ ਕਰਦਾ ਹੈ, ਉਹ ਲਾਗੂ ਕੀਤਾ, ਜਾਂ ਉਹਦੇ ਵਰਗੇ ਹੋਰ ਅਰਥ ਵਿਗਿਆਨੀਆਂ ਦੀ ਸੁਝਾਅ ਲਾਗੂ ਕੀਤੇ, ਉਸ ਮੌਕੇ ਉਹਦੇ ਇੰਡਸਟਰੀਅਲ ਸੈਕਟਰ ਦੇ ਵਿੱਚ ਇੰਪਲੋਇਮੈਂਟ ਅਪਰਚੁਨਿਟੀਜ਼ ਬਹੁਤ ਸੀ। ਇਸ ਤੋਂ ਬਿਨਾਂ ਉਹਨਾਂ ਦੇਸ਼ਾਂ 'ਚ ਸੋਸ਼ਲ ਸਿਕਿਉਰਿਟੀ ਸਿਸਟਮ ਸਾਡੇ ਰਿਲੇਟਿਵਲੀ ਬਹੁਤ ਵਧੀਆ ਸੀ, ਤੇ ਉਹਦੇ ਵੀ ਉੱਪਰ ਦੀ ਉਹਨਾਂ ਦੇਸ਼ਾਂ ਦੀ ਇੰਟਰਨੈਸ਼ਨਲ ਮਾਰਕੀਟ 'ਚ ਡਿਗਰੀ ਆਫ ਮੋਨੋਪੋਲੀ ਪਾਵਰ ਇੰਨੀ ਜ਼ਿਆਦਾ ਸੀ ਕਿ ਜਿਹੜਾ ਸੈਕੰਡ ਵਰਲਡ ਤੇ ਥਰਡ ਵਰਲਡ ਕੰਟਰੀ ਸੀ, ਉਹਨਾਂ ਦੇ ਵਪਾਰ 'ਚੋਂ ਜਿੰਨਾ ਨਫਾ ਕਮਾ ਕੇ ਲੈ ਕੇ ਆਉਂਦੇ ਸੀ, ਉਹ ਗੈਰ ਖੇਤੀਬਾੜੀ ਖੇਤਰ 'ਚ ਜਿਹੜੇ ਕੰਮ ਹੈ ਖੇਤੀਬਾੜੀ ਖੇਤਰ 'ਚੋਂ ਸ਼ਿਫਟ ਕੀਤੇ ਸੀ, ਉਹਨਾਂ ਨੂੰ ਵੀ ਉਹਦਾ ਹਿੱਸਾ ਦਿੰਦੇ ਸੀ। ਇਸ ਕਰਕੇ ਇਹ ਪਿਛਲੇ 150 ਸਾਲ 'ਚ 35-40 ਸਾਲ ਤੋਂ ਪਹਿਲਾਂ, ਉਦੋਂ ਪਹਿਲਾਂ 150 ਸਾਲ 'ਚ ਇਹ ਨੈਸ਼ਨਲ ਇਨਕਮ ਬਹੁਤੇ ਦੇਸ਼ਾਂ ਦੀ, ਹਾਈਲੀ ਡਿਵੈਲਪ ਕੰਟਰੀ ਦੇ ਬਹੁਤੇ ਕੇਸਾਂ 'ਚ ਇਹ ਨੈਸ਼ਨਲ ਇਨਕਮ ਦੇ ਵਿੱਚ ਵੇਜੇ ਦਾ ਸ਼ੇਅਰ ਕੌਨਸਟੈਂਟ ਰਿਹਾ, ਜਿਹਦੇ ਕਰਕੇ ਕੁਝ ਕ੍ਰਿਟਿਕਸ ਨੇ ਮਾਰਕਸ ਅਤੇ ਰਿਕਾਰਡੋ ਨੂੰ ਗਲਤ ਵੀ ਦੱਸਿਆ। ਪਰ ਜਦੋਂ ਦਾ ਉਹਨਾਂ ਨੇ ਇੰਟਰਨੈਸ਼ਨਲ ਮਾਰਕੀਟ 'ਚੋਂ ਸੈਕੰਡ ਵਰਲਡ ਤੇ ਥਰਡ ਵਰਲਡ ਕੰਟਰੀ 'ਚੋਂ ਵਪਾਰ 'ਚੋਂ ਕਮਾਇਆ ਪ੍ਰੋਫਿਟ ਦੇਣਾ ਬੰਦ ਕੀਤਾ ਹੈ, ਉਦੋਂ ਦਾ ਉੱਥੇ ਵੀ 1% ਤੇ 99% ਦਾ ਆਰਥਿਕ ਖੱਪਾ ਵਧਣਾ ਸ਼ੁਰੂ ਹੋ ਗਿਆ, ਜਿਹਦੇ ਬਾਰੇ ਅਰਥ ਵਿਗਿਆਨ ਵਿੱਚ ਨੋਬਲ ਪ੍ਰਾਈਜ਼ ਵਿਜੇਤਾ ਸਟਿਗਲਿਟਜ਼ ਅਤੇ ਸੰਸਾਰ ਪ੍ਰਸਿੱਧ ਅਰਥ ਵਿਗਿਆਨੀ ਪਿਕਟੀ ਨੇ ਆਪਦੇ ਜਿਹੜੇ ਅਧਿਐਨ ਨੇ ਉਹਨਾਂ ਦੇ ਸਾਹਮਣੇ ਲਿਆਂਦਾ ਹੈਗਾ। ਇਸ ਲਈ ਜਿਹੜਾ ਇੱਥੋਂ ਉੱਧਰ ਲਿਆਉਣ ਦੀ ਗੱਲ ਹੈ, ਜ਼ਰੂਰੀ ਹੈ ਕਿ ਜਿਹੜਾ ਪ੍ਰੈਸ਼ਰ ਹੈ ਉਹਨੂੰ ਜਿੰਨਾ ਇਹ ਠੀਕ ਵੰਡਿਆ ਜਾ ਸਕੇ ਠੀਕ ਹੈ। ਪਰ ਅੱਜ ਦੇ ਹਾਲਾਤ ਦੇ ਵਿੱਚ ਸਾਡੇ ਦੇਸ਼ ਦਾ ਉਦਯੋਗਿਕ ਖੇਤਰ ਅਤੇ ਸੇਵਾਵਾਂ ਦਾ ਖੇਤਰ ਇਸ ਗੱਲ ਦੇ ਕੈਪੇਬਲ ਨਹੀਂ ਕਿ ਇੱਥੋਂ ਲੇਬਰ ਨੂੰ ਹਟਾ ਕੇ ਉੱਧਰ ਲਿਆ ਕੇ ਰੁਜ਼ਗਾਰ ਦਿੱਤਾ ਜਾ ਸਕੇ। ਇਹਦੇ ਲਈ ਬਹੁਤ ਦੂਰ ਜਾਣ ਦੀ ਲੋੜ ਨਹੀਂ। ਆਹ ਕਰੋਨਾ ਮਹਾਮਾਰੀ ਦਾ ਪੀੜਤ ਦੇਖ ਲਓ, ਉਹਦਾ 15 ਦਿਨਾਂ ਦਾ ਰੁਜ਼ਗਾਰ ਨਹੀਂ ਦੇ ਸਕੇ। ਜੇ ਗੱਲ ਤਾਂ ਸੀ ਕਿ ਉਹਨਾਂ ਨੂੰ ਸਾਰਾ ਟਾਈਮ ਦਾ ਰੁਜ਼ਗਾਰ ਦਿੰਦੇ ਤੇ ਉਹਨਾਂ ਨੂੰ ਜਿਹੜਾ ਹੈਗਾ ਮਨੀ ਟਰਾਂਸਫਰ ਕਰਦੇ। ਇਸ ਲਈ ਅੱਜ ਤਾਂ ਸਾਨੂੰ ਖੇਤੀਬਾੜੀ ਨੂੰ ਹੀ, ਜਿਹੜੇ ਸਾਡੇ ਦੇਸ਼ ਦੇ ਹਾਲਾਤ ਹੈ, ਖੇਤੀਬਾੜੀ ਨੂੰ ਹੀ ਪ੍ਰਮੁੱਖ ਰੱਖਣਾ ਪਊਗਾ। ਪਰ ਜੇ ਅਸੀਂ ਆਪਣੇ ਦੇਸ਼ ਦਾ ਸੋਸ਼ਲ ਸਿਕਿਉਰਿਟੀ ਸਿਸਟਮ ਸਿੱਕੇ ਬੰਦ ਕਰ ਦਿੰਦੇ ਹਾਂ ਕਿ ਜਿਹੜੇ ਲੋਕਾਂ ਨੂੰ ਇੱਥੋਂ ਉੱਥੇ ਲੈ ਕੇ ਜਾਵਾਂਗੇ, ਇੱਥੇ ਨਾਲੋਂ ਵਧੀਆ ਜ਼ਿੰਦਗੀ ਦੇਵਾਂਗੇ, ਤਾਂ ਠੀਕ ਹੈਗੀ।
ਇੱਕ PAU ਨੇ ਅਧਿਐਨ ਕੀਤਾ ਸੀ ਜਿਹ 'ਚ ਖੇਤੀਬਾੜੀ ਖੇਤਰ 'ਚੋਂ ਹਟੇ ਲੋਕਾਂ 'ਚੋਂ 76% ਲੋਕਾਂ ਨੂੰ ਖੁਸ਼ ਦਿਖਾਇਆ ਸੀ। ਪਰ ਹੁਣ ਫਿਰ PAU ਦਾ ਇੱਕ ਹੋਰ ਅਧਿਐਨ ਆ ਗਿਆ ਕਿ ਓਵਰ ਦਾ ਪੀਰੀਅਡ ਆਫ ਟਾਈਮ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਕਰਜ਼ਾ ਵਧਿਆ। ਇਹਦਾ ਮਤਲਬ ਪਹਿਲੀ ਗੱਲ ਗਲਤ ਸੀ, ਹੈ ਨਾ। ਜਦ ਅਸੀਂ ਜਿਹੜੇ ਲੋਕ ਇੱਥੋਂ ਹਟ ਕੇ ਜਾਂਦੇ ਨੇ ਉਹ ਦਰਕਾਰੇ ਜਾਂਦੇ ਆ, ਉਜਾੜੇ ਜਾਂਦੇ ਆ, ਅਤੇ ਉੱਥੇ ਵੀ ਕੁਛ ਨਹੀਂ ਬਣਦਾ, ਗੰਦੀਆਂ ਬਸਤੀਆਂ 'ਚ ਰਹਿੰਦੇ ਨੇ। ਇਸ ਲਈ ਸਾਨੂੰ ਗੰਦੀਆਂ ਬਸਤੀਆਂ ਜਾਣ ਲਈ ਟਰਾਂਸਫਰ ਨਹੀਂ ਚਾਹੀਦੀ। ਜੇ ਇੱਥੇ ਨਾਲੋਂ ਵਧੀਆ ਜ਼ਿੰਦਗੀ ਹੈ ਅਤੇ ਉਹਦੀ ਗਰੰਟੀ ਹੈ, ਫਿਰ ਉਧਰ ਸ਼ਿਫਟ ਕਰਾਂਗੇ ਤਾਂ ਉਹਦੇ ਬਾਰੇ ਸੋਚਿਆ ਜਾ ਸਕਦਾ। ਹਾਂਜੀ ਹਾਂ ਬਿਲਕੁਲ ਸਰ, ਜਿਵੇਂ ਤੁਸੀਂ ਕਹਿ ਕਿ APMC ਜਿਹੜਾ ਐਕਟ ਜਿਵੇਂ ਬਿਹਾਰ ਦੇ ਵਿੱਚ ਖਤਮ ਕੀਤਾ ਉਹਨਾਂ ਨੇ, ਤਾਂ ਬਿਹਾਰ ਦੇ ਵਿੱਚੋਂ ਵੱਡੀ ਪੱਧਰ ਤੇ ਹਿਜਰਤ ਆ ਜਿਹੜੀ ਬਾਕੀ ਰਾਜਾਂ ਦੇ ਵਿੱਚ ਸਾਨੂੰ ਦੇਖੀ ਗਈ ਹੈ ਨਾ। ਤਾਂ ਇਸ ਤੋਂ ਇਲਾਵਾ ਸਰ ਇੱਕ ਸਵਾਲ ਜਿਹੜਾ ਸੀਗਾ ਉਹ ਸੀਗਾ ਸਾਡੇ ਸਰੋਤੇ ਦਾ, ਉਹ ਸਵਾਲ ਕਹਿ ਰਹੇ ਨੇ ਕਿ ਬਖਸ਼ੀਸ਼ ਆਜ਼ਾਦ ਜੀ ਸਾਡੇ ਸਰੋਤੇ ਸਵਾਲ ਕਰ ਰਹੇ ਨੇ ਕਿ ਜੇ ਕਿਸੇ ਸੂਬੇ ਦੀ ਰਾਜ ਸਰਕਾਰ ਚਾਹੇ ਤਾਂ ਰਾਜ ਸਰਕਾਰਾਂ ਨਾਗਰਿਕਤਾ ਸੋਧ ਬਿੱਲ ਵਾਂਗ ਇਸ ਦੇ ਖਿਲਾਫ ਵਿਧਾਨ ਸਭਾ ਵਿੱਚ ਮਤੇ ਨਹੀਂ ਪਾ ਸਕਦੀਆਂ। ਦੇਖੋ ਜੀ, ਹੈ ਤਾਂ ਹੈ ਪੋਲੀਟੀਕਲ ਕੁਐਸਚਨ, ਹੈ ਨਾ, ਪਰ ਇਹ ਮਤੇ ਵੀ ਪਾਏ ਜਾ ਸਕਦੇ ਨੇ। ਮਤੇ ਪਾਉਣ ਤੋਂ ਬਿਨਾਂ ਇਹਦੇ ਬਾਰੇ ਜਿਹੜਾ ਹੈਗਾ ਵੱਖ-ਵੱਖ ਸਮਾਜ ਦੇ ਵਰਗਾਂ ਨੂੰ ਜਿਹੜਾ ਹੈਗਾ ਅੱਗੇ ਆਉਣਾ ਪਊਗਾ। ਜੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਨੇ ਤਾਂ ਬਾਕੀ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ 50% ਲੋਕਾਂ ਨੂੰ ਰਾਸ਼ਟਰੀ ਆਮਦਨ 'ਚੋਂ 14% ਹਿੱਸਾ ਦਿੰਦੇ ਹਾਂ, ਹੈ ਨਾ। ਉਹ ਵੀ ਜਿਹੜਾ ਹੈਗਾ ਉੱਪਰ ਦੇਖਣ ਨੂੰ ਉਹ ਵੀ ਹੋਰ ਘਟ ਜਾਂਦਾ ਜੇ ਬਾਕੀ ਗੱਲਾਂ ਦੇਖ ਲਈਏ। ਜਾਂ 50% ਲੋਕਾਂ ਨੂੰ 14% ਹਿੱਸਾ ਦੇਵਾਂਗੇ ਤਾਂ ਉਹ ਭੁੱਖੇ ਮਰਨਗੇ। ਜੇ ਉਹ ਭੁੱਖੇ ਮਰਦੇ ਨੇ ਤੇ ਸਾਡੀ ਰੋਟੀ ਦਾ ਇੰਤਜ਼ਾਮ ਉਹ ਕਰਦੇ ਨੇ ਤਾਂ ਸਾਨੂੰ ਬਾਕੀ ਵਰਗ ਜਿਹੜੇ ਅਸੀਂ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਉਹਦੇ ਹੱਕ 'ਚ ਸਾਨੂੰ ਖੜਨਾ ਪਊਗਾ, ਤਾਂ ਹੀ ਜਾ ਕੇ ਗੱਲ ਬਣਨੀ ਹੈ। ਨਹੀਂ ਤਾਂ ਅਸੀਂ ਇਹ ਉਹਨਾਂ ਨੂੰ ਇਗਨੋਰ ਕਰਦੇ ਹੋਏ ਆਪਦੇ ਪੈਰਾਂ 'ਤੇ ਵੀ ਕੁਹਾੜਾ ਮਾਰਾਂਗੇ। ਹਾਂਜੀ ਹਾਂਜੀ ਸਰ, ਇੱਕ ਅਸੀਂ ਖੁੱਲੀ ਮੰਡੀ ਦੇ ਕੰਸਰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਵੀ ਝਗੜਾ ਹੁੰਦਾ, ਡਿਸਪਿਊਟ ਹੁੰਦਾ, ਉਸ ਦੇ ਵਿੱਚ ਆਰਡੀਨੈਂਸਾਂ ਦੇ ਵਿੱਚ ਮੈਂਸ਼ਨ ਆ ਕਿ SDM ਪੱਧਰ ਤੇ DC ਪੱਧਰ ਤੇ ਜਿਹੜੇ ਝਗੜੇ ਨੇ ਉਹਦਾ ਨਿਪਟਾਰਾ ਨਿਬੇੜੇ ਜਾਣਗੇ। ਕਿਸਾਨ ਅਦਾਲਤ ਵੀ ਨਹੀਂ ਜਾ ਸਕਦਾ। ਉਸ ਸਾਰੇ ਸਿਸਟਮ ਨੂੰ ਵਿੱਚ ਤੁਸੀਂ ਕਿਸਾਨ ਦੀ ਸਥਿਤੀ ਕਿੱਥੇ ਦੇਖਦੇ ਹੋ? ਦੇਖੋ, ਮੈਂ ਪਹਿਲਾਂ ਕਿਹਾ ਵੀ ਇਹ ਤਾਂ ਬੱਕਰੀ ਤੇ ਸ਼ੇਰ ਵਾਲਾ ਮੁਕਾਬਲਾ ਹੈ ਨਾ। ਜੇ ਇੱਕ ਪਿੰਜਰੇ 'ਚ ਬੱਕਰੀ ਤੇ ਸ਼ੇਰ ਨੂੰ ਬੰਦ ਕਰ ਦਈਏ ਤਾਂ ਖਾਧਾ ਕਿਹੜਾ ਜਾਊਗਾ, ਇਹਦਾ ਦੱਸਣ ਦੀ ਲੋੜ ਨਹੀਂ ਹੈਗੀ। ਕਿ ਇੱਕ ਪਾਸੇ ਤਾਂ ਉਹ ਕਿਸਾਨ ਨੇ ਜਿਹੜੇ ਉਹਦੀ ਜਿਣਸ ਨੂੰ ਮੰਡੀ 'ਚ ਲਿਜਾਣ ਲਈ ਵੀ ਕਿਰਾਏ ਦੀ ਟਰਾਲੀ ਲੈਂਦੇ ਨੇ, ਦੂਜੇ ਪਾਸੇ ਉਹ ਕਾਰਪੋਰੇਸ਼ਨਾਂ ਨੇ ਜਿਹੜੀਆਂ ਮਤਲਬ ਕਈ ਸੂਬਿਆਂ ਦੀ ਜਿਣਸ ਨੂੰ ਆਪਦੇ ਗੋਦਾਮਾਂ 'ਚ ਸਟਾਕ ਕਰ ਸਕਦੀਆਂ ਨੇ। ਜੇ ਇਹ ਝਗੜੇ ਹੋਣਗੇ, ਝਗੜੇ ਹੋ ਕੇ ਇਹ SDM ਦੀ ਜਿਹੜੀ ਬਣਾਈ ਹੋਈ ਕਮੇਟੀ ਹੈ ਉਹਦੇ ਵਿੱਚ ਜਾਂ DC ਦੀ ਬਣਾਈ ਹੋਈ ਕਮੇਟੀ ਹੈ ਉਹਦੇ ਵਿੱਚ ਜਾਣਾ ਹੋਊਗਾ, ਤਾਂ ਉਹਦੇ ਵਿੱਚ ਕਿਹਦੇ ਹੱਕ ਵਿੱਚ ਫੈਸਲਾ ਹੋਊਗਾ? ਇਹ ਤਾਂ ਸਾਡਾ ਇਤਿਹਾਸ ਸਾਨੂੰ ਸਾਹਮਣੇ ਦੱਸਦਾ ਹੈ ਕਿ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਅਤੇ ਜਿਹੜੇ ਵਿਚਾਰੇ ਕਿਸਾਨ ਨੇ ਉਹਨਾਂ ਨੂੰ ਇਨਸਾਫ ਕਿਵੇਂ ਮਿਲੂਗਾ? ਇਹਦੇ ਬਾਰੇ ਤਾਂ ਜਿਹੜਾ ਹੈਗਾ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ। ਇਹ ਤਾਂ ਵੱਡਿਆਂ ਦੇ ਹੱਕ ਵਿੱਚ ਭੁਗਤ ਰਹੇ ਨੇ ਅਤੇ ਵੱਡਿਆਂ ਦੇ ਹੱਕ ਵਿੱਚ ਹੋ ਰਿਹਾ। ਇਸ ਲਈ ਇਹ ਜਿਹੜਾ ਹੈਗਾ ਲੱਗਦਾ ਹੈ ਕਿ ਕਿਸਾਨ ਇੱਥੇ ਦੁਰਕਾਰੇ ਜਾਣਗੇ, ਉਜਾੜੇ ਜਾਣਗੇ, ਜਾਂ ਬੱਕਰੀ ਵਾਲੀ ਹਾਲਤ ਉਹਨਾਂ ਦੀ ਹੋਊਗੀ, ਜਾਂ ਸ਼ੇਰ ਨਾਲ ਲੜਨਗੇ ਤਾਂ ਖਾਧਾ ਤਾਂ ਬੱਕਰੀ ਨੇ ਜਾਣਾ ਹੈ। ਇਸ ਲਈ ਇਹ ਕਾਰਪੋਰੇਸ਼ਨਾਂ ਲੜਦੇ ਹੋਏ ਕਿਸਾਨ, ਜੇ ਪੈਪਸੀਕੋ ਨੇ ਕਿਸਾਨਾਂ ਨੂੰ ਕਿੰਨਾ ਵੱਡਾ ਜੁਰਮਾਨਾ ਪਾਤਾ ਸੀ ਜਿਹਦੇ 'ਤੇ ਸੰਘਰਸ਼ ਤੋਂ ਬਾਅਦ ਕੁਛ ਉਹਦਾ ਹੱਲ ਨਿਕਲਿਆ ਕਿ ਪੇਟੈਂਟ ਰਾਈਟ ਦੇ ਥੱਲੇ। ਇਸ ਲਈ ਜਦੋਂ ਇਹਦਾ ਝਗੜਾ ਹੋਊਗਾ ਉਹ 'ਚ ਜ਼ਿਆਦਾ ਚਾਂਸ ਇਹੀ ਨੇ ਕਿ SDM ਅਤੇ DC ਦੀਆਂ ਬਣਾਈ ਹੋਈਆਂ ਕਮੇਟੀਆਂ ਉੱਪਰਲਿਆਂ ਦੇ ਹੱਕ 'ਚ ਭੁਗਤਣਗੀਆਂ। ਇਹਨਾਂ ਕੋਲ ਤਾਂ ਉੱਥੇ ਤੱਕ ਜਾ ਕੇ ਉਹਦਾ ਕੇਸ ਪਲੀਡ ਕਰਨ ਦੀ ਵੀ ਹਿੰਮਤ ਨਹੀਂ ਹੋਣੀ। ਸਰ ਇੱਕ ਇਸੇ ਬਿਲਕੁਲ ਤੁਸੀਂ ਦਰੁਸਤ ਕਿਹਾ। ਇਹ ਸਵਾਲ ਸੀਗਾ ਕਿ 1.5 ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਜਿਹੜੇ ਕਿਸਾਨ ਨੇ ਭਾਰਤ ਦੇ ਵਿੱਚ, ਲਗਭਗ 86% ਕਿਸਾਨ ਜਿਹੜੇ ਹੈਗੇ ਨੇ, ਉਹਨਾਂ ਕਿਸਾਨਾਂ ਦੇ ਇਹਨਾਂ ਆਰਡੀਨੈਂਸਾਂ ਦੇ ਜਾਰੀ ਹੋਣ ਦੇ ਨਾਲ ਜਾਂ ਲਾਗੂ ਹੋਣ ਦੇ ਨਾਲ ਉਹਨਾਂ ਕਿਸਾਨਾਂ ਨੂੰ ਕਿੰਨੇ ਕੁ ਖਤਰੇ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਉਹ ਖੇਤੀ ਸੈਕਟਰ ਦੇ ਵਿੱਚੋਂ ਬਾਹਰ ਹੋ ਸਕਦੇ ਨੇ, ਜਾਂ ਇਹਨਾਂ ਆਰਡੀਨੈਂਸਾਂ ਦੇ ਜਾਂ ਜਿਹੜਾ ਮਾਡਲ ਸਥਾਪਿਤ ਕੀਤਾ ਜਾ ਰਿਹਾ ਉਹ ਕਿੰਨੇ ਕੁ ਚਿਰ ਤੱਕ ਇਸ ਚੀਜ਼ ਲਈ ਸਰਵਾਈਵ ਕਰ ਸਕਦੇ ਨੇ, ਜਾਂ ਉਹਨਾਂ ਦੇ ਅਲਟਰਨੇਟਿਵ ਇਸ ਬਾਰੇ ਕੀ ਹੋ ਸਕਦੇ? ਪੈਸਾ ਪਹਿਲੀ ਗੱਲ ਤਾਂ ਮੈਂ ਇਹਨੂੰ ਅੰਕੜੇ ਨੂੰ ਠੀਕ ਕਰਦਾ ਕਿ 86% ਤੋਂ ਵੱਧ ਕਿਸਾਨ ਸੀਮਾਂਤ ਅਤੇ ਛੋਟੇ ਕਿਸਾਨ ਨੇ। ਸੀਮਾਂਤ ਕਿਸਾਨ ਉਹਨੂੰ ਕਹਿੰਦੇ ਆ ਜਿਹਦੇ ਕੋਲ 2.5 ਏਕੜ ਤੋਂ ਘੱਟ ਜ਼ਮੀਨ ਹੈ। ਉਹ 0.1 ਤੋਂ ਲੈ ਕੇ 2.49 ਤੱਕ ਕਿੰਨੀ ਵੀ ਹੋ ਸਕਦੀ ਹੈ ਨਾ ਜੀ। ਅਤੇ ਛੋਟਾ ਕਿਸਾਨ ਉਹਨੂੰ ਕਹਿੰਦੇ ਜਿਹਦੇ ਕੋਲ 2.5 ਏਕੜ ਤੋਂ ਲੈ ਕੇ 5 ਏਕੜ ਤੋਂ ਘੱਟ ਤੱਕ ਜ਼ਮੀਨ ਹੈ। ਇਸ ਲਈ ਜਿਹੜੇ 86% ਹੈਗੇ ਇਹਨਾਂ ਨੂੰ ਪਹਿਲਾਂ ਵੀ ਦੁਰਕਾਰਿਆ, ਉਜਾੜਿਆ ਜਾ ਰਿਹਾ ਸਰਕਾਰੀ ਨੀਤੀਆਂ ਨਾਲ, ਸਰਕਾਰੀ ਖੇਤੀਬਾੜੀ ਨੀਤੀਆਂ ਨਾਲ। ਪਰ ਜੇ ਤਿੰਨੇ ਆਰਡੀਨੈਂਸਿਸ ਇਹ ਐਕਟ ਬਣਾ ਕੇ ਲਾਗੂ ਕਰ ਦਿੱਤੇ ਜਾਂਦੇ ਨੇ
ਤਾਂ ਇਹਨਾਂ ਨੂੰ ਵੱਡੇ ਪੱਧਰ ਤੇ ਦਰਕਾਰਿਆਂ ਤੇ ਉਜਾੜਿਆ ਜਾਊਗਾ। ਪਰ ਸਮੱਸਿਆ ਇਹ ਹੈਗੀ ਇਕੱਲੇ ਇਹ ਨਹੀਂ ਉਜੜਨਗੇ, ਇਹਨਾਂ ਨਾਲ ਜਿਹੜਾ ਮਾੜਾ ਮੋਟਾ ਇਹ ਖੇਤ ਮਜ਼ਦੂਰ ਹੈ, ਪਿੰਡੂ ਕਾਰੀਗਰ ਹੈ, ਉਹ ਵੀ ਇਹਨਾਂ ਦੇ ਨਾਲ ਹੀ ਜਿਹੜਾ ਹੈਗਾ ਰਗੜਿਆ ਜਾਊਗਾ। ਇਸ ਲਈ ਪਰ ਜਦ ਇਹ ਰਗੜੇ ਜਾਣਗੇ, ਜਿਹੜੇ ਜੋ ਆਰਥਿਕ ਸਮਾਜਿਕ ਸੱਭਿਆਚਾਰਕ ਰਾਜਸੀ ਜਾਂ ਹੋਰ ਇਸ ਤਰ੍ਹਾਂ ਦੇ ਵਿਗਾੜ ਆਉਣਗੇ ਤਾਂ ਉਹ ਕਿਸ ਤਰ੍ਹਾਂ ਹੱਲ ਹੋਣਗੇ। ਇੱਥੇ ਮੈਂ ਆਪਦੇ ਭਾਈਚਾਰੇ ਦੀ ਗੱਲ ਕਰਨਾ ਚਾਹੁੰਦਾ ਕਿ ਅਰਥ ਵਿਗਿਆਨ ਵਾਲੇ ਇਹਨਾਂ ਕੰਮਾਂ 'ਚ ਕਾਫੀ ਲਿਖਦੇ ਪੜ੍ਹਦੇ ਰਹਿੰਦੇ, ਬੋਲਦੇ ਰਹਿੰਦੇ ਆ, ਤੇ ਪਰ ਉਹ 'ਚੋਂ ਕੁਛ ਅਰਥ ਵਿਗਿਆਨੀ ਹੁੰਦੇ ਆ ਜਿਹੜੇ ਪਿਛਲਖੋਰੀ ਮੋੜਾ ਲੈਂਦੇ ਨੇ। ਇਹ ਯੂ ਟਰਨ ਕਹਿੰਦੇ ਇੰਗਲਿਸ਼ 'ਚ। ਪਿਛਲਖੋਰੀ ਮੋੜਾ ਲੈਣ ਵਾਲਾ ਬੰਦਾ ਜਾਂ ਤਾਂ ਕਨਵਿਕਸ਼ਨ ਕਰਕੇ ਲੈਂਦਾ ਜਾਂ ਕਨਵੀਨੀਅੰਸ ਕਰਕੇ ਲੈਂਦਾ। ਜਦੋਂ ਕਨਵਿਕਸ਼ਨ ਕਰਕੇ ਲੈਂਦਾ, ਉਹ ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ ਕਿ ਉਹਦਾ ਵਿਚਾਰ ਬਦਲ ਗਿਆ। ਜਦੋਂ ਕਨਵੀਨੀਅੰਸ ਕਰਕੇ ਲੈਂਦਾ ਤਾਂ ਆਪਣੇ ਆਪ ਨੂੰ ਵੇਚਦਾ। ਤੇ ਜਦੋਂ ਇਹ ਵੇਚਣ ਵਾਲੇ ਯੂ ਟਰਨ 'ਚ ਵੇਚਣ ਵਾਲਾ ਕਨਵੀਨੀਅੰਸ ਵਾਲਾ ਰੌਲਾ ਹੋਊਗਾ, ਜਿਹੜੇ ਉਹ ਸੁਝਾਅ ਦੇਣਗੇ ਉਹਨਾਂ ਨਾਲ ਇਹ ਅਕਸਰ ਲੋਕ ਗੱਲ ਕਰਦੇ ਨੇ ਕਿ ਇਹਨਾਂ ਲੋਕਾਂ ਦਾ ਇੱਥੋਂ ਦੂਜੇ ਪਾਸੇ ਸ਼ਿਫਟ ਕਰਨਾ ਉਹਦੇ ਖੁਸ਼ਹਾਲ ਜੀਵਨ ਦੀ ਨਿਸ਼ਾਨੀ ਹੈ। ਤੇ ਇੱਕ ਹੋਰ ਅਰਥ ਵਿਗਿਆਨੀ ਵੀ ਸਾਡੇ ਹੈਗੇ ਜਿਨ੍ਹਾਂ ਨੂੰ ਆਠਾ ਪੱਟੀ ਅਰਥ ਵਿਗਿਆਨੀ ਕਹਿੰਦੇ ਆ, ਜਾਂ ਤੁਸੀਂ ਲਫ਼ਜ਼ ਵਰਤਿਆ ਸੀ ਸ਼ਾਇਦ ਗੜਵਈ, ਜਾਂ ਉਹਨਾਂ ਨੂੰ ਝਾੜੂ ਬਰਦਾਰ ਵੀ ਲਫ਼ਜ਼ ਅਸੀਂ ਵਰਤਦੇ ਹਾਂ। ਜਿਹੜੇ ਉਹ ਨੇ ਕਾਰਪੋਰੇਸ਼ਨਾਂ ਦੇ ਝਾੜੂ ਬਰਦਾਰ ਨੇ ਜਾਂ ਗੜਵਈ ਨੇ, ਇਹ ਜਿਨ੍ਹਾਂ ਲਈ ਮੈਂ ਜਿਹੜੀ ਟਰਮ ਵਰਤਦਾ ਆਠਾ ਪੱਟੀ ਅਰਥ ਵਿਗਿਆਨੀ, ਉਹ ਕਦੇ ਕਦੇ ਸਾਨੂੰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਕਿ ਬਿਲਕੁਲ ਇਹ ਲੋਕਾਂ ਦੇ ਨੇ, ਲੋਕਾਂ ਲਈ ਕੰਮ ਕਰਦੇ ਆ। ਜਿਵੇਂ ਆਠੇ ਦਾ ਨਾ ਕੋਈ ਸ਼ੁਰੂਆਤ ਹੁੰਦੀ, ਨਾ ਕੋਈ ਐਂਡ ਹੁੰਦਾ, ਘੁੰਮਦਾ ਹੀ ਰਹਿੰਦਾ, ਉਹ ਯੂ ਟਰਨ ਵੀ ਨਹੀਂ ਹੁੰਦੀ। ਉਹ ਮੌਕੇ ਤੇ ਗੱਲ ਚੰਗੀ ਲੱਗਣ ਲਾਉਂਦੇ, ਪਰ ਕੁੱਲ ਮਿਲਾ ਕੇ ਫਿਰ ਉਹ ਉੱਧਰ ਹੀ ਭੁਗਤ ਜਾਂਦੇ ਜਿੱਧਰ ਕਾਰਪੋਰੇਸ਼ਨਾਂ ਆਉਂਦੀਆਂ ਨੇ। ਜੇ ਇੰਨੇ % ਲੋਕਾਂ ਨੂੰ, 86% ਤੋਂ ਵੱਧ ਲੋਕਾਂ ਨੂੰ ਇੱਥੋਂ ਉਜਾੜਤਾ, ਉਹਨਾਂ ਨੂੰ ਲੈ ਕੇ ਕਿੱਥੇ ਜਾਵਾਂਗੇ? ਇਹ ਆਰਡੀਨੈਂਸਸ ਜਦੋਂ ਐਕਟ ਦਾ ਰੂਪ ਧਾਰਨ ਕਰਨਗੇ, ਹਾਲ ਤਾਂ ਆਰਡੀਨੈਂਸਸ ਨਾਲੇ ਉਹਨਾਂ ਦੇ ਖਤਰੇ ਵਧਣੇ ਨੇ। ਜਦੋਂ ਇਹ 'ਚੋਂ ਸਾਰਾ ਸਿਸਟਮ ਖਤਮ ਹੋ ਗਿਆ, ਫਿਰ ਤਾਂ ਇਹਨਾਂ ਦਾ ਬਹੁਤ ਵੱਡਾ ਉਜਾੜਾ ਹੋਊਗਾ, ਜਿਹੜਾ ਇਹਨਾਂ ਲਈ ਝੱਲਣਾ ਔਖਾ ਹੋਊਗਾ ਤੇ ਪੂਰੇ ਦੇਸ਼ ਲਈ ਵੀ ਘਾਤਕ ਹੋਊਗਾ। ਹਾਂਜੀ ਸਰ, ਤੁਸੀਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ, ਬਿਲਕੁਲ ਦਰੁਸਤ ਗੱਲ ਕੀਤੀ ਤੁਸੀਂ ਕਿ ਉਜਾੜਾ ਵੱਡੇ ਪੱਧਰ ਤੇ ਹੋਏਗਾ। ਸ਼ੁਰੂ ਤੁਸੀਂ ਲੈਕਚਰ ਦੇ ਦੌਰਾਨ ਗੱਲ ਕੀਤੀ ਸੀ ਮਹਾਰਾਸ਼ਟਰ ਦੇ ਵਿੱਚ ਜਿਹੜੇ ਕਿਸਾਨ ਅੰਦੋਲਨ ਹੋਏ ਸੀ, ਬੜੇ ਆਦਰਸ਼ਕ ਲੌਂਗ ਮਾਰਚ ਤੇ ਕਿਸਾਨ ਅੰਦੋਲਨ, ਖਾਸ ਤੌਰ ਤੇ ਅਸੀਂ ਦੇਖਦੇ ਹਾਂ ਦੁੱਧ ਉਤਪਾਦਕ ਸੀਗੇ, ਜਾਂ ਮਹਾਰਾਸ਼ਟਰ ਦੇ ਵਿੱਚ ਇੱਕ ਤੰਬੂਈ ਜਿਹੜਾ ਨਾਂ ਦਾ ਪਿੰਡ ਸੀ, ਉੱਥੇ ਕਿਸਾਨਾਂ ਨੇ ਸ਼ਹਿਰੀ ਖੇਤਰ ਦੇ ਜਿਹੜੇ ਆਪਣਾ ਰੋਸ ਪ੍ਰਗਟ ਕਰਨ ਲਈ ਸ਼ਹਿਰੀ ਖੇਤਰ ਦੀਆਂ ਜਿਹੜੀਆਂ ਜ਼ਰੂਰੀ ਵਸਤਾਂ ਸੀ ਉਹਨਾਂ ਨੂੰ ਰੋਕਤਾ ਸੀ, ਪ੍ਰੋਡਕਟ ਬੰਦ ਕਰਤੇ ਸੀ। ਜਦੋਂ ਇਸ ਤਰ੍ਹਾਂ ਦੇ ਜਿਹੜੇ ਕ੍ਰੀਏਟਿਵ ਇੱਕ ਜਿਹੜੇ ਵਿਰੋਧ ਸਾਹਮਣੇ ਆ ਰਹੇ ਆ ਮਹਾਰਾਸ਼ਟਰ ਦੇ ਖਾਸ ਤੌਰ ਤੇ ਪ੍ਰਸੰਗ ਦੇ ਵਿੱਚ, ਤੇ ਇੱਕ ਡਾਕਟਰ ਹਰਿੰਦਰ ਬਰਾੜ ਸਾਡੇ ਸਰੋਤੇ ਸਵਾਲ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਸਾਨੀ ਦੀ ਇਸ ਤਰ੍ਹਾਂ ਦੀ ਲਹਿਰ ਕਿਉਂ ਨਹੀਂ ਉਸਰ ਰਹੀ, ਜਾਂ ਸਮਕਾਲੀ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਦੀ ਇਹਨਾਂ ਪ੍ਰਤੀ ਕਿਹੋ ਜਿਹੀ ਰਣਨੀਤੀ ਹੋਣੀ ਚਾਹੀਦੀ ਹੈ? ਇਹ ਸਵਾਲ ਉਹਨਾਂ ਦਾ ਬੜਾ ਪ੍ਰਸੰਗਿਕ ਹੈ। ਬਿਲਕੁਲ ਢੁਕਵਾਂ ਸਵਾਲ ਹੈ ਜੀ, ਢੁਕਵਾਂ ਦਾ ਜਵਾਬ ਲੈ ਲਓ। ਇਹ ਵੈਸੇ ਤਾਂ ਪੰਜਾਬ 'ਚੋਂ ਇਹ ਕਾਫੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਠੀਕ ਪਾਸੇ ਚੱਲੀਆਂ ਹੋਈਆਂ ਨੇ, ਹੈ ਨਾ, ਤੇ ਉਹ 250 ਜਥੇਬੰਦੀਆਂ ਦੇ ਵਿੱਚ ਨੇ। ਪਰ ਸਾਡੇ 'ਚ ਕੁਛ ਜਥੇਬੰਦੀਆਂ ਜਿਹਦੀ ਮੈਂਬਰਸ਼ਿਪ ਵੀ ਜ਼ਿਆਦਾ ਹੈ, ਉਹ ਇਹ ਵੀ ਨੇ ਜਿਨ੍ਹਾਂ ਦਾ ਲੀਡਰ ਜਾਂ ਤਾਂ ਕਿਸਾਨ ਵੀ ਨਹੀਂ ਹੈਗਾ, ਜੇ ਕਿਸਾਨ ਹੈ ਤਾਂ ਉਹ ਕਿਸਾਨ ਵੀ ਹੈ, ਉਹ ਲੀਡਰ ਵੀ ਹੈ, ਉਹ ਕੈਬਨਿਟ ਰੈਂਕ ਜਾਂ ਮਿਨਿਸਟਰ ਆਫ ਸਟੇਟ ਦੇ ਰੈਂਕ ਦੇ ਬਰਾਬਰ ਦਾ ਕੋਈ ਅਹੁਦਾ ਵੀ ਲਈ ਬੈਠਾ ਹੈਗਾ। ਜਦੋਂ ਇਸ ਤਰ੍ਹਾਂ ਦੇ ਲੀਡਰ ਜਥੇਬੰਦੀਆਂ ਨੂੰ ਲੀਡ ਕਰਨਗੇ ਤਾਂ ਉਹ ਉਹਨਾਂ ਦੇ ਹੱਕ ਵੇਚਣਗੇ, ਕਾਡਰ ਦੇ ਹੱਕ ਵੇਚਣਗੇ। ਇਸ ਲਈ ਜਿਹੜੀਆਂ ਬਹੁਤੇ ਵੱਡੇ ਇਸ ਤਰ੍ਹਾਂ ਜਥੇਬੰਦੀਆਂ ਨੇ, ਉਹ ਕਿਸਾਨਾਂ ਦੇ ਹੱਕ ਜਾਂ ਉਹਦੇ ਕਾਡਰ ਦੇ ਹੱਕ ਪ੍ਰੋਟੈਕਟ ਨਹੀਂ ਕਰ ਸਕਦੀਆਂ। ਸਗੋਂ ਜਥੇਬੰਦੀਆਂ ਦੇ ਵਿੱਚ ਕੁਝ ਜਥੇਬੰਦੀਆਂ ਇਹੋ ਜਿਹੀਆਂ ਵੀ ਆ ਰਹੀਆਂ ਨੇ ਜਿਹੜੀਆਂ ਕਿਸਾਨਾਂ ਦੇ ਹੱਕਾਂ ਲਈ ਦਿਨ ਰਾਤ ਕੰਮ ਕਰ ਰਹੀਆਂ ਨੇ। ਪੂਰੀ ਜਿਹੜੀ ਪਿਕਚਰ ਨਿਰਾਸ਼ਾਵਾਦੀ ਨਹੀਂ ਹੈਗੀ, ਇਹ ਚੰਗੇ ਪਾਸੇ ਨੂੰ ਵੀ ਹੈ। ਪਰ ਗੱਲ ਤਾਂ ਜਿੱਥੇ ਤੱਕ ਮੈਨੂੰ ਲੱਗਦਾ ਸਾਡੇ ਕਿਸਾਨਾਂ ਦੇ ਵਿਰੋਧ ਨੇ ਜਿਹੜੇ, ਉਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਜਿਹੜਾ ਕੁਛ ਉਹ ਪ੍ਰੋਟੈਸਟ ਕਰਨਾ ਚਾਹੁੰਦੇ ਆ ਉਹਦਾ ਆਲਟਰਨੇਟਿਵ ਵੀ ਦੇਣ। ਜੇ ਖੇਤੀਬਾੜੀ ਜਿਣਸਾਂ ਉਹ ਪਿੰਡਾਂ 'ਚ ਰੋਕਣਾ ਚਾਹੁੰਦੇ ਨੇ, ਜਿਹੜੇ ਲੋਕ ਉਹਨਾਂ ਜਿਣਸਾਂ ਕਰਕੇ 2 ਡੰਗ ਦਾ ਚੁੱਲ੍ਹਾ ਬਾਲਦੇ ਨੇ, ਉਹਨਾਂ ਲਈ ਵੀ ਕੋਈ ਆਲਟਰਨੇਟਿਵ ਕਰਕੇ ਲੈ ਕੇ ਆਉਣ, ਤਾਂ ਹੀ ਇਹ ਗੱਲਾਂ ਕਾਮਯਾਬ ਹੋਣਗੀਆਂ ਤੇ ਠੀਕ ਪਾਸੇ ਨੂੰ ਤਾਂ ਹੀ ਚੱਲਿਆ ਜਾ ਸਕੂਗਾ। ਪਰ ਵੱਖ-ਵੱਖ ਜਥੇਬੰਦੀਆਂ ਨੂੰ ਇੱਕ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋਣ ਦੀ ਲੋੜ ਹੈ, ਇੱਕ ਠੀਕ ਸਮਝ ਬਣਾਉਣ ਦੀ ਲੋੜ ਹੈ, ਤੇ ਬਾਕੀ ਸੁਸਾਇਟੀ ਨੂੰ ਵੀ ਕਨਵਿੰਸ ਕਰਨ ਦੀ ਲੋੜ ਹੈ ਕਿ ਸਾਨੂੰ ਤੁਹਾਡੀ ਲੋੜ ਹੈ, ਤੁਹਾਨੂੰ ਸਾਡੀ ਲੋੜ ਹੈਗੀ, ਤਾਂ ਠੀਕ ਪਾਸੇ ਚੱਲਿਆ ਜਾ ਸਕਦਾ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜੀਆਂ ਦਰੁਸਤ ਗੱਲਾਂ ਕੀਤੀਆਂ।
ਇੱਕ ਇਸੇ ਨਾਲ ਹੀ ਮਿਲਦਾ ਜੁਲਦਾ ਸਵਾਲ ਸੀ ਬਲਜਿੰਦਰ ਜੀ ਦਾ। ਉਹ ਕਹਿੰਦੇ ਸੀ ਕਿ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ। ਇਹ ਤੁਸੀਂ ਬੜਾ ਬਖੂਬੀ ਦੇ ਵਿੱਚ ਇਹਦਾ ਜਿਹੜਾ ਆਨਸਰ ਆ ਉਹ ਦਿੱਤਾ। ਡਾਕਟਰ ਸਾਹਿਬ ਬੜੀਆਂ ਤੁਸੀਂ ਬਰੀਕੀ ਦੇ ਵਿੱਚ ਇਸ ਆਰਡੀਨੈਂਸ ਬਾਰੇ ਆਪਣੀਆਂ ਗੱਲਾਂ ਕੀਤੀਆਂ ਨੇ। ਸਾਨੂੰ ਸਮਾਂ ਦਿੱਤਾ, ਇੰਨਾ ਸਮਾਂ ਸਾਡੇ ਨਾਲ ਖੁੱਲ੍ਹ ਕੇ ਤੁਸੀਂ ਗੱਲਾਂ ਕੀਤੀਆਂ, ਸੰਵਾਦ ਰਚਾਇਆ। ਖਾਸ ਤੌਰ ਤੇ ਅਸੀਂ ਜਿਹੜਾ ਇਹ ਲੈਕਚਰ ਰੱਖਿਆ ਸੀ ਖਾਸ ਤੌਰ ਤੇ ਕਿਸਾਨੀ ਵਰਗ ਦੇ ਲਈ ਰੱਖਿਆ ਸੀ ਕਿ ਪਿੰਡਾਂ ਦੇ ਲੋਕ ਨੇ ਇਸ ਲੈਕਚਰ ਨੂੰ ਸੁਣ ਸਕਣ। ਉਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੇ ਖਤਰੇ ਉਹਨਾਂ ਦੇ ਸਾਹਮਣੇ ਮੰਡਰਾ ਰਹੇ ਨੇ ਉਹਨਾਂ ਬਾਰੇ ਸੁਣ ਸਕਣ, ਲਾਮਬੰਦ ਹੋ ਸਕਣ ਤੇ ਇਹਨਾਂ ਆਰਡੀਨੈਂਸਾਂ ਦਾ ਜਿਹੜਾ ਵਿਰੋਧ ਕਰ ਸਕਣ। ਤੁਸੀਂ ਬੜੀ ਖੂਬਸੂਰਤ ਤਰੀਕੇ ਦੇ ਨਾਲ, ਬੜੀ ਸਰਲ ਭਾਸ਼ਾ ਦੇ ਵਿੱਚ ਤੇ ਬੜੇ ਸਰਲ ਉਦਾਹਰਨਾਂ ਦੇ ਨਾਲ ਜਿਹੜੀਆਂ ਆਮ ਜ਼ਿੰਦਗੀ ਦੇ ਵਿੱਚ ਸਾਡੇ ਵਾਪਰਦੀਆਂ ਨੇ ਉਹਨਾਂ ਨਾਲ ਇਹਨਾਂ ਆਰਡੀਨੈਂਸਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ। ਮੈਂ ਉਮੀਦ ਕਰਦਾ ਕਿ ਸਾਡੇ ਸਰੋਤਿਆਂ ਨੇ ਇਹਦੇ ਵਿੱਚੋਂ ਜਿਹੜਾ ਫਾਇਦਾ ਉਠਾਇਆ ਹੋਏਗਾ, ਉਹਨਾਂ ਨੂੰ ਇਹਨਾਂ ਆਰਡੀਨੈਂਸਾਂ ਨੂੰ ਸਮਝਣ ਦੇ ਵਿੱਚ ਬੜੀ ਸੌਖ ਮਹਿਸੂਸ ਹੋਏਗੀ ਤੇ ਮੇਨ ਗੱਲਾਂ ਉਹਨਾਂ ਨੇ ਜ਼ਰੂਰ ਜਿਹੜੀਆਂ ਪ੍ਰਮੁੱਖ ਬਿੰਦੂ ਨੇ ਉਹਨਾਂ ਨੂੰ ਸਮਝਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੋਏਗੀ। ਤਾਂ ਸਰ ਤੁਹਾਡਾ ਟਾਈਮ ਕੱਢਣ ਦੇ ਲਈ ਦ੍ਰਿਸ਼ਟੀ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸ਼ੁਕਰੀਆ ਕਿ ਸਾਡੇ ਲਈ ਤੁਸੀਂ ਇੰਨਾ ਆਪਣਾ ਕੀਮਤੀ ਸਮਾਂ ਜਿਹੜਾ ਕੱਢਿਆ। ਤੁਸੀਂ ਲਗਾਤਾਰ ਪੜ੍ਹਦੇ ਲਿਖਦੇ ਰਹਿੰਦੇ ਹੋ, ਤੁਹਾਡੇ ਸਮੇਂ ਦੇ ਵਿੱਚੋਂ ਅਸੀਂ ਸਮਾਂ ਲਿਆ। ਅਸੀਂ ਖੁਸ਼ਕਿਸਮਤ ਹਾਂ ਕਿ ਤੁਹਾਡੇ ਜਿਹੜੇ ਵਿਦਵਾਨ ਨੇ ਖਾਸ ਤੌਰ ਤੇ ਕਿਸਾਨੀ ਖੇਤਰ ਦੇ ਨਾਲ ਜਿਹੜੇ ਲੋਕ ਸੰਘਰਸ਼ੀ ਨੇ ਉਹਨਾਂ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਪੱਖ ਦੇ ਵਿੱਚ ਲਿਖ ਰਹੇ ਨੇ ਤੇ ਉਹਨਾਂ ਦੇ ਪੱਖ ਦੇ ਵਿੱਚ ਲਗਾਤਾਰ ਬੋਲ ਰਹੇ ਨੇ। ਤੁਸੀਂ ਸਾਡੇ ਨਾਲ ਜੁੜੇ ਤੇ ਸਾਡੇ ਸਰੋਤਿਆਂ ਨੂੰ ਇੰਨੀ ਜਿਹੜੀ ਬਰੀਕੀ ਦੇ ਵਿੱਚ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਜੀ ਤੁਹਾਡਾ ਧੰਨਵਾਦ ਸਰ। ਤੇ ਸਾਡੀ ਪੂਰੀ ਟੀਮ ਦਾ ਡਾਕਟਰ ਹਰਿੰਦਰ, ਪ੍ਰੋਫੈਸਰ ਬਲਵਿੰਦਰ ਚਾਹਲ, ਡਾਕਟਰ ਸੁਨੀਤਾ ਸਿੰਗਲਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਮੈਨੇਜ ਕਰਨ ਦੇ ਵਿੱਚ ਸਾਡੀ ਪੂਰੀ ਸਹਾਇਤਾ ਕੀਤੀ। ਮੈਂ ਸਾਰੀ ਟੀਮ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਇਸ ਤਰ੍ਹਾਂ ਦੇ ਅਸੀਂ ਇਵੈਂਟ ਅੱਗੇ ਆਏ। ਮੈਂ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਇਸ ਤਰ੍ਹਾਂ ਦੇ ਇਵੈਂਟ ਜਿਹੜੇ ਆ ਉਹ ਅਸੀਂ ਅਗਲੇ ਸਮੇਂ ਦੇ ਵਿੱਚ ਵੀ ਨਵੀਂ ਸਿੱਖਿਆ ਨੀਤੀ ਹੋਵੇ ਜਾਂ ਸਾਹਿਤ ਨੂੰ ਲੈ ਕੇ ਕੁਝ ਸਵਾਲ ਹੋਣ ਜਾਂ ਅੱਜ ਦੇ ਸਮੇਂ ਦੇ ਵਿੱਚ ਪ੍ਰਸੰਗਿਕ ਜਿਹੜੀ ਡਿਬੇਟ ਚੱਲ ਰਹੀ ਆ ਇਸ ਤਰ੍ਹਾਂ ਨੂੰ ਲੈ ਕੇ ਅਸੀਂ ਸਮੇਂ ਤੇ ਜਿਹੜੇ ਲੈਕਚਰ ਆ ਉਹ ਆਰਗੇਨਾਈਜ਼ ਕਰਦੇ ਰਹਾਂਗੇ ਤੇ ਸਰੋਤਿਆਂ ਦੇ ਕੋਲ ਇਸ ਤਰ੍ਹਾਂ ਦੀ ਡਿਬੇਟ ਨੂੰ ਪਹੁੰਚਾਉਂਦੇ ਰਹਾਂਗੇ। ਡਾਕਟਰ ਸਾਹਿਬ ਤੁਹਾਡਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਆਪਣੀਆਂ ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਸਰੋਤਿਓ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਵੀ ਸਾਡੇ ਨਾਲ ਜੁੜੇ, ਲਗਾਤਾਰ ਜੁੜੇ ਰਹੇ ਤੇ ਡਾਕਟਰ ਸਾਹਿਬ ਦੀਆਂ ਕੀਮਤੀ ਗੱਲਾਂ ਸੁਣੀਆਂ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।